ਇੱਕ ਕੈਪਚੀਨੋ। ਤੁਸੀਂ ਕੁਝ ਲਓਗੇ? ਭਾਜੀ 2 ਕੈਪਚੀਨੋ। ਹਾਏ ਨਹੀਂ ਮੇਰੀ ਮੋਟੋ ਉਹ ਕਦੋਂ ਆ ਰਹੀ? ਪੁੱਛੋ ਨਾ। ਦਿਲਜੀਤ ਦੋਸਾਂਝ ਹੀਜ਼ ਗਲੋਬਲ। ਮੈਟ ਗਲਾ ਚ ਪਹੁੰਚ ਗਏ। ਉਹਨਾਂ ਨੇ ਪੰਜਾਬੀਅਤ ਐਂਡ ਪੰਜਾਬ ਐਂਡ ਉਹ ਸਰਦਾਰੀ ਆਪਣੇ ਨਾਲ ਲੈ ਕੇ ਜਾ ਰਹੇ ਕੈਰੀ ਨੇ। ਕੀਤੀ। ਤੁਸੀਂ ਸੀਟ ਦੇ ਪਿੱਛੇ ਛੁਪ ਜਾਓ। ਵਿਆਹ ਤੋਂ ਬਾਅਦ ਖੁਸ਼ ਹੋ? ਵਿਆਹ ਸੌਰਟਡ ਹੀ ਹੁੰਦਾ ਬਸ ਇੰਨਾ ਹੀ ਹੈ ਨਾ। ਵੀਰੇ ਜਦੋਂ ਹਨੀਮੂਨ ਤੇ ਗਏ ਸੀਗੇ ਪਹਿਲੇ ਤੇ ਕਿੱਥੇ ਗਏ ਸੀਗੇ? ਅਸੀਂ ਹਨੀਮੂਨ We ਤੇ ਨਹੀਂ haven't ਗਏ। ਅਸੀਂ ਹੁਣ ਤੱਕ ਨਹੀਂ ਗਏ ਹਨੀਮੂਨ ਤੇ। when you feel good and you feel fluffy and everything's beautiful. She was like ਮੈਂ ਕੀ ਹੋਇਆ ਮੈਂ ਨਾਰਾਜ਼ ਹਾਂ ਮੈਨੂੰ ਮਨਾਓ। ਮੈਂ ਕਿਹਾ ਯਾਰ ਇਹ ਤਾਂ ਕਿਊਟੀ ਹੈ ਇਹਨੂੰ। ਫਿਰ ਮੈਂ ਕਿਹਾ ਇੱਧਰ ਮੈਂ ਨਾਰਾਜ਼ ਆ ਮੈਨੂੰ ਮਨਾਓ। Oh shit! Oh god! ਖੁਸ਼ਬੂ। Oh my god, thank you so much. ਵਿਆਹ ਫਨ ਆ ਕਰਾਉਣਾ ਚਾਹੀਦਾ। ਜਿਹੜੇ ਲੋਕ ਕਹਿੰਦੇ ਆ ਕਿ ਜੀ ਵਿਆਹ ਜੀ ਮੈਨੂੰ ਕੀ ਪਤਾ ਹੁਣ ਮੈਂ ਨਵਾਂ ਬਿਜ਼ਨਸਮੈਨ ਆ ਬ్రో। ਸ਼ੇਕਰ 버ਗਰ ਵਾ ਪਹਿਲਾ ਬਿਜ਼ਨਸ ਪਹਿਲੇ ਦਿਨ ਪਹਿਲੇ 버ਗਰ ਤੋਂ ਬਾਅਦ ਹੀ ਬੰਦ ਹੋ ਗਿਆ। ਮਾਈ ਡੈਡ he was a driver। ਇਹ ਜਿਹੜੀ ਕਮਿਊਨਿਟੀ ਹੈ ਨਾ ਇਹਨਾਂ ਨਾਲ ਮੈਨੂੰ ਵੈਸੇ ਵੀ ਮੇਰਾ ਬਹੁਤ ਇਮੋਸ਼ਨਲ ਕਨੈਕਸ਼ਨ ਆ। ਅਸੀਂ ਦੋਨੋਂ ਜਦੋਂ ਅਸੀਂ ਇਕੱਠੇ ਕੁਝ ਵੀ ਪੋਸਟ ਕਰਦੇ ਆ ਜਿੱਥੇ ਅਸੀਂ ਹੱਸ ਖੇਡ ਰਹੇ ਆ ਨਾ I swear to God ਸਾਡਾ ਕਲੇਸ਼ ਪੱਕਾ ਹੈ। ਆਪਾਂ ਤੁਹਾਡਾ ਮੈਂਟਲ ਪੀਸ ਖੋ ਕੇ ਨਹੀਂ ਇੰਟਰਵਿਊ ਕਰਨਾ। ਨਹੀਂ ਤੁਸੀਂ ਕਰ ਲਿਆ ਹੁਣ। ਤਾਂ ਹੀ ਉਹਦਾ ਸ਼ੋਅ ਦਾ ਨਾਮ ਆ ਆਇਆ ਮੈਂ ਗੱਡੀ ਮੋੜ ਕੇ ਜਿਹੜੀ ਮੁੜਦੀ ਨਹੀਂ ਸਿੱਧੀ ਜਾਂਦੀ ਹੈ। ਹੈਲੋ ਜੀ, ਸਵਾਗਤ ਕਰਦੇ ਆ ਆਇਆ ਮੈਂ ਗੱਡੀ ਮੋੜ ਕੇ ਦੇ ਪਹਿਲੇ ਐਪੀਸੋਡ ਦੇ ਵਿੱਚ। ਤੇ ਅੱਜ ਦੇ ਸਾਡੇ ਟਰੈਵਲ ਪਾਰਟਨਰ ਨੇ ਕ੍ਰਿਸ਼ਨਾ ਸਕੋਡਾ। ਅੱਜ ਦੀ ਸਾਡੀ ਰਾਈਡ ਹੋਏਗੀ ਸਕੋਡਾ ਕੋਡੀਐਕ। ਰਹਿਣਾ ਚੁੱਪ ਨੀ ਬੋਲ ਬੋਲ ਕੇ ਆਇਆ ਮੈਂ ਗੱਡੀ ਮੋੜ ਕੇ ਤੇ ਅੱਜ ਦੇ ਸਾਡੇ ਜੋ ਗੈਸਟ ਨੇ ਇੰਡਸਟਰੀ ਦਾ ਬਹੁਤ ਹੀ ਵੱਡਾ ਨਾਮ ਤੇ ਨਾਲ ਦੀ ਨਾਲ ਬਹੁਤ ਹੀ ਹੰਬਲ ਇਨਸਾਨ ਵੀ ਨੇ। ਗੈਸ ਕਰੋ ਕੌਣ ਨੇ? ਯਾਰ ਤੁਸੀਂ ਨਾਮ ਗਲਤ ਲੈਂਦੇ ਹੋ। ਉਹਨਾਂ ਦਾ ਨਾਮ ਹੈ ਮਹਿੰਦੀ ਤੱਖਰ। ਮਹਿੰਦੀ ਤੱਖਰ ਨਹੀਂ। ਤੇ ਸਾਡੇ ਸ਼ੋਅ ਦੇ ਸਪਾਂਸਰ ਨੇ ਜੀ ਸਿਟੀ ਗਰੁੱਪ। ਵਧੀਆ ਪੜ੍ਹਾਈ ਕਰਾਉਂਦੇ ਨੇ। ਮੇਰਾ ਨਾਮ ਲੈ ਕੇ ਐਡਮਿਸ਼ਨ ਲੈ ਲਿਓ, ਸ਼ਾਇਦ ਡਿਸਕਾਊਂਟ ਵੀ ਕਰ ਦੇਣਗੇ। ਪਰ ਓਏ ਪੜ੍ਹਾਈ 'ਚ ਕੋਈ ਡਿਸਕਾਊਂਟ ਨਹੀਂ, ਉਹ ਪੂਰੀ ਕਰਨੀ ਪੈਣੀ ਹੈ। ਤੇ ਉਸਤਾਦ ਜੀ ਗੱਡੀ ਹੌਲੀ ਚਲਾਇਆ ਕਰੋ, ਕਿਤੇ ਠੋਕ ਨਾ ਦਿਓ। ਤੇ ਕਿਤੇ ਠੁੱਕ ਵੀ ਜਾਵੇ ਨਾ ਤੇ ਸਾਡੇ ਭਰਾ ਹੈਗੇ ਨੇ ਜੀ ਇਹ ਸੰਧੂ ਕਾਰ ਕਿਉਰ ਜਲੰਧਰ ਵਾਲੇ। ਆਪਣੀਆਂ ਗੱਡੀਆਂ ਡੈਂਟਿੰਗ ਪੇਂਟਿੰਗ ਟੈਫਲਨ ਕੋਟਿੰਗ ਜੋ ਕਰਾਉਣਾ ਕਰਾਓ। ਆਇਆ ਮੈਂ ਗੱਡੀ ਮੋੜ ਕੇ 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 ਆਇਆ ਮੈਂ ਗੱਡੀ ਮੋੜ ਕੇ। ਉਹ ਵੀ ਠੀਕ ਹੋ? I'm good, thank you. So sorry. ਤੁਸੀਂ ਸੁਣਾਓ? ਬਹੁਤ ਵਧੀਆ। ਮੈਂ ਸ਼ੇਖਰ ਵੀਰੇ ਕੋਲੋਂ ਸੁਣਿਆ ਸੀਗਾ ਤੁਸੀਂ ਕਿਹਾ ਸੀਗਾ ਕਿ ਤੁਹਾਡੇ ਨਾਲੋਂ ਜ਼ਿਆਦਾ ਵੀ ਕੋਈ ਬੋਲਦਾ। Yeah. I was like, wow, ਪਹਿਲਾ ਬੰਦਾ ਹੈ because ਸ਼ੇਖਰ ਕਿਸੇ ਦੀ ਬਾਰੀ ਨਹੀਂ ਆਉਣ ਦਿੰਦੇ। Yeah, ਸ਼ੇਖਰ ਕਿਸੇ ਦੀ ਬਾਰੀ ਨਹੀਂ ਆਉਣ ਦਿੰਦੇ। So Shekhar, he loves to talk so much. Yes. And ਮੈਂ ਉਹਨਾਂ ਨੂੰ ਕਹਿੰਦੀ ਹੁੰਦੀ ਹਾਂ ਕਿ ਮੈਨੂੰ ਗੱਲ ਕਰਨ ਲਈ ਨਾ like I need to be like, okay, can I talk? Can I permission ਚਾਹੀਦੀ ਹੁੰਦੀ ਹੈ? Can I ਮੇਰੀ ਬਾਰੀ ਆ ਸਕਦੀ ਹੈ? ਉਹ ਇੱਦੀ ਕਰਦੇ ਕੋਈ ਮੈਂ ਗੱਲ ਸ਼ੁਰੂ ਕਰਦਾ ਨਾ ਕਿਊਟੀ ਐਦਾਂ ਤੂੰ ਬਹੁਤ ਵੱਡਾ ਹੋ ਗਿਆ। ਹੋਰ ਵੀ ਨਾ ਕੁਝ ਟਾਈਮ ਪਹਿਲੇ ਜਦੋਂ ਮੈਨੂੰ ਮਿਲੇ ਕਹਿੰਦੇ ਤੂੰ ਮੈਨੂੰ ਸਿੱਧਾ ਵੱਡਾ ਹੋ ਕੇ ਮਿਲਿਆ। ਮੈਂ ਕਿਹਾ ਹਾਂਜੀ। ਕਿਵੇਂ ਜਾਣਦੇ ਤੁਸੀਂ ਇੱਕ ਦੂਸਰੇ ਨੂੰ? ਜੀ ਆਪਾਂ ਸਭ ਤੋਂ ਪਹਿਲਾਂ ਰਿਐਲਿਟੀ ਸ਼ੋਅ ਇਕੱਠੇ ਕੀਤਾ ਸੀਗਾ ਮਿਸਟਰ ਪੰਜਾਬ। ਓਕੇ ਨਾਈਸ। ਤੇ ਉਦੋਂ ਉਹ ਅਸੀਂ ਦੇਖਿਆ ਸੀਗਾ ਐਕਚੁਅਲੀ ਆਡੀਸ਼ਨਸ। ਅਸੀਂ ਤਾਂ ਹੱਸ ਕੇ ਪਾਗਲ ਹੋ ਗਏ। ਤਾਂ ਉਹਨਾਂ ਦਾ ਕੁਝ ਨਹੀਂ ਹੋ ਰਿਹਾ ਸੀ, ਉਹ ਆਪ ਹੀ ਹੱਸ ਰਹੇ ਸੀ ਆਪਣੇ ਆਪ ਤੇ। ਹੀ ਵਾਸ ਲਾਈਕ ਕੋਈ ਐਕਟਿੰਗ ਕਰਕੇ ਦਿਖਾ ਰਹੇ ਸੀਗੇ ਏਦਾਂ ਦਾ ਕੁਝ। ਤਬ ਡਾਇਲੌਗ ਬੋਲ ਕੇ ਫਿਰ ਆਪ ਹੀ ਹੱਸ ਗਏ, ਲਾਈਕ ਹੱਸ ਪਏ। ਫਿਰ ਜੱਜਸ ਵੀ ਹੱਸ ਪਏ। ਇਟ ਵਾਸ ਕੁਆਇਟ ਫਨੀ ਐਕਚੁਅਲੀ। ਉਦੋਂ ਹੋਸਟ ਕਰਦੇ ਸੀ ਨਵ ਬਾਜਵਾ। ਰਾਈਟ। ਹਾਂਜੀ। ਤੇ ਉਦੋਂ ਮੈਂ ਸਭ ਤੋਂ ਛੋਟਾ ਸੀਗਾ। ਓਕੇ। I was 19। ਹਾਂਜੀ। ਤੇ ਇਹ ਸਾਰੇ ਮੇਰੇ ਤੋਂ ਵੱਡੇ ਸੀਗੇ। ਓਕੇ। ਮੈਂ ਬਹੁਤ ਛੋਟਾ ਸੀਗਾ ਸਾਰਿਆਂ ਨਾਲੋਂ ਤੇ ਸਾਰੇ ਮੈਨੂੰ ਏਦਾਂ ਕਰਦੇ ਸੀ ਕਿਊਟੀ ਛੋਟਾ ਸਾਡਾ ਛੋਟਾ ਭਰਾ। ਫਿਰ ਨਾ ਜਦੋਂ ਮੈਂ ਸ਼ੋਅ ਤੋਂ ਬਾਹਰ ਹੋ ਗਿਆ ਸੀ ਨਾ ਹਾਂਜੀ ਤੇ ਉਦੋਂ ਮੈਂ ਬਹੁਤ ਰੋਇਆ ਸੀਗਾ। ਸਾਰੇ ਜਦੋਂ ਫਿਨਾਲੇ ਸੀਗੇ ਤੇ ਮੈਂ ਬਹੁਤ ਰੋਇਆ ਵਾਂ।
I can imagine. ਤੇ ਫਿਰ ਜਦੋਂ ਮੈਂ ਰੋਡੀਜ਼ ਗਿਆ ਫਿਰ ਮੈਨੂੰ ਵੀਰੇ ਦਾ ਕਾਲ ਆਇਆ, ਸ਼ੇਖਰ ਵੀਰੇ ਦਾ, ਕਿ ਨਵੀ ਆਮ ਸੋ ਹੈਪੀ ਕਿ ਸਾਡਾ ਛੋਟਾ ਭਰਾ ਰੋਡੀਜ਼ ਚ ਹੈ। ਕਹਿੰਦੇ ਤੈਨੂੰ ਮੈਂ ਰੋਂਦੇ ਦੇਖਿਆ, ਤੈਨੂੰ ਮੈਂ ਉਹ ਦੇਖਿਆ ਕਿ ਕਈ ਵਾਰ ਤੇਰੇ ਛੋਟੇ ਹੋਣ ਦੇ ਕਰਕੇ ਨਾ ਤੈਨੂੰ ਸਾਰੇ ਉਹ ਕਰਦੇ ਸੀ, ਦਬਾਉਂਦੇ ਸੀਗੇ, ਪਰ ਆਮ ਸੋ ਹੈਪੀ। ਸਭ ਤੋਂ ਪਹਿਲੇ ਮੈਨੂੰ ਸ਼ੇਖਰ ਵੀਰੇ ਦਾ ਕਾਲ ਆਇਆ ਸੀਗਾ। Yeah, he's quite supportive like that. Yes. He wants के like सारे मतलब आसपास भी grow करन, वो खुद भी करन, like everybody should be doing good, you know? Because जिन्हों ने struggles देखे होंगे ना, they उन्हों ਨੂੰ value ज़्यादा ਹੁੰਦੀ ਆ True. of just being successful and you know making things happen. So it's quite nice. ਆਪਾਂ ਨਾ ਇੱਥੇ ਰਾਸਤੇ 'ਚ ਇੱਕ ਬਰਿਸਤਾ ਆ ਸਬਵੇ ਦੇ ਕੋਲ, ਤੁਹਾਨੂੰ ਪਤਾ ਨਾ ਸਬਵੇ ਕਿੱਥੇ ਆ? ਸਬਵੇ ਦੇ ਕੋਲ ਬਰਿਸਤਾ, ਤੁਸੀਂ ਮੈਨੂੰ ਦੱਸ ਦਿਓ ਕਿੱਥੇ ਕਰਕੇ ਆਪਾਂ I just want to grab a coffee. ਹਾਂਜੀ ਜੀ, ਇੱਥੇ ਕਿੱਧਰ ਮੈਂ ਤੁਹਾਨੂੰ ਉਹੀ ਹੋਵੇਗਾ? ਪੁੱਛਣ ਲੱਗਾ ਸੀ ਜੇ ਤੁਸੀਂ ਫੂਡੀ ਹੋ ਜਾਂ ਕੁਝ ਖਾਣਾ ਪੀਣਾ ਨਹੀਂ ਵੈਸੇ ਨਹੀਂ, ਵੀ। ਖਾਣਾ ਪੀਣਾ ਤਾਂ ਚਲੋ ਅਸੀਂ ਦੋਨੋਂ ਹੁਣ he's gymming, I'm gymming, so ਉਹਦਾ ਅਸੀਂ ਚੀਟ ਚੂਟ ਕਰ ਲਈਦਾ ਹੈ, but we try to maintain a good diet. ਓਕੇ, ਬਰਿਸਤਾ ਸਰਚ ਕਰਦਾ। ਇਹ ਰਾਸਤੇ 'ਚ ਹੀ ਹੈ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਮੈਨੂੰ ਪਤਾ ਹੈ ਕਿੱਥੇ Done. ਐਕਚੁਅਲੀ। ਆਈ ਥਿੰਕ ਅਗਰ ਸਿੱਧੇ ਜਾ ਕੇ ਆਪਾਂ ਲੈਫਟ ਹੀ ਲੈਣਾ ਹੈ, ਫਿਰ ਲੈਫਟ ਲੈ ਕੇ ਰਾਈਟ ਲਵਾਂਗੇ ਨਾ, ਫਿਰ ਉੱਧਰ ਹੋਵੇਗਾ, ਆਈ ਥਿੰਕ ਉਸ ਸਾਈਡ ਹੋਵੇਗਾ। ਡਨ ਹੋ ਗਿਆ ਜੀ। ਜਿਹੜਾ ਲਾਂਡਰਾ ਰੋਡ ਤੇ ਉਹ ਤਾਂ ਨਹੀਂ? ਇੱਥੇ ਉੱਥੇ ਲਪੀਨੋ, ਸਬਵੇ, ਬਰਿਸਤਾ ਸਾਰੇ ਇੱਥੇ ਨਜ਼ਦੀਕ ਹੀ ਆ। ਆਈ ਥਿੰਕ ਸੋ ਉਹੀ ਵਾਲਾ ਵਾ। ਯਾ ਜਿਹੜਾ ਉਹ ਮੇਨ ਜਿਹਾ ਰੋਡ ਨਹੀਂ ਹੁੰਦਾ। ਤੇ ਇੱਥੇ ਨੇੜੇ ਸਭ ਤੇੜੇ ਤੋਂ ਆ। ਪਹਿਲੇ ਤੁਹਾਡਾ ਥੈਂਕ ਯੂ ਸਾਡੇ ਪਹਿਲੇ ਐਪੀਸੋਡ ਚ ਆਉਣ ਲਈ। ਯੂ ਆਰ ਮੋਸਟ ਵੈਲਕਮ। ਤੇ ਸੈਕਿੰਡ ਥੈਂਕ ਯੂ, ਤੁਸੀਂ ਕੱਲ ਮੇਕਅਪ ਨੂੰ ਨਾ ਕਰਤੇ ਸੀ ਕਿ ਮੇਕਅਪ ਨਹੀਂ ਚਾਹੀਦਾ। Yeah, I can't. ਮੈਨੂੰ ਇੰਨਾ ਥੱਪ ਦਿੰਦੇ, like you know, it's just ਤੁਹਾਨੂੰ ਆਪ ਪਤਾ ਹੁੰਦਾ what suits you, ਨਾ? True. And then it's just with makeup ਤਾਂ even films ਲਈ ਮੈਂ ਉਹਦਾ makeup artist hire ਕਰ ਲੈਂਦੀ ਹਾਂ, but I'm usually like ਮੈਂ ਕਰ ਦਿੰਦੀ ਹਾਂ, ਬਸ touch up ਕਰ ਦੇ। Okay, ਸਹੀ ਹੈ ਸਹੀ ਹੈ। ਮੈਨੂੰ ਆਪਣਾ ਪਤਾ ਹੁੰਦਾ, you know, ਕਿ how much you should, how much you shouldn't. True. Rightly ਹੋ ਜਾਣਾ। right ਨਾ? Yeah. ਤੇ ਨਾਲੇ ਮੈਂ 6 ਇੰਚ ਮੂਵੀ ਦੇ ਪ੍ਰੀਮੀਅਰ ਤੇ ਆਇਆ ਸੀ ਤੁਹਾਡੇ, ਅੱਛਾ ਜੀ। ਤੁਹਾਨੂੰ ਨਾਲੇ ਮੀਡੀਆ ਨੇ ਘੇਰ ਲਿਆ ਸੀ ਉਸੇ ਵੇਲੇ। Okay. ਠੀਕ ਹੈ, ਹਾਂਜੀ। ਮੈਂ ਥੈਂਕ ਯੂ ਕਰਨਾ ਚਾਹੂੰਗਾ ਉਸ ਮੂਵੀ ਲਈ Oh. ਤੁਹਾਨੂੰ। Oh, thank you. ਮੈਂ ਮੂਵੀ ਦੇਖੀ ਸੀਗੀ ਬਦਲਾ, ਤਾਪਸੀ ਪੰਨੂ, ਅਮਿਤਾਭ ਬੱਚਨ ਸਾਹਿਬ ਦੀ। Right. ਉਦੋਂ ਮੈਂ ਨਾ ਸਟਾਰ ਪਲੱਸ ਦਾ ਸ਼ੋਅ ਕਰਦਾ ਹੁੰਦਾ ਸੀਗਾ ਨਜ਼ਰ, ਹਾਂ। ਤੇ ਸ਼ੂਟ ਖਤਮ ਹੋਇਆ, ਲੋਖਣ ਵਾਲਾ ਮੇਰਾ ਜਿਮ ਸੀ, ਵਰਕਆਊਟ ਕੀਤਾ, ਸ਼ਾਰ ਲਿਆ, ਇਨਫਿਨਿਟੀ ਮਾਲ ਪੀਵੀਆਰ ਚਲਾ ਗਿਆ। ਤੇ ਉਹ ਮੂਵੀ ਇਦਾਂ ਦੀ ਸੀਗੀ ਕਿ ਹਾਫ ਜਦੋਂ ਹੋਇਆ ਨਾ, ਮਤਲਬ ਬ੍ਰੇਕ ਦਾ ਟਾਈਮ ਹੋਇਆ, ਤੇ ਇੱਕਦਮ ਜੋ ਲਾਈਟਸ ਆਨ ਹੋਈਆਂ ਤੇ ਆਈ ਵਾਸ ਲਾਈਕ ਓਕੇ, ਮੈਂ ਥੀਏਟਰ ਦੇ ਵਿੱਚ ਹਾਂ। ਉਸ ਤੋਂ ਬਾਅਦ ਕੋਰਟ ਰੂਮ ਡਰਾਮਾ ਮੈਨੂੰ ਐਕਸਪੈਕਟਡ ਨਹੀਂ ਸੀਗਾ ਕਿ ਪੰਜਾਬੀ ਮੂਵੀ ਦੇ ਵਿੱਚ ਇਸ ਤਰ੍ਹਾਂ ਦਾ ਮਿਲੇਗਾ। Yeah, exactly. ਔਰ ਉਹ ਵੀ ਇਦਾਂ ਮੰਨਤ ਜੀ ਨੇ ਮੈਨੂੰ ਕਿਹਾ ਕਿ ਇਦਾਂ ਤੁਹਾਡਾ ਕਾਲ ਆਇਆ ਹੋਇਆ ਇਹ ਉਹ, ਤੇ ਆਪਾਂ ਜਾਣਾ ਵਾ। ਹਾਂਜੀ। ਆਪਾਂ ਸੀਗੇ ਪੀਟੀਸੀ ਅਵਾਰਡਸ। ਇੱਧਰ ਜਾਣਾ ਪਾ, ਇੱਧਰ ਅੰਦਰ। ਰਾਈਟ ਨਾ? ਹਾਂਜੀ, ਤੇ ਵਾਈਟ ਗੱਡੀ ਜਾ ਰਹੀ ਹੈ ਜੀ। ਤੇ ਉਹਨਾਂ ਨੇ ਕਿਹਾ ਕਿ ਆਪਾਂ ਪ੍ਰੀਮੀਅਰ ਤੇ ਜਾਣਾ। ਮੈਂ ਕਿਹਾ ਸੌਰਟਡ ਹੈ ਜੀ। ਓਕੇ। ਤੇ ਆਪਾਂ ਗਏ, ਔਰ ਮੈਨੂੰ ਜੈਨੂਇਨਲੀ ਲਾਸਟ ਮੂਵੀ ਜਿਹੜੀ ਮੈਂ ਥੀਏਟਰ ਦੇ ਵਿੱਚ ਦੇਖੀ 6 ਇੰਚ ਸੀਗੀ, ਔਰ ਜੈਨੂਇਨਲੀ ਵੱਡੀਆਂ ਮੂਵੀਜ਼ ਵੱਡੇ ਨਾਮਾਂ ਦੇ ਅੱਗੇ, ਠੀਕ ਹੈ, ਇੱਕ ਅੱਛਾ ਐਕਟਰ ਆਣਾ, ਯੈਸ, ਔਰ ਉਹ ਵੀ ਅੱਛੀ ਕਲੈਕਸ਼ਨ ਕਰਨਾ ਬਹੁਤ ਵੱਡੀ ਗੱਲ ਹੈ। that was very big. ਤੇ ਸਭ ਤੋਂ ਵੱਡੀ ਗੱਲ ਓਵਰਸੀਜ਼ ਬਹੁਤ ਸੋਹਣੀ ਚੱਲੀ, ਬਹੁਤ ਜ਼ਿਆਦਾ। yeah, we were very happy. ਮੈਂ ਮੰਗਵਾਣਾ ਜੀ। Thank you. I just want a cappuccino. ਓਕੇ ਭਾਜੀ, ਇੱਕ ਕੈਪੂਚੀਨੋ। ਤੁਸੀਂ ਕੁਝ ਲਓਗੇ? ਭਾਜੀ 2 ਕੈਪੂਚੀਨੋ। There we go. ਤੇ ਉਹ ਮੂਵੀ ਲਈ ਸਭ ਤੋਂ ਪਹਿਲੇ ਤੁਹਾਨੂੰ ਥੈਂਕਸ ਕਿ ਤੁਸੀਂ ਪੰਜਾਬੀ ਸਿਨੇਮਾ ਨੂੰ ਮੂਵੀ ਦਿੱਤੀ। Thank you. ਤੇ ਮੈਂ ਇੱਕ ਪੁੱਛਣਾ ਚਾਹੂੰਗਾ, ਜਿਹੜੀ ਹਾਏ ਨੀ ਮੇਰੀ ਮੋਟੋ, ਉਹ ਕਦੋਂ ਆ ਰਹੀ ਹੈ? God, ਉਹਦਾ ਤਾਂ ਪੁੱਛੋ ਨਾ ਹੁਣ। I think it will be, ਪਹਿਲਾਂ ਸੋਚ ਰਹੇ ਸੀਗੇ towards the end of this year, but now I think it will be early next year. Early, yeah, ਜੋ ਮੈਨੂੰ ਲੱਗ ਰਿਹਾ, because ਉਹਦਾ ਕੁਛ ਕੰਮ ਬਾਕੀ ਹੈ which ਅਸੀਂ ਅਗਸਤ ਤੋਂ ਪਹਿਲਾਂ ਨਹੀਂ ਕਰ ਸਕਦੇ। ਪੋਸਟ ਨਹੀਂ, ਪੋਸਟ ਨਹੀਂ, ਉਹਦਾ ਕੁਛ ਪੈਚਵਰਕ ਆ ਗਿਆ ਹੈ, ਜੋ ਕਾਫੀ ਟਾਈਮ ਤੋਂ ਪੈਂਡਿੰਗ ਹੈ। ਐਂਡ ਸਾਡੇ ਤੋਂ ਮਤਲਬ ਆਰਟਿਸਟ ਹੈਵ ਬੀਨ ਸੋ ਬਿਜ਼ੀ that ਸਾਡੇ ਤੋਂ ਆਰਟਿਸਟ ਹੀ ਨਹੀਂ ਹਜੇ ਇਕੱਠੇ ਹੋਏ, like in terms of getting them all together, giving the same dates. ਹੁਣ ਗੁਰਨਾਮ is in the movie as well, so ਉਹ ਅਗਸਤ ਤੱਕ dates ਨਹੀਂ ਦੇ ਸਕਦੇ। ਉਹ ਆਪਣੀ ਮੂਵੀ ਵੀ ਕਰ ਰਹੇ ਕੋਈ ਸ਼ਾਇਦ। yeah, so ਉਹ ਹੁਣ ਉਹ ਸ਼ੂਟ ਕਰਨ ਗਏ। ਮੈਨੂੰ ਕੋਈ ਮੂਵੀ ਵਾਸਤੇ ਆਇਆ ਸੀ ਤੇ ਉਹ ਕਹਿੰਦੇ ਸੀ ਗੁਰਨਾਮ ਉਹਨਾਂ ਦੀ ਮੂਵੀ ਹੈ। so ਹੁਣ ਅਗਸਤ ਨੂੰ ਸਾਨੂੰ ਹੋਪਫੁਲੀ ਡੇਟਸ ਮਿਲ ਜਾਣਗੀਆਂ for that patchwork, ਮੇਰੇ ਬਰਥਡੇ ਮੰਥ ਵਿੱਚ। yeah. happy early birthday. thank you. and like almost 3 ਸਾਲ ਲੱਗ ਗਏ ਉਸ ਮੂਵੀ ਤੇ in totality, yeah, because ਪਹਿਲਾਂ ਮੈਂ 45 kilos gain ਕੀਤਾ, ਉਹਨੂੰ ਹੀ 1 ਸਾਲ ਲੱਗ ਗਿਆ, because it's such a big amount, ਹੈ ਨਾ? yes. So then I was like about 60, and then I became about 105 kilos, 60 kgs ਤੋਂ, yeah, 105 105 ਕਿਲੋ, almost 40 45 ਤੋਂ ਵੀ ਜ਼ਿਆਦਾ। 45, yeah. And then ਹੁਣ ਉਹਦੇ ਤੋਂ I'm coming back to myself, and ਦੁਬਾਰਾ, yeah, ਹੁਣ I mean I'm still not where I want to be. Okay. But obviously it's a process. ਅਸੀਂ ਹੁਣ ਜਿੰਨਾ ਟਾਈਮ ਗੇਨ ਨੂੰ ਕੀਤਾ, ਲਾਈਕ ਲੱਗਿਆ,
and then ਹੁਣ obviously losing ਨੂੰ ਵੀ 2 ਮਹੀਨੇ 'ਚ ਤਾਂ ਹੋ ਨਹੀਂ ਸਕਦਾ, so it's happening. And then now I was like, oh, I don't want to do patchwork like this because I didn't want ਕਿ ਉਹਦੇ ਵਿੱਚ ਮੈਂ ਕੁਝ ਵੀ artificial use ਕਰਾਂ. Like that's the whole point, you know, Okay. movie ਵਿੱਚ I wanted ਕਿ proper ਜੋ ਮੋਟਾਪੇ ਤੇ ਮੂਵੀ ਹੈ ਉਹ ਮੈਂ ਰਿਐਲਿਟੀ ਵਿੱਚ ਉਦਾਂ ਦਾ ਹੀ ਕਿਰਦਾਰ ਉਹੀ ਬਣ ਕਿਉਂਕਿ ਕੇ ਤੁਸੀਂ play ਫੀਲ ਕਰਾਂ। ਕਰ ਪਾਉਂਗੇ Yeah, ਐਜ਼ ਐਨ yeah, ਐਕਟਰ ਮੈਂ ਉਹ yeah. ਚੀਜ਼ ਮੇਰੇ ਫੀਲ ਕੋਲ ਕਰਦਾ ਤੁਰ ਨਹੀਂ ਹੁੰਦਾ ਸੀ, ਮੈਂ ਤਾਂ ਬੈਠੀ ਡਿੱਗ ਜਾਂਦੀ ਸੀ, ਲੈ ਕੁਝ ਲੈਣ I was like ਅੱਛਾ ਉਹ ਫੀਲ ਹੁੰਦਾ ਸੀ ਐਕਚੁਅਲ ਦੇ ਵਿੱਚ yeah, because ਇੰਨਾ weight it's not easy, you know, to carry generally. ਤੁਸੀਂ ਤੁਹਾਡੀ body ਡਾਮਾਡੋਲ definitely ਹੁੰਦੀ ਹੈ, ਹਾਂਜੀ and then even so much ਕਿ ਮੇਰੇ ankles ਵਿੱਚ tissue, like you know, like the fine tissues ਉਹ grip ਹੋ ਗਏ because ਇੰਨਾ ਮਤਲਬ ਭਾਰ ਕਦੇ ਸਹਿਆ ਨਹੀਂ body ਨੇ, so then I had to get like PRP injections ਉਹਨਾਂ ਨੂੰ ਫਿਕਸ ਕਰਨ ਲਈ। ਉਹ ਮੈਂ ਐਕਸਪੈਕਟ ਨਹੀਂ ਕੀਤਾ ਸੀਗਾ because ਮੈਂ ਸਿਰਫ health ਨੂੰ ਲੈ ਕੇ ਸੋਚਿਆ ਸੀਗਾ ਕਿ ਓਕੇ ਯੂ نو ਕੋਈ ਹੈਲਥ ਇਸ਼ੂਜ਼ ਨਾ ਆ ਜਾਣ, ਕੋਲੇਸਟ੍ਰੋਲ XYZ, ਸੋ ਨੈਚੁਰਲੀ ਕੋਲੇਸਟ੍ਰੋਲ ਤਾਂ ਥੋੜਾ ਵਧੀਆ ਹੀ ਸੀਗਾ, ਸੋ ਵਾਸ ਐਕਚੁਅਲ ਕੋਈ ਗੱਲ ਨਹੀਂ, ਇਹ ਤਾਂ ਮੈਨੇਜੇਬਲ ਹੈ, ਯੂ نو ਜ਼ਿਆਦਾ ਹਾਰਮੋਨਲ ਚੇਂਜਸ ਨਾ ਹੁਣ, ਤਾਂ ਕਰਕੇ ਮੈਂ ਟਾਈਮ ਲਾ ਕੇ ਗੇਨ ਕੀਤਾ ਸੀ, ਯੂ نو ਤਾਂ ਕਿ ਮੈਂ ਹੈਲਥੀ ਵੇ 'ਚ ਗੇਨ ਕਰ ਸਕਾਂ। ਹੈਲਥੀ ਤਾਂ ਚਲੋ ਨਹੀਂ ਸੀਗਾ because I was like having ਪਰਾਠਾਸ ਐਵਰੀ ਮਾਰਨਿੰਗ, ਮੇਰਾ ਉਹੀ ਹੁੰਦਾ ਸੀਗਾ ਆਲੂ ਪਨੀਰ ਆਲੂ, ਉਦਾਂ ਇਹ ਸਭ ਲਾਈਕ ਕਰਦੇ ਹੋ ਖਾਣਾ? ਬਹੁਤ ਜ਼ਿਆਦਾ, obviously ਕੌਣ ਨਹੀਂ ਲਾਈਕ ਕਰਦਾ, ਸਾਰੇ ਲਾਈਕ ਕਰਦੇ ਨੇ। ਵੀਰਾ ਜੀ ਦਾ ਡਾਈਟ ਕੌਨਸ਼ੀਅਸ ਹੈ, ਫਿਟਨੈਸ ਫ੍ਰੀਕ ਹੈ। Oh no, he is but he also isn't, like ਜੇ ਮਤਲਬ ਰੋਟੀ ਖਾਣ ਤੇ ਆ ਜਾਣ ਆਪਾਂ ਗਿਣੀ ਦੀਆਂ ਨਹੀਂ ਹੁੰਦੀਆਂ, ਆਪਾਂ just like okay how much do you want, what do you want, yeah, so he has I think ਜਿਹੜੇ ਜਿੰਨੇ ਵੀ ਲੋਕ ਫਿਟਨੈਸ ਵਿੱਚ ਹੁੰਦੇ ਨੇ ਜਾਂ ਤਾਂ ਉਹ ਬਹੁਤ ਜ਼ਿਆਦਾ ਡਿਸਪਲਿਨ ਹੁੰਦੇ ਨੇ ਜਾਂ ਫਿਰ ਉਹ ਜਦੋਂ ਚੀਟ ਕਰਨ ਤੇ ਆ ਜਾਣ ਫਿਰ ਉਹ ਕੁਝ ਨਹੀਂ ਛੱਡਦੇ, ਸੋ ਸ਼ੇਖਰ ਵੀ ਇੱਦਾਂ ਹੀ ਨੇ, ਯੂ نو ਲਾਈਕ ਇਟਸ ਇਜ਼ ਗੁੱਡ, ਇਟਸ ਨਾਈਸ। ਫਿਰ ਮੈਨੂੰ ਐਕਚੁਅਲੀ ਸ਼ੇਖਰ ਮੈਨੂੰ ਬਲੇਮ ਕਰਨ ਲੱਗ ਪਏ, ਕਹਿੰਦੇ ਤੂੰ ਮੈਨੂੰ ਮੋਟਾ ਕੀਤਾ, ਮੈਂ ਤੁਹਾਨੂੰ ਕਿੱਦਾਂ ਕੀਤਾ, ਖਿਲਾਈ ਜਾ ਰਹੇ ਹੋ। ਮੈਂ ਸੁਣਿਆ ਸੀਗਾ ਫੀਮੇਲਸ ਗੇਨ ਕਰਦੀਆਂ, ਯੂ نو ਲਾਈਕ ਵਾਈਫਸ ਗੇਨ ਕਰਦੀਆਂ ਵਿਆਹ ਤੋਂ ਬਾਅਦ, ਪਹਿਲੀ ਵਾਰ ਕਿਸੇ ਹਸਬੈਂਡ ਨੇ ਗੇਨ ਕੀਤਾ ਵਿਆਹ ਤੋਂ ਬਾਅਦ, ਮੈਂ ਕਿਹਾ ਫਿਰ ਨਾ ਖਾਓ, ਇਜ਼ ਲਾਈਕ ਹੁਣ ਆਦਤ ਪੈ ਗਈ ਹੈ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੀ ਲਾਈਫ ਦੀ ਪਹਿਲੀ ਸਟੇਜ ਕਿਹੜੀ ਸੀਗੀ ਜਿੱਥੇ ਤੁਸੀਂ ਪਰਫਾਰਮ ਕੀਤਾ ਹੋਵੇ, ਆਡੀਅנס ਨੂੰ ਫੇਸ ਕੀਤਾ ਹੋਵੇ? ਸਕੂਲ ਆਈ ਗੈਸ, ਉਹੀ ਹਾਂਜੀ, ਆਈ ਥਿੰਕ ਸਾਰਿਆਂ ਲਈ ਉਹੀ ਹੁੰਦਾ ਹੈ ਸਕੂਲ, ਯੂ نو ਲਾਈਕ ਕੋਈ ਜਿੱਦਾਂ ਫੈਸਟੀਵਲ ਹੋ ਗਿਆ ਜਾਂ ਫਿਰ ਜਿੱਦਾਂ ਸਾਡੇ ਵੀ ਬਾਹਰ ਦੀਵਾਲੀ ਸੈਲੀਬ੍ਰੇਟ ਕਰੀਦੀ ਆ, ਸੋ ਉੱਥੇ ਮੈਨੂੰ ਯਾਦ ਹੈ ਮੈਂ ਪਰਫਾਰਮ ਕੀਤਾ ਸੀ ਕੋਈ ਸ਼੍ਰੀ ਦੇਵੀ ਦੇ ਗਾਣੇ ਤੇ, ਮੰਮਾ ਆਏ ਹੋਏ ਸੀਗੇ, ਯਾ ਡਾਂਸ ਪਰਫਾਰਮ ਕੀਤਾ ਸੀਗਾ, ਬਲੂ ਕਲਰ ਦਾ ਲਹਿੰਗਾ, ਇੰਨੀ ਛੋਟੀ ਜਿਹੀ ਸੀ ਮੈਂ, ਬਲੂ ਕਲਰ ਦਾ ਲਹਿੰਗਾ ਪਾਇਆ ਹੋਇਆ ਸੀ, ਆਈ ਸਟਿਲ ਰਿਮੈਂਬਰ, ਮੈਂ ਉਹ ਰੱਖਿਆ ਵੀ ਹੈਗਾ ਜੀ। ਮਤਲਬ ਉਹ ਪੰਜਾਬੀ ਚੀਜ਼ਾਂ ਨਾਲ ਤੁਸੀਂ ਜੁੜੇ ਹੋਏ ਸੀ, ਪੰਜਾਬ ਨਾਲ ਜੁੜੇ ਹੋਏ ਸੀ? ਯੈਸ ਆਈ ਥਿੰਕ ਜਿਹੜੇ ਬਾਹਰਲੇ ਲੋਕ ਹੁੰਦੇ ਨੇ ਉਹ ਕਾਫੀ ਹੱਦ ਤੱਕ, ਯੈਸ ਆਈ ਫੀਲ ਕਿ ਉਹ ਚਾਹੁੰਦੇ ਨਹੀਂ, ਲਾਈਕ ਸਾਡੇ ਪੇਰੈਂਟਸ ਫੋਰ ਐਗਜ਼ਾਮਪਲ, ਉਹਨਾਂ ਦੀ ਜਨਰੇਸ਼ਨ ਚਾਹੁੰਦੀ ਨਹੀਂ ਕਿ ਅਸੀਂ ਪੂਰੇ ਅੰਗਰੇਜ਼ ਬਣ ਜਾਈਏ, ਯੂ نو, ਸੋ ਸਾਨੂੰ ਜ਼ਿਆਦਾ ਜੋੜ ਕੇ ਰੱਖਦੇ ਨੇ, ਯੂ نو ਦੈਟ ਅਸੀਂ ਆਪਣੇ ਰੂਟਸ ਨਾ ਭੁੱਲੀਏ, ਸੋ ਦੈਨ ਵੀ like even me and my sisters ਅਸੀਂ ਹਰ ਸੈਟਰਡੇ ਮਤਲਬ ਮੰਡੇ ਟੂ ਫਰਾਈਡੇ ਇੰਗਲਿਸ਼ ਸਕੂਲ ਹੁੰਦਾ ਸੀ, ਐਂਡ ਦੈਨ ਸੈਟਰਡੇ ਸੰਡੇ ਅਸੀਂ ਗੁਰਦੁਆਰੇ ਜਾਈਦਾ ਸੀ, ਸੋ ਸੈਟਰਡੇਜ਼ ਹੁੰਦਾ ਸੀਗਾ ਫॉर ਲਰਨਿੰਗ ਹਾਊ ਟੂ ਰੀਡ, ਰਾਈਟ ਐਂਡ ਸਪੀਕ ਪੰਜਾਬੀ। ਸੋ ਉਹ ਪ੍ਰੋਪਰ ਬੋਲਦੇ ਸੀ? ਯੈਸ ਬਚਪਨ ਤੋਂ ਹੀ, ਸੋ ਓਬਵੀਅਸਲੀ ਬਿਕਾਜ਼ ਆਪਾਂ ਉੱਥੇ ਰਹਿੰਦੇ ਹਾਂ ਤਾਂ ਇੱਕ ਥੋੜਾ ਜਿਹਾ ਲਹਿਜ਼ੇ ਵਿੱਚ ਕਦੇ ਨਾ ਕਦੇ ਫਰਕ ਆ ਜਾਂਦਾ ਹੈ, which is fine, which is normal. So Saturdays was like reading, writing, speaking, and then Sundays sanu like history, religion, Punjab, you know, ਸਾਰੀਆਂ ਚੀਜ਼ਾਂ ਬਾਰੇ ਦੱਸਿਆ ਜਾਂਦਾ ਸੀਗਾ, yeah, okay, and ਸਾਡੇ gurus, everything, you know, like the background. ਸਾਡੇ ਇੱਥੇ ਵਾਲੇ ਬਾਹਰ ਭੱਜਣ ਨੂੰ ਫਿਰਦੇ ਨੇ, ਉਹ ਸਿੱਖਣ ਨੂੰ ਫਿਰਦੇ ਨੇ, ਬਟ ਜਿਹੜੇ ਇਸ ਚੀਜ਼ ਤੋਂ ਦੂਰ ਬੈਠੇ ਨੇ ਉਹਨਾਂ ਨੂੰ ਵੈਲਿਊ ਹੈ ਇਸ ਚੀਜ਼ ਦੀ, yeah, because ਉਹ ਹੈ ਹੀ ਇੰਨੇ, ਮਤਲਬ ਜਿਹੜੇ ਲਾਈਕ ਸਾਡੇ ਮਮ ਡੈਡ, ਉਹਨਾਂ ਦਾ ਜਿਹੜਾ ਬਚਪਨ ਹੈ ਜਾਂ ਫਿਰ ਐਟਲੀਸਟ, ਚਲੋ ਮੇਰੇ ਮਮ ਤਾਂ ਆਈ ਥਿੰਕ 14 ਸਾਲ ਦੇ ਸੀਗੇ ਜਦੋਂ ਉਹਨਾਂ ਦੀ ਫੈਮਿਲੀ ਉੱਥੇ ਸ਼ਿਫਟ ਹੋਈ, ਡੈਡ 25 ਦੇ ਸੀਗੇ, ਸੋ ਬਾਈ ਦ ਏਜ ਆਫ 25 ਤੁਸੀਂ ਬਣ ਚੁੱਕੇ ਹੋ ਜੋ ਤੁਸੀਂ ਬਣਨਾ ਹੈ, ਯੂ نو ਇਨ ਟਰਮਸ ਆਫ ਤੁਹਾਡਾ ਜਿਹੜਾ ਬੇਸ ਹੁੰਦਾ ਹੈ ਜਾਂ ਨੇਚਰ ਹੁੰਦਾ ਹੈ। ਥੈਂਕ ਯੂ। ਥੈਂਕ ਯੂ। ਸ਼ੂਗਰ I don't want sugar, I'm good, thank you. Brown, ਹਾਂਜੀ, thank you ਭਾਜੀ। So yeah, so ਜਦੋਂ I think dad ਵੀ shift ਹੋਏ ਹੋਣੇ ਆ at the age of 24-25 ਜੀ, ਉਹ obviously ਪੰਜਾਬ ਨੂੰ ਆਪਣੇ ਨਾਲ ਹੀ ਲੈ ਕੇ ਗਏ ਨੇ, you know, ਇੱਥੋਂ, right, so ਫਿਰ ਉਹ ਉਹਨਾਂ ਦੇ ਨਾਲ ਹੀ ਰਿਹਾ, ਅੱਜ ਤੱਕ ਉਹਨਾਂ ਦੇ ਨਾਲ ਹੈ। I'm good, ਨਹੀਂ ਤੁਸੀਂ ਲਓ। ਐਂਡ ਇੱਦਾਂ ਵੀ ਹੁੰਦਾ ਸੀ ਕਿ ਅਸੀਂ ਜਦੋਂ ਘਰੇ ਕਿਉਂਕਿ ਮਮ ਨਾਲ ਅਸੀਂ ਇੰਗਲਿਸ਼ ਵਿੱਚ ਗੱਲ ਕਰ ਲਈਦੀ ਹੁੰਦੀ ਸੀ, ਯੂ نو, ਐਂਡ ਡੈਡ ਇੱਦਾਂ ਕਹਿੰਦੇ ਹੁੰਦੇ ਸੀ,
ਜਦੋਂ ਮੰਮੀ ਨਹੀਂ ਹਟਦੀ ਬੱਚੇ ਕੀ ਕਰਨਗੇ ਘਰੇ ਪੰਜਾਬੀ ਬੋਲਿਆ ਕਰੋ ਘਰੇ ਪੰਜਾਬੀ ਬੋਲਿਆ ਕਰੋ ਯੂ نو ਅੱਛਾ। ਇੰਗਲਿਸ਼ although he is a graduate and he knows English very well but he Okay. wanted ਕਿ ਘਰੇ ਪੰਜਾਬੀ ਬੋਲੋ ਤਾਂ ਕਿ ਤੁਸੀਂ ਫਲੋ ਵਿੱਚ ਰਹੋ ਤੁਹਾਨੂੰ ਗੱਲ ਕਰਨੀ ਆਏ ਪੰਜਾਬੀ ਵਿੱਚ ਪ੍ਰੋਪਰਲੀ ਐਂਡ ਜਿੱਦਾਂ ਸਾਡੇ ਬਾਬਾ ਜੀ ਨੂੰ ਨਹੀਂ ਆਉਂਦੀ ਸੀ ਇੰਗਲਿਸ਼ ਸੋ ਹੀ ਇਜ਼ ਲਾਈਕ ਪ੍ਰੋਪਰ ਕਨਵਰਸੇਸ਼ਨਸ ਕਰੋ ਬਾਬਾ ਜੀ ਦੇ ਨਾਲ ਵਿੱਚ ਤੁਸੀਂ ਕੀ ਆ ਅੰਗਰੇਜ਼ੀ ਦੇ ਵਰਡਸ ਥਰੋ ਕਰੀ ਜਾ ਰਹੇ ਆ ਉਹਨੂੰ ਨਹੀਂ ਸਮਝ ਆਉਂਦੀ ਯੂ نو Right. so then he was like ਕਿ ਪ੍ਰੋਪਰ ਪੰਜਾਬੀ ਸਿੱਖੋ and I was like okay ਠੀਕ ਓਕੇ yeah, which is good because I think ਜੇ ਉਹ ਨਾ ਹੁੰਦਾ ਤਾਂ ਫਿਰ ਮੈਂ ਸ਼ਾਇਦ ਅੱਜ ਇੱਥੇ ਨਾ ਹੁੰਦੀ ਪੰਜਾਬੀ ਸਹੀ। ਸਿਨੇਮਾ ਦਾ ਹਿੱਸਾ ਨਾ ਹੁੰਦੀ ਟਰੂ। yeah ਪਰ ਮੈਂ ਇਸੇ ਤੋਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਕਿ ਤੁਸੀਂ ਜਿੱਦਾਂ ਲੋਕੀ ਇੱਥੋਂ ਇੰਗਲਿਸ਼ ਸਿੱਖ ਕੇ ਬਾਹਰ ਜਾਂਦੇ ਹੋ ਤੁਸੀਂ ਇੰਗਲਿਸ਼ ਸਿੱਖ ਕੇ ਪੰਜਾਬ ਚ ਆ ਗਏ ਤੇ ਜਿੱਦਾਂ ਲੋਕੀ ਚਾਹੁੰਦੇ ਹੋ ਆਪਾਂ ਹਾਲੀਵੁੱਡ ਜਾਈਏ ਇੰਗਲਿਸ਼ ਸਿਨੇਮਾ ਕਰੀਏ yeah ਉਸ ਚੀਜ਼ ਨੂੰ ਪਤਾ ਨਹੀਂ ਸ਼ਾਇਦ ਉਪਲਬਧੀ ਮੰਨਦੇ ਨੇ ਕਿ ਸ਼ਾਇਦ ਉਹ ਜ਼ਿਆਦਾ ਵੱਡਾ ਹੋ ਜਾਂਦਾ ਹੈ, ਜੋ ਮੈਨੂੰ ਨਹੀਂ ਲੱਗਦਾ। I just feel ਕਿ ਜਦੋਂ ਮੈਂ ਸ਼ੁਰੂ ਕੀਤਾ ਹੈ ਆਪਣਾ ਕੰਮ 2010 ਵਿੱਚ ਉਦੋਂ ਓਪਰਚੁਨਿਟੀਜ਼ ਨਹੀਂ ਸੀਗੀਆਂ ਹਾਲੀਵੁੱਡ ਵਿੱਚ ਜਾਣ ਦੀਆਂ ਆਈ ਥਿੰਕ ਉਹ ਹੁਣ ਇੱਕ ਰੀਸੈਂਟ ਚੀਜ਼ ਹੋਈ ਆ ਆਫਟਰ ਇੰਡੀਅਨ ਐਕਟਰਸ ਐਂਡ ਦੈਟ ਟੂ ਪੀਪਲ ਲਾਈਕ ਪ੍ਰਿਯੰਕਾ ਚੋਪੜਾ ਐਂਡ ਯੂ ਜੀ। نو ਉਸ ਤੋਂ ਪਹਿਲਾਂ ਐਸ਼ਵਰਿਆ ਰਾਏ ਵਾਸ ਦ ਫਰਸਟ ਪਰਸਨ ਆਈ ਥਿੰਕ ਜਿਨ੍ਹਾਂ ਨੇ ਕੁਝ ਹਾਲੀਵੁੱਡ ਵਿੱਚ ਕੀਤਾ ਸੀਗਾ ਆਈ ਫੀਲ ਬਟ ਸ਼ੀ ਇਜ਼ ਮਿਸ ਵਰਲਡ ਯੂ نو ਸੋ ਆਈ ਫੀਲ that ਮੈਨੂੰ ਲੱਗਿਆ ਕਿ ਮੈਂ ਇੰਡੀਆ ਜਾ ਕੇ ਇੰਡੀਅਨ ਸਿਨੇਮਾ ਦਾ ਹਿੱਸਾ ਬਣਾਂਗੀ ਇਟ ਵਿਲ ਬੀ ਅ ਲੋਟ ਈਜ਼ੀਅਰ ਫॉर ਮੀ ਦੈਨ ਕਿ ਮੈਂ ਇੱਥੇ ਮੱਥਾ ਮਾਰਾਂ ਟ੍ਰਾਈਂਗ ਟੂ ਡੂ ਇੰਗਲਿਸ਼ ਵਰਕ ਯੂ نو ਓਕੇ। because limit ਮੇਰੀ because I'm ਮੇਰਾ origin Indian ਹੈ and ਉਸ ਟਾਈਮ ਇੰਨੀ acceptance ਨਹੀਂ ਸੀਗੀ ਇੰਡੀਅਨਸ ਦੀ ਹਾਲਾਂਕਿ Afro Caribbean like black people Chinese people ਉਹ ਸਾਰੇ ਕਰਦੇ ਨੇ ਹਾਲੀਵੁੱਡ ਬਟ ਆਪਾਂ ਜ਼ਿਆਦਾ ਇੰਡੀਅਨਸ ਨਹੀਂ ਦੇਖਦੇ ਬਹੁਤ ਘੱਟ ਦੇਖਦੇ ਹਾਂ ਹੁਣ ਹੈ ਹੁਣ ਜਿੱਦਾਂ you know like we've got ਇੱਕ ਮਿੰਡੀ ਕਰਕੇ ਹੈ then there's I think Lily Singh she's doing great you know ਹਾਂਜੀ 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 so many of them Diljit Dosanjh he's global so you know ਰਾਈਟ। ਮੈਂ ਉਹੀ ਪੁੱਛਣਾ Yeah, ਚਾਹੁੰਦਾ ਸੀਗਾ yeah. ਕਿ ਜਿੱਦਾਂ ਤੁਸੀਂ ਤੇ ਦਲਜੀਤ ਭਾਈ ਨੇ ਇਕੱਠਿਆਂ ਕੰਮ ਕੀਤਾ ਹੋਇਆ ਇਹ ਸੇਮ ਗਰੁੱਪ ਹੈ ਉਸ ਟਾਈਮ ਦਾ ਹੀ Yeah. ਬਹੁਤ ਪਹਿਲੇ ਦਾ ਤੇ ਪ੍ਰਾਊਡ ਫੀਲ ਹੁੰਦਾ ਹੈ ਬਹੁਤ ਮੈਟ ਜ਼ਿਆਦਾ। ਗਲਾ ਚ ਪਹੁੰਚ ਗਏ। ਬਹੁਤ ਜ਼ਿਆਦਾ ਐਂਡ ਆਈ ਥਿੰਕ ਸਭ ਤੋਂ ਬਿਊਟੀਫੁਲ ਚੀਜ਼ ਹੈ ਦੈਟ ਹੀ ਇਜ਼ ਉਹਨਾਂ ਨੇ ਪੰਜਾਬੀਅਤ ਐਂਡ ਪੰਜਾਬ ਐਂਡ ਉਹ ਸਰਦਾਰੀ ਆਪਣੇ ਨਾਲ ਲੈ ਕੇ ਜਾ ਰਹੇ Carry ਨੇ ਕੀਤੀ। ਯਾ ਹੀ ਇਜ਼ ਨਾਟ ਕਿ ਲਾਈਕ ਮੈਂ ਮੈਟ ਗਾਲਾ ਆਇਆ ਤਾਂ ਮੈਂ ਇਹਨਾਂ ਵਰਗਾ ਬਣਨਾ ਆ ਯੂ نو ਐਂਡ ਆਈ ਥਿੰਕ ਉਹ ਜੋ ਅਲਫਾਬੈਟ ਲਿਖਿਆ ਹੋਇਆ ਸੀਗਾ ਉਹਨਾਂ ਦੀ ਆਊਟਫਿਟ ਤੇ ਐਂਡ ਗੁਰਮੁਖੀ ਚ ਯੂ نو ਇਟ ਵਾਸ ਜੀ। ਬਿਊਟੀਫੁਲ ਇਟ ਵਾਸ ਇੱਕਦਮ ਗੂਸਬੰਪਸ ਆ ਜਾਂਦੇ ਆ ਦੇਖ ਕਰਕੇ ਓ ਗॉड ਦਿਸ ਇਜ਼ ਸੱਚ ਅ ਬਿਊਟੀਫੁਲ ਥਾਟ ਰਾਈਟ। so yeah very proud I think everybody is very proud I ਬਿਲਕੁਲ। think ਕੋਈ ਵਿਰਲਾ ਹੀ ਹੋਵੇਗਾ ਜੋ ਇੰਨੀ ਜੈਲਸੀ ਕਰਦਾ ਜੋ ਕਹੇਗਾ ਕਿ ਨਹੀਂ ਮੈਂ ਉਹੀ ਕਹਿਣਾ ਹੁਣ ਜਿੱਦਾਂ ਮੈਂ ਕੰਮ ਕੀਤਾ ਸੀ ਨਾ ਹੁਣ ਜਿੱਦਾਂ Yeah. ਮੈਂ ਪਹਿਲਾ ਸ਼ੋਅ ਕਰਦਾ ਪਿਆ ਸੀਗਾ ਪੰਜਾਬੀ ਸ਼ੋਅ ਤੇ ਉਹ ਪੰਜਾਬੀ ਸ਼ੋਅ ਕਰਕੇ ਨਾ ਜਿੱਦਾਂ ਮੇਰੇ ਨਾਲ ਜਿਹੜੀ ਕੋ ਐਕਟਰਸ ਸੀਗੀ ਸਾਡੇ ਹਰਸਿਮਰਨ ਸੀਗੀ ਖਸਮਾਂ ਨੂੰ ਖਾਣੀ ਆਪਾਂ ਕੀਤਾ ਸੀਗਾ ਤੇ ਉਹ ਨਾ ਸੋਹਣਾ ਕੰਮ ਕਰੀ ਜਾਂਦੀ ਪਈ ਹੈ ਹੁਣ ਲਾਈਕ ਹਿੰਦੀ ਸ਼ੋਜ਼ ਹੋ ਗਏ ਹੋਰ ਬਹੁਤ ਸਾਰੀ ਚੀਜ਼ਾਂ ਹੋ ਗਈਆਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਮੈਨੂੰ ਫੋਨ ਕਰਦਾ ਨਾ ਮੈਂ ਕਿਹਾ ਯਾਰ ਇਦਾਂ ਤਾਂ ਆ ਚੀਜ਼ ਹੋ ਗਈ ਜਿੱਦਾਂ ਹੁਣ ਮੈਂ ਲਾਈਕ ਵੌਇਸ ਆਫ ਪੰਜਾਬ ਲਾਸਟ ਮੈਂ ਹੋਸਟ ਕੀਤਾ ਸੀਗਾ ਜਾਂ ਕੋਈ ਵੀ ਕੰਮ ਕਰਦਾ ਤੇ ਉਹਨੂੰ ਖੁਸ਼ੀ ਹੁੰਦੀ ਹੈ ਮੈਨੂੰ ਕਾਲ ਕਰੇਗੀ ਮੈਂ ਉਹਨੂੰ ਕਾਲ ਕਰਾਂਗਾ ਕਿ ਯਾਰ ਇਦਾਂ ਦਾ ਤੇਰਾ ਲੋਕੀ ਕਹਿੰਦੇ ਨਾ ਕਿ ਉਹ ਨਾਲ ਦਾ ਅੱਗੇ ਵੱਧ ਗਿਆ ਜੈਲਸ ਆਈ ਡੋਨਟ ਥਿੰਕ ਸੋ ਕਿ ਇਹ ਚੀਜ਼ ਲਾਈਫ 'ਚ ਸੋਚੀ ਵੀ ਹੋਏਗੀ ਕਦੀ yeah ਤੇ ਥੋੜਾ ਐਕਟਿੰਗ ਕਰਨ ਦਾ ਡਿਸੀਜਨ ਜਿਹੜਾ ਸੀਗਾ ਉਹ ਆਪਦਾ ਸੀਗਾ yeah ਜਿਹੜੀ ਸਟੱਡੀ ਕਰਨੀ ਸੀਗੀ। yes I think so ਮੈਨੂੰ ਇਦਾਂ ਦੇ ਸਬਜੈਕਟਸ ਬਹੁਤ ਪਸੰਦ ਸੀ ਬਚਪਨ ਤੋਂ ਹੀ ਲਾਈਕ ਉਹ ਲਿਟਰੇਚਰ ਹੋ ਜਾਵੇ ਇੰਗਲਿਸ਼ ਲਿਟਰੇਚਰ ਦੈਨ ਡਰਾਮਾ ਸਾਈਕੋਲੋਜੀ ਫਿਲਾਸਫੀ ਮੈਨੂੰ ਇਦਾਂ ਦੇ ਹੀ ਸਬਜੈਕਟਸ ਵਧੀਆ ਲੱਗਦੇ ਸੀਗੇ ਮੈਨੂੰ ਕੋਈ ਲਾਈਕ ਸਾਇੰਸ ਐਂਡ ਮੈਥਸ ਅੱਗੇ ਕਰ ਦੇਵੇ I was like oh god ਨਹੀਂ ਪਲੀਜ਼ ਨਹੀਂ ਮੈਨੂੰ ਆਰਟ ਦੇ ਦਿਓ ਕੁਝ ਕ੍ਰੀਏਟਿਵ ਦੇ ਦਿਓ so yeah ਮੇਰਾ ਦਿਮਾਗ ਮੇ ਵੀ ਕਹਿੰਦੇ ਨੇ ਨਾ people who are left handed which I am they more ਉਹਨਾਂ ਦਾ ਕੁਝ brain side alag hi chalda hai so more creative chalda hai so maybe like I'm happier doing that like I'm happier doing sketches and you know like anything to do with art sketch ਕਰਨ ਦਾ ਤੁਹਾਨੂੰ ਸ਼ੌਂਕ ਹੈ? yeah but ਮੈਂ ਉਹ ਨਹੀਂ ਕਰ ਸਕਦੀ ਜਦੋਂ ਮੈਂ ਕਿਸੇ ਦੀ try ਨਹੀਂ ਕੀਤਾ actually same ਕਾਪੀ ਕਰਨਾ like I've not tried ਮੈਂ mandala art ਕਰਦੀ ਹਾਂ mandala art is it's ਕਿੱਥੇ ਮੈਂ ਤੁਹਾਨੂੰ ਫੋਨ ਤੇ ਦਿਖਾਉਣੀ ਆ it's basically a Buddhist it's a spiritual form of art and Buddhist monks ਕਰਦੇ ਨੇ ਉਹ ਤਾਂ ਬਹੁਤ ਮਤਲਬ ਬਹੁਤ ਜ਼ਿਆਦਾ ਵੱਡੀਆਂ ਪੇਂਟਿੰਗਸ ਬਣਾਉਂਦੇ ਮੈਂ ਤਾਂ ਹਜੇ ਇਨਾ ਛੋਟਾ ਜਿਹਾ ਕੁਝ ਬਣਾਇਆ ਹੋਇਆ ਹੈ and it's basically very intricate circular ਹੁੰਦਾ ਹੈ ਮੈਂ ਤੁਹਾਨੂੰ ਦਿਖਾਈ ਦਿੰਦੀ ਹਾਂ ਤੁਹਾਨੂੰ ਸਮਝ ਆ ਜਾਏਗੀ it's ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਜਦੋਂ ਕਿਹਾ ਸੀਗਾ ਜਦੋਂ ਐਜ਼ ਅ ਇੰਡੀਅਨ ਤੁਸੀਂ ਕਦੀ ਇੰਡੀਅਨਸ ਨੂੰ ਬੁਲੀ ਕਰਦੇ ਨੇ ਜਿੱਦਾਂ ਤੁਸੀਂ ਬੱਚੇ ਸੀਗੇ ਛੋਟੇ ਹੁੰਦੇ ਪੜ੍ਹਦੇ ਸੀਗੇ ਇਹ ਚੀਜ਼ ਕਦੀ ਫੇਸ ਹੋਈ ਉੱਥੇ see people ਕੋਸ਼ਿਸ਼ ਤਾਂ ਕਰਦੇ ਨੇ ਪਰ ਆਪਾਂ ਨਹੀਂ ਹੁੰਦੇ ਆਰਟਿਸਟ ਤਾਂ ਬਿਲਕੁਲ ਹੀ ਨਹੀਂ ਹੁੰਦਾ yeah seriously ਇਦਾਂ ਦਾ ਹੁੰਦਾ mandala art so it's like just these kind of
Okay. things, you know. I like doing this art. ਇਹ ਬਹੁਤ ਇੰਨਾ intricate ਬਰੀਕੀ ਦੇ ਹੈ ਵਿੱਚ ਤੁਸੀਂ ਕਰ ਲੈਂਦੇ ਹੋ? Yeah, ਕਰ ਲੈਂਦੀ ਹਾਂ ਮੈਂ। ਤੁਸੀਂ ਘਰੇ ਆਓਗੇ ਮੈਂ ਤੁਹਾਨੂੰ ਦਿਖਾਉਂਗੀ। ਇੱਕ ਮੇਰਾ ਪੀਸ ਚੱਲ ਰਿਹਾ ਰਾਈਟ ਨਾਓ, ਉਹਨੂੰ ਖਤਮ ਕਰਨਾ ਹੈ, ਪਰ ਇਹ ਬਹੁਤ ਬਰੀਕ ਬਰੀਕ ਹਾਲੇ ਵੀ ਹੁੰਦਾ ਹੈ। ਕਰਦੇ ਹੋ? ਹਾਂਜੀ ਹਲੇ ਵੀ ਕਰਦੇ ਆ। ਓਕੇ। ਮੇਰੇ ਐਕਚੁਅਲੀ ਪੈਨ ਮੁੱਕੇ ਹੋਏ ਆ, ਮੈਂ ਸ਼ੇਖਰ ਨੂੰ ਕਿਹਾ ਸੀ, ਉਹਨਾਂ ਨੇ ਲਿਖ ਲਿਆ ਕਿ ਆਪ ਪੈਨਸ ਲੈ ਕੇ ਆਉਣੇ ਆ, ਪਰ ਹਜੇ ਆਏ ਨਹੀਂ। ਤੁਹਾਨੂੰ ਮੈਂ ਇੱਕ ਹੋਰ ਸਵਾਲ ਪੁੱਛਦਾ, ਤੁਹਾਨੂੰ ਅਜੀਬ ਜਿਹਾ ਲੱਗੂਗਾ। ਨਹੀਂ ਪੁੱਛੋ, ਇਟਸ ਤੁਸੀਂ ਓਕੇ। ਐਕਟਿੰਗ ਕਰਕੇ ਲਾਈਕ ਫਿਲਮਾਂ ਕਰਕੇ ਰਿਚ ਹੋਏ ਹੋ ਜਾਂ ਪਹਿਲਾਂ ਤੋਂ ਰਿਚ ਸੀਗੇ? ਡਿਫਾਈਨ ਰਿਚ। ਰਿਚ ਮਤਲਬ ਪੈਸੇ ਵੱਲੋਂ। ਸਾਡੇ ਦੇਖੋ ਪਹਿਲੀ ਗੱਲ ਤੇ ਪੰਜਾਬੀ ਬੰਦਾ ਇੱਕੋ ਹੀ ਚੀਜ਼ ਨੂੰ ਪੁੱਛਦਾ ਹੁੰਦਾ, ਪੈਸੇ ਵੱਲੋਂ। ਯਾਰ there's no such word as rich. ਜਦੋਂ ਇਦਾਂ I ਫੀਲ think ਹੋਇਆ ਕਿ ਅੱਜ ਹੁਣ ਇਨਫ ਮਨੀ ਹੈ, ਹੁਣ ਮੈਨੂੰ ਕੋਈ ਚਿੰਤਾ ਨਹੀਂ ਹੈ, ਹੁਣ ਵਾਧੂ ਹੈਗਾ? ਕਦੇ ਵੀ ਇਨਫ ਮਨੀ ਹੋ ਹੀ ਨਹੀਂ ਸਕਦੀ ਕਿਸੇ ਕੋਲ ਵੀ, ਬਿਕਾਜ਼ ਸਾਡੀ ਵੀ ਹਿਊਮਨਸ ਮਤਲਬ ਕਿ ਕੁਝ ਇੱਕ ਵਾਰ ਇੱਕ ਚੀਜ਼ ਲੈ ਲੈਂਦੇ ਆ ਫॉर ਐਗਜ਼ਾਮਪਲ, ਹੈ ਨਾ, ਕੁਝ ਵੀ ਹੋਵੇ, ਉਹ ਗੱਡੀ ਹੋਵੇ ਐਂਡ ਯੂ ਥਿੰਕ ਓਕੇ ਦਿਸ ਇਜ਼ ਦ ਕਾਰ ਆਫ ਮਾਈ ਡ੍ਰੀਮਸ, ਆਈ ਵਾਂਟ ਦਿਸ। ਉਹ ਤੁਹਾਨੂੰ 1 ਸਾਲ 2 ਸਾਲ ਯੂ ਹੈਪੀ ਵਿਦ ਦੈਟ, ਰਾਈਟ? Yes. ਅਗਲੇ ਸਾਲ ਯੂ ਲਾਈਕ ਨੋ ਨਿਊ ਮਾਡਲ ਚਾਹੀਦਾ ਆ, ਇਹ ਤੋਂ ਯੂ نو ਇਹ ਤੋਂ ਬੈਟਰ ਚਾਹੀਦੀ ਆ ਚਾਹੀਦਾ, ਉਹ ਚਾਹੀਦਾ। ਸੋ ਉਹ ਆਈ ਮੀਨ ਜੋ ਤੁਸੀਂ ਪੁੱਛ ਰਹੇ ਹੋ, ਆਈ ਥਿੰਕ ਪੀਪਲ ਹੂ ਆਰ really very too rich, ਉਹਨਾਂ ਲਈ ਵੀ ਇਨਫ ਨਹੀਂ ਹੈ, ਬਿਕਾਜ਼ ਆਪਣੀਆਂ ਜ਼ਰੂਰਤਾਂ ਤੇ ਆਪਣੇ ਡਿਜ਼ਾਇਰਸ ਉਹ ਵੱਧਦੇ ਰਹਿੰਦੇ ਨੇ। True. So yeah, I don't even class myself as rich. I'm always like नहीं हजे बहुत मेहनत करनी है, हजे बहुत पैसा कमाना है, ਹਲੇ ਹੋਣਾ ਰਿਚ। yeah हजे होना है rich। so yeah, ਆਪਾਂ ਵੀਰੇ ਕੋ ਪਹੁੰਚ ਜਾਾਂਗੇ ਅਰਾਊਂਡ 9-10 ਮਿੰਟ ਦੇ ਵਿੱਚ। ਤੇ ਜਦੋਂ ਕੋਈ ਕੈਰੈਕਟਰ ਨਿਭਾਉਂਦੇ ਹੁੰਦੇ ਹੋ, ਕੋਈ ਮੈਂ ਐਜ਼ ਐਨ ਐਕਟਰ ਮੈਨੂੰ ਇਦਾਂ ਦੇ ਕੁਐਸਚਨਸ ਮੇਰੇ ਦਿਮਾਗ 'ਚ ਹੈਗੇ ਨੇ, ਦਿਲ 'ਚ ਹੈਗੇ ਨੇ, ਕਿਉਂਕਿ ਹਾਂ ਸੱਚ ਮੈਂ ਸ਼ੇਖਰ ਵੀਰੇ ਨੂੰ ਜਦ ਕਾਲ ਕੀਤਾ ਸੀਗਾ ਨਾ 6 ਇੰਚ ਵਾਸਤੇ, ਤੁਹਾਨੂੰ ਮੈਂ ਤੁਸੀਂ ਸ਼ਾਇਦ ਸਪੀਕਰ ਤੇ ਸੀਗੇ, ਮੈਂ ਤੁਹਾਨੂੰ ਵੀ ਵਧਾਈਆਂ ਦਿੱਤੀਆਂ ਸੀਗੀਆਂ। yeah ਤੇ ਉਦੋਂ ਮੈਂ ਕਿਹਾ ਸੀ, ਮੈਂ ਕਿਹਾ ਵੀਰੇ ਭਾਬੀ ਨਾ ਪੰਜਾਬ ਦੇ ਅਜੇ ਦੇਵਗਨ ਨੇ ਜੋ ਅੱਖਾਂ ਨਾ ਬੋਲੇ ਨੇ ਫਿਲਮ ਦੇ ਵਿੱਚ, ਐਂਡ ਆਈ ਵਾਸ ਲਾਈਕ ਕਿ ਮੈਨੂੰ ਗੂਜ਼ ਬੰਪਸ ਹੀ ਮੇਰੇ ਹੱਟਦੇ ਪਏ ਸੀਗੇ ਪੂਰੀ ਫਿਲਮ ਦੇ ਵਿੱਚ। thank you, oh god stop, ਮੈਂ ਸੋ ਨਹੀਂ ਪਾਵਾਂਗੀ। ਨਹੀਂ ਜੈਨੂਇਨਲੀ ਮਜ਼ਾ ਆਇਆ, ਔਰ ਮੈਂ ਇਸ ਕਰਕੇ ਕਹਿ ਰਿਹਾ, ਮੈਂ ਇਸ ਚੀਜ਼ ਦੀ ਤਾਰੀਫ ਕਿਉਂ ਕਰਾਂਗਾ, ਆ ਨਹੀਂ ਕਿ ਤੁਸੀਂ ਮੇਰੇ ਨਾਲ ਬੈਠੇ ਹੋ ਜਾਂ ਮੇਰੇ ਭਾਬੀ ਹੋ, ਇਸ ਕਰਕੇ ਨਹੀਂ, ਜੈਨੂਇਨਲੀ ਮਜ਼ਾ ਆਇਆ। ਉਹ ਹੇ ਹੂ ਹੀ ਤੋਂ ਹਟ ਕੇ ਮਜ਼ਾ ਆ ਗਿਆ। Thank you so much. Even I always ਜਦੋਂ ਮੈਂ ਸ਼ੁਰੂਆਤ ਕੀਤੀ ਸੀ ਆਪਣੇ ਕੈਰੀਅਰ ਦੀ, ਐਂਡ ਦੈਨ ਜਦੋਂ ਮੈਂ I became a part of ਪੰਜਾਬੀ ਸਿਨੇਮਾ, ਮੈਂ ਹਮੇਸ਼ਾ ਸੋਚਦੀ ਸੀ ਸਾਡਾ ਵੀ ਸਿਨੇਮਾ ਲਾਈਕ ਹਿੰਦੀ ਸਿਨੇਮਾ ਵਾਂਗੂ ਵੱਡਾ ਹੋਵੇਗਾ, ਸਾਡੇ ਵੀ ਲਾਈਕ ਬਹੁਤ ਸਾਰੇ ਜਾਨਰਸ ਹੋਣਗੇ, ਅਲੱਗ-ਅਲੱਗ ਤਰ੍ਹਾਂ ਦੀਆਂ ਮੂਵੀਜ਼ ਹੋਣਗੀਆਂ, ਬਹੁਤ ਸਾਰੇ ਐਕਟਰਸ ਹੋਣਗੇ। ਸੋ ਆਮ ਰੀਅਲੀ ਹੈਪੀ ਕਿ ਮੈਂ ਉਹ ਜਨਰੇਸ਼ਨ ਵਿੱਚ ਹਾਂ ਜਿਹਨੇ ਸਿਨੇਮਾ ਨੂੰ ਗਰੋ ਹੁੰਦੇ ਹੋਏ ਦੇਖਿਆ, ਤੇ ਯੋਗਦਾਨ ਵੀ ਹੈ ਸਾਡਾ ਕਿ ਚਲੋ ਕੁਝ ਜਿਹਨਾਂ 6 ਇੰਚ ਕਿਉਂ ਨਾ ਹੋਵੇ, ਸਮਥਿੰਗ ਲਾਈਕ ਦੈਟ, ਰੱਬ ਦਾ ਰੇਡੀਓ ਕਿਉਂ ਨਾ ਹੋਵੇ, ਨੀਰੂ ਬਾਜਵਾ, ਦਲਜੀਤ ਭਾਜੀ, ਗਿੱਪੀ ਗਰੇਵਾਲ, ਇਹ 4-5 ਨਾਮ ਉਹ ਨੇ ਜਿਨ੍ਹਾਂ ਨੂੰ ਕੋਈ ਨਹੀਂ ਭੁੱਲ ਸਕਦਾ। ਔਰ ਜਿਨ੍ਹਾਂ ਦਾ ਯੋਗਦਾਨ ਹੈਗਾ। I think Diljit and Neeru are way above me. I really do. I look up to them. I feel that they're just legendary people, you know, even Neeru, what she's done, how she's done it, you know. So I always, ਜਦੋਂ ਮੈਂ ਉਹਨਾਂ ਨਾਲ ਮੂਵੀ ਵੀ ਕੀਤੀ ਸੀਗੀ, ਮੈਨੂੰ ਤਾਂ ਇੰਨਾ ਹੀ ਬਹੁਤ ਚਾਅ ਸੀਗਾ ਕਿ ਮੇਰਾ ਵਿਸ਼ ਸੀ ਐਕਚੁਅਲੀ ਕਿ around about that time I was like God please ਸਰਦਾਰ ਜੀ, ਸਰਦਾਰ ਜੀ ਦੇ ਟਾਈਮ, ਉਦੋਂ ਮੈਂ ਸੋਚਿਆ ਸੀ ਕਿ God ਇੱਕ ਮੂਵੀ ਬਸ ਨੀਰੂ ਨਾ ਹੋ ਜਾਵੇ, ਇੱਕ ਮੂਵੀ ਦਿਲਜੀਤ ਨਾ ਹੋ ਜਾਵੇ, ਫਿਰ ਮਤਲਬ I am satisfied। ਐਂਡ ਦੈਨ ਜਦੋਂ ਮੈਨੂੰ ਮੌਕਾ ਮਿਲਿਆ ਕਿ ਮੈਂ ਦੋਨਾਂ ਨਾਲ ਇੱਕ ਮੂਵੀ ਵਿੱਚ ਕੰਮ ਕਰਨਾ ਆ, ਐਂਡ ਪਹਿਲਾਂ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਨਰਵਸ ਹੋਵਾਂ, ਖੁਸ਼ ਹੋਵਾਂ। ਆਈ ਰਿਮੈਂਬਰ ਮੇਰਾ ਫਰਸਟ ਜਦੋਂ ਸੀਨ ਸੀਗਾ ਦੋਨਾਂ ਨਾਲ ਸੀਗਾ, you know, so it's the 3 of us, right? And ਪਹਿਲਾਂ ਮੈਨੂੰ ਮੈਂ ਡਾਇਲੌਗ ਭੁੱਲੀ ਗਈ because ਮੈਂ ਉਹਨਾਂ ਨੂੰ ਬਸ ਦੇਖੀ ਗਈ ਦੋਨਾਂ ਜਾਣਿਆਂ ਨੂੰ। I was like oh my god ਨੀਰੂ ਬਾਜਵਾ, oh my god ਦਿਲਜੀਤ ਦੋਸਾਂਝ, you know, and then I was like come on get it together। ਇਹਨਾਂ ਨੇ ਸੋਚਣਾ ਕਿੰਨੀ ਅਨਪ੍ਰੋਫੈਸ਼ਨਲ ਐਕਟਰੈਸ ਹੈ, ਫਿਰ ਮੈਂ ਥੋੜਾ ਜਿਹਾ ਸਾਈਡ ਜੇਨ ਹੋ ਕੇ I was like okay ਚਲੋ ਸੀਨ ਪੂਰਾ ਕਰਦੇ ਹਾਂ, ਬਾਅਦ ਵਿੱਚ ਫੈਨ ਮੂਮੈਂਟਸ ਬਾਅਦ ਵਿੱਚ ਕਰਦੇ ਹਾਂ। ਰਾਈਟ, ਇਹ ਚੀਜ਼ ਮੇਰੇ ਨਾਲ ਹੋਈ ਸੀਗੀ ਫੁਰਤੀਲਾ ਵਿੱਚ। ਓਕੇ, ਹੁਣ ਜੱਸੀ ਵੀਰੇ ਦੇ ਗਾਣੇ ਆਪਾਂ ਸੁਣਦੇ ਹੁੰਦੇ ਸੀ, ਜੱਸੀ ਗਿੱਲ ਦੇ, ਜਦੋਂ ਕਾਲਜ ਸਾਡਾ ਖਤਮ ਹੋ ਰਿਹਾ ਸੀ, ਬਾਪੂ ਜ਼ਿਮੀਦਾਰ, ਲੈਂਸਰ ਐਂਡ ਆਲ, ਤੁਸੀਂ ਕੰਪਨੀ ਹਾਂਜੀ ਮਸਾਜਰ ਔਨ ਕਰਨਾ ਸਾਈਡ ਤੋਂ ਕਰ ਲਓ। ਨਹੀਂ ਓਕੇ ਥੈਂਕ ਯੂ ਤੇ ਉਦੋਂ ਨਾ ਵੀਰੇ ਨਾਲ ਮੈਂ ਸੀਨ ਕਰਦਾ ਪਿਆ, ਐਂਡ ਫਸਟ ਟਾਈਮ ਮੈਂ ਸਾਹਮਣੇ ਦੇਖਿਆ, ਪਹਿਲਾਂ ਐਜ਼ ਉਹ ਛੋਟਾ ਬੱਚਾ ਫੈਨ ਜਿਹੜਾ ਉਹਨਾਂ ਦੀ ਚੀਜ਼ਾਂ ਸੁਣਦਾ ਸੀਗਾ, ਤੇ ਅੱਜ ਸਟੇਜ ਆਪਣੀ ਸਕਰੀਨ ਸ਼ੇਅਰ ਕਰ ਰਿਹਾ, ਉਹ 'ਚ ਅਮਾਇਰਾ ਦਸਤੂਰ ਸੀਗੇ ਮੇਰੇ ਨਾਲ ਆਪੋਜ਼ਿਟ, ਤੇ ਅਮਾਇਰਾ ਦਸਤੂਰ ਦਾ ਵੀ ਮੈਂ ਦੇਖਿਆ ਸੀਗਾ, ਉਹ ਰਾਜਮਾ ਚਾਵਲ ਬਹੁਤ ਅੱਛਾ ਕੰਮ ਕਰਦੇ ਨੇ, ਔਰ ਪੰਜਾਬੀ ਉਹਨਾਂ ਦਾ ਪਹਿਲਾ ਕੰਮ ਸੀਗਾ। ਤੇ ਦੈਨ ਮੈਨੂੰ ਆਪਣੀ ਐਕਟਿੰਗ ਟ੍ਰੇਨਿੰਗ ਯਾਦ ਆ ਗਈ। ਸਰ ਵਾਜ਼ ਲਾਈਕ ਇੱਕ ਪੁਆਇੰਟ ਤੇ ਦੇਖਦੇ ਰਹੋ, ਤਰਾਟਕ ਹੁੰਦਾ ਨਾ ਜਿਹੜਾ, ਫੋਕਸ, ਕਿ ਜੇ ਜ਼ੋਨ 'ਚ ਰਹਿਣਾ
ਤੇ ਉਹ ਫੋਕਸ ਕਰਨਾ ਹੈ ਤੇ ਮੈਂ ਉਹ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਕਿ ਮੈਨੂੰ ਫੀਲ ਨਾ ਹੋਵੇ ਕਿ ਮੈਂ ਕਿਸੇ ਸਟਾਰ ਨਾਲ ਖੜਾ, ਮੈਨੂੰ ਇਹ ਫੀਲ ਹੋਵੇ ਮੈਂ ਕਿਸੇ ਐਕਟਰ ਦੇ ਸਾਹਮਣੇ ਖੜਾ ਤੇ ਮੈਂ ਪਰਫਾਰਮ ਕਰਨਾ ਹੈ ਤੇ ਮੈਂ ਉਹ ਕੈਰੈਕਟਰ ਹਾਂ। ਤੇ ਅਮਰਵੀਰਾ ਜਿਹੜੇ ਆਪਣਾ ਵਾਰਨਿੰਗ ਵਾਲੇ ਉਹਨਾਂ ਨੇ ਡਾਇਰੈਕਟ ਕੀਤੀ ਸੀ ਨਾ ਫੁਰਤੀਲਾ। ਓਕੇ ਤੇ ਜਦੋਂ ਸ਼ਾਇਰ ਆਈ ਸੀ ਉਹਦੇ ਨਾਲ ਹੀ ਲੱਗੀ ਹੋਈ ਸੀਗੀ ਫਿਲਮ ਥੀਏਟਰਸ ਦੇ ਵਿੱਚ। ਤੇ ਜਿਵੇਂ ਮੈਂ ਉਹ ਚੀਜ਼ ਪ੍ਰੈਕਟਿਸ ਕਰਦਾ ਕਿ ਇੱਕ ਚੀਜ਼ ਤੇ ਫੋਕਸ ਕਰਕੇ ਤਰਾਟਕ ਕਰਕੇ, ਜਾਂ ਜਿੱਦਾਂ ਮੋਮਬੱਤੀ ਪਈ ਹੁੰਦੀ ਸਾਡੇ ਜਿੱਦਾਂ ਐਕਟਿੰਗ ਸਕੂਲਸ ਦੇ ਵਿੱਚ ਕਰਾਉਂਦੇ ਨੇ, ਉਹ ਜਿਹੜੀ ਲਾਅ ਹੈ ਉਹਦਾ ਇੱਕ ਕਲਰ ਦੇਖਦੇ ਰਹਿਣਾ। ਤੁਸੀਂ ਜ਼ੋਨ ਦੇ ਵਿੱਚ ਰਹਿਣ ਲਈ ਜਾਂ ਉਸ ਕੈਰੈਕਟਰ ਦੇ ਵਿੱਚ ਰਹਿਣ ਲਈ, ਉਹਦੇ ਵਿੱਚ ਹੋਰ ਵੜਨ ਲਈ ਕੀ ਪ੍ਰੈਕਟਿਸ ਕਰਦੇ ਹੋ? ਫੋਰ ਐਗਜ਼ਾਮਪਲ ਕੋਈ ਉਹ ਵੀ ਹੈਗਾ, ਡਿਸਟਰੈਕਸ਼ਨ ਵੀ ਹੈਗੀ ਹੈ, ਉਸ ਤੋਂ ਹਟ ਕੇ ਫੋਕਸਡ ਰਹਿਣ ਲਈ। For me, there's not any ਇਦਾਂ ਦੇ ਕੋਈ ਫਾਰਮੂਲਾਜ਼ ਨਹੀਂ ਮੈਂ ਰੱਖੇ ਹੋਏ, ਜਾਂ ਫਿਰ ਇਦਾਂ ਦੇ ਕੋਈ ਮੈਡੀਟੇਸ਼ਨਲ ਪੁਆਇੰਟਸ ਨਹੀਂ ਰੱਖੇ ਹੋਏ, ਯੂ نو ਆਈ ਜਸਟ ਟਰਾਈ ਕਿ ਮੇਰੇ ਇੱਕ ਐਕਟਿੰਗ ਕੋਚ ਨੇ ਕਿਹਾ ਸੀਗਾ ਕਿ ਐਕਟਿੰਗ ਇਜ਼ ਨਥਿੰਗ ਬਟ ਬੀਇੰਗ ਇਨ ਦ ਮੋਮੈਂਟ 100%, ਐਂਡ ਜੋ ਵੀ ਤੁਸੀਂ ਕਰ ਰਹੇ ਹੋ ਆਪਣੇ ਆਪ ਨੂੰ ਬਸ ਕਨਵਿੰਸ ਕਰ ਲਓ ਕਿ ਇਹੀ ਮੇਰਾ ਇਸ ਪੁਆਇੰਟ ਦਾ ਸੱਚ ਹੈ। ਸੋ ਫਿਰ ਮੈਂ ਉਨੇ 'ਚ ਹੀ ਆਪਣਾ ਮਤਲਬ ਉਹ ਬਣਾ ਕੇ ਰੱਖਿਆ ਹੋਇਆ ਕਿ we have to just be in the moment and be in the moment, and that is what I focus on, being in the moment. But by chance ਕੋਈ distraction ਹੋਵੇ ਉਹ ਤੋਂ ਹਟਣ ਲਈ? Being in the moment. But the distraction would be a moment too, I guess. So let me think. Yeah, like you have to block everything. ਕਦੇ ਕਦੇ ਤੁਸੀਂ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਕੋਰਟ ਹਾਊਸ ਦੀ ਗੱਲ ਕਰ ਲਓ, ਜਿਹੜਾ ਆਪਣਾ ਕੋਰਟ ਰੂਮ ਡਰਾਮਾ ਸੀ, ਉੱਥੇ ਕਿੰਨੇ ਲੋਕ ਬੈਠੇ ਸੀਗੇ ਹੈ ਨਾ, ਐਂਡ ਇਟਸ ਨਾਟ ਈਜ਼ੀ ਸਾਰਿਆਂ ਨੂੰ ਕੰਟਰੋਲ ਜਾਂ ਮੈਨੇਜ ਕਰਨਾ। ਕੋਈ ਨਾ ਕੋਈ ਸੀਨ ਚੱਲ ਰਿਹਾ, ਟੇਕ ਚੱਲ ਰਿਹਾ, ਯੂ ਨੋ ਸਮਬਡੀ ਐਂਡਸ ਅਪ coughing or talking or ਇੱਦਾਂ ਕੁਛ ਹੋ ਜਾਂਦਾ ਹੈ। you have to just block it out, and sometimes it can be intimidating ਜਦੋਂ ਤੁਸੀਂ 50-60 ਲੋਕਾਂ ਦੇ ਸਾਹਮਣੇ, ਜਿਨ੍ਹਾਂ ਨੂੰ ਤੁਸੀਂ ਸਾਰਿਆਂ ਨੂੰ ਪਹਿਲੀ ਵਾਰ ਮਿਲ ਰਹੇ ਹੋ, ਤੁਸੀਂ ਇੱਕ environment ਵਿੱਚ ਪਹਿਲੀ ਵਾਰ ਹੋ, ਉਹਨਾਂ ਦੇ ਸਾਹਮਣੇ ਐਕਟ ਕਰਨਾ ਜਾਂ ਫਿਰ ਆਪਣੇ ਡਾਇਲੌਗਸ ਡਿਲੀਵਰ ਕਰਨੇ ਜਾਂ ਆਪਣੇ ਐਕਸਪ੍ਰੈਸ਼ਨਸ ਦੇਣੇ ਜਾਂ ਰੋਣਾ ਧੋਣਾ ਜਾਂ ਥੱਪੜ ਖਾਣੇ, which was the case for me, you know. You just have to block that and just have to be like ਕਿ ਨਹੀਂ, ਮੈਂ ਬਾਕੀ ਮੈਨੂੰ ਸਜ਼ਾ ਹੋਣ ਵਾਲੀ ਹੈ। ਜੋ ਮੈਂ ਮਤਲਬ 6 ਸੀਟ ਵਿੱਚ ਇਹ ਕਰਦੀ ਸੀਗੀ ਕਿ ਲਾਈਕ ਕਿ ਬਾਕੀ ਮੈਨੂੰ ਫੇਕ ਗੂਜ਼ਬੰਪਸ ਆ ਰਹੇ ਉਹ ਚੀਜ਼ ਯਾਦ ਕਰਕੇ, ਔਰ ਸੱਚੀ ਬਹੁਤ ਮਜ਼ਾ ਆਇਆ ਸੀ। ਮੈਂ ਤੁਹਾਨੂੰ ਹਰਦੀਪ ਗਰੇਵਾਲ, his entire team, even you know the director Gary, ਉਹ ਬਹੁਤ ਸਿਲੈਕਟਿਵ ਕੰਮ ਕਰਦੇ ਨੇ। I think ਉਹਨਾਂ ਦੇ ਹਜੇ 2 or 3 movies ਆਊਟ ਹੋਈਆਂ ਨੇ in totality, but you just know ਕਿ ਜੋ ਵੀ ਕਰਨਗੇ it's gonna be something else for Punjabi cinema, and I think we need more makers like that, you know. True that. Because sometimes ਕੀ ਹੋ ਜਾਂਦਾ ਨਾ, ਪੰਜਾਬੀ ਸਿਨੇਮਾ ਦੇ ਨਾਲ ਸਿਰਫ ਕਾਮੇਡੀ ਐਸੋਸੀਏਟ ਹੁੰਦੀ ਆ, and although comedies are good, ਆਪਾਂ ਲੋਕਾਂ ਨੂੰ ਹਸਾ ਰਹੇ ਹਾਂ, ਇਹ ਚੰਗੀ ਗੱਲ ਹੈ, but then in a way ਉਹੀ ਚੀਜ਼ ਮਜ਼ਾਕ ਬਣ ਜਾਂਦੀ ਆ ਕਿ ਤੁਹਾਨੂੰ ਤਾਂ ਹੋਰ ਕੁਝ ਆਉਂਦਾ ਹੀ ਨਹੀਂ, ਬਸ ਹੀ ਹਾ ਕਰਾਈ ਜਾਓ, ਹਾ ਹੀ ਕਰੀ ਜਾਓ, and that's all you know. So then we feel like ਨਹੀਂ, we have intellectual people, you know, intelligent people ਜੋ ਵਧੀਆ ਸਿਨੇਮਾ ਕ੍ਰੀਏਟ ਕਰ ਸਕਦੇ ਨੇ, ਮੁੱਦੇ ਦੀ ਗੱਲ ਕਰ ਸਕਦੇ ਨੇ, and there are many movies. ਮੇਰੀ ਪਹਿਲੀ ਹੀ ਮੂਵੀ ਹੀ ਇੱਕ ਮੁੱਦਾ ਸੀ, which was farmer suicide, Ekam, right? So I feel ਕਿ sometimes ਆਪਾਂ, because the ratio of comedies in Punjabi cinema ਇੰਨੀ high ਹੈ ratio, that ਕਿ ਬਾਕੀ ਜਿਹੜੀਆਂ ਵਧੀਆ ਮੂਵੀਜ਼ ਆਉਂਦੀਆਂ ਨੇ and their topic ਜਾਂ ਮੁੱਦਾ ਰਿਲੇਟਡ ਹੁੰਦੀਆਂ ਨੇ, ਉਹ ਥੋੜ੍ਹੀਆਂ ਕਿਤੇ ਨਾ ਕਿਤੇ ਸਾਈਡਲਾਈਨ ਹੋ ਜਾਂਦੀਆਂ ਨੇ, because expectation ਹੀ ਉਹ ਹੈ comedy। ਮੈਂ ਇਸ ਚੀਜ਼ ਦਾ ਕਹਾਂ ਕਿ ਮੇਰਾ ਇੱਕ ਯਾਰ ਦੋਸਤ ਹੈ ਗੁਰਕੀਰਤ ਗਰੇਵਾਲ, ਸਾਡੇ ਨਾਲ ਹੀ ਪੜ੍ਹਿਆ ਹੈ। ਓਕੇ। ਮੇਰੀ ਵੀ ਮੂਵੀ ਆਈ ਸੀ ਚਿੜਾ ਵਿਚਾਰਾ ਕੀ ਕਰੇ, ਮਤਲਬ ਉਹ ਨਾ ਕੋਈ ਮਤਲਬ ਲਾਈਕ ਇੱਕ ਪ੍ਰੋਪਰ ਸਟੋਰੀ ਸੀਗੀ ਔਰ ਮੁੱਦੇ ਦੀ ਮੂਵੀ ਸੀ, ਬਟ ਹੀ ਵਾਸ ਲਾਈਕ ਕਿ ਨਵੀਂ ਬਾਕੀ ਸਭ ਤਾਂ ਠੀਕ ਹੈ, ਕਹਿੰਦਾ ਯਾਰ ਹਾਸਾ ਨਹੀਂ ਪੈਂਦਾ ਪਿਆ। ਉਹ ਜਿਹੜੇ ਪ੍ਰੋਪਰ ਪਿੰਡਾਂ ਦਾ ਸੀਗਾ ਨਾ, ਉਹ ਹੈਗਾ ਬੇਸਿਕਲੀ ਪਤਾ ਨਹੀਂ ਕਿਹੜੇ ਪਿੰਡ ਦਾ, ਤੇ ਕਹਿੰਦਾ ਵੀਰੇ ਹਾਸਾ ਨਹੀਂ ਆਇਆ ਕਹਿੰਦਾ ਮੂਵੀ ਦੇ ਵਿੱਚ। ਤੇ ਮੈਂ ਫਿਰ ਨਾ ਥੋੜਾ ਸਰਵੇ ਕੀਤਾ, ਹੁਣ ਜਿੱਦਾਂ ਨਾ ਮੈਂ ਸ਼ੋਜ਼ ਕਿੱਦਾਂ ਕੀਤੇ ਨੇ, ਖਸਮਨ ਖਾਣੀਆਂ ਨਾਲ ਜਿਹੜੇ ਵੀ, ਤੇ ਉਹ ਪਿੰਡਾਂ ਵਗੈਰਾ 'ਚ ਬਹੁਤ ਦੇਖਦੇ ਨੇ ਲੋਕੀ, ਬਹੁਤ ਜ਼ਿਆਦਾ ਪਿਆਰ ਦਿੰਦੇ ਨੇ, ਠੀਕ ਹੈ, ਜਾਂ ਤੇ ਉੱਦਾਂ ਦੇ ਡਰਾਮਾਜ਼ ਨੂੰ ਜਾਂ ਕਾਮੇਡੀ ਨੂੰ। ਤੁਹਾਨੂੰ ਕੀ ਲੱਗਦਾ ਕਿ ਲੋਕਾਂ ਦੀ ਸੋਚ ਹੌਲੀ ਹੌਲੀ ਬਦਲੇਗੀ ਕਿਆ?
ਬਦਲ ਚੁੱਕੀ ਹੈ I mean 6 ਸੀਚ ਵਿੱਚ ਤਾਂ ਅਸੀਂ ਬਿਲਕੁਲ ਵੀ ਨਹੀਂ ਹਸਾ ਪਾਏ ਮਜ਼ਾ ਆ ਗਿਆ ਸੀ ਉਹ ਤਾਂ ਫਿਰ ਵੀ so that's what I'm saying ਕਿ ਜੇ ਇਹ ਸਕਸੈਸਫੁਲ ਨਾ ਹੁੰਦੀ then we would have thought ਕਿ ਪਤਾ ਨਹੀਂ ਯਾਰ ਕਿ ਬਦਲੇਗੀ ਕਿ ਨਹੀਂ ਸੋਚ because ਇੰਨੀ ਸੋਹਣੀ ਮੂਵੀ ਨੂੰ ਜੇ ਐਕਸੈਪਟੈਂਸ ਨਹੀਂ ਮਿਲੀ ਹੈ then ਇਸ ਤੋਂ ਅੱਗੇ ਇਸ ਤੋਂ ਉੱਪਰ ਰਾਈਟ ਨਾਓ ਅਸੀਂ ਕੀ ਕਰ ਸਕਦੇ ਹਾਂ ਕਿ ਅਲੱਗ-ਅਲੱਗ ਜਨਰਸ ਨੂੰ ਐਕਸੈਪਟੈਂਸ ਮਿਲੇ ਸੋ ਆਈ ਥਿੰਕ ਹੁਣ ਬਦਲਾਵ ਆ ਚੁੱਕਾ ਹੈ ਐਂਡ ਆਈ ਆਲਸੋ ਫੀਲ ਬਿਕਾਜ਼ OTT ਨੇ ਨਾ ਬਹੁਤ ਸਾਰੇ ਦਿਮਾਗ ਖੋਲ ਦਿੱਤੇ ਨੇ even in Punjab lockdown the time ਮਜ਼ਾ ਆ ਗਿਆ yes exactly so ਇੰਨਾ ਕੁਛ ਹੁਣ ਇਨਸਾਨ ਦੇਖ ਚੁੱਕਿਆ ਹੈ and ਅਲੱਗ-ਅਲੱਗ ਦੇਖ ਚੁੱਕਿਆ ਹੈ the only thing I don't like I feel ਕਿ in Indian cinema overall violence बहुत ज़्यादा ਵੱਧ ਚੁੱਕਿਆ ਹੈ yeah ਬਹੁਤ ਜ਼ਿਆਦਾ and sometimes I'm just like no I can't ਅਸੀਂ ਕੱਲ ਰਾਤੀ ਇੱਕ ਮੂਵੀ ਦੇਖ ਰਹੇ ਸੀ screenplay was beautiful and ਸਭ ਕੁਛ ਬੋਲਾ बोलो crazy the movie's name's Crazy देखियो ही मैं yes ਕੱਲ ਰਾਤੀ ਦੇਖ ਰਹੀ ਸੀ and I was loving the fact that ਕਿ ਇੱਕ ਗੱਡੀ ਵਿੱਚ ਹੀ ਪੂਰੀ ਉਹਨਾਂ ਨੇ ਮੂਵੀ ਖਤਮ ਕਰ ਦਿੱਤੀ almost right and the character the actor was so phenomenal but at some point ਮੈਨੂੰ ਉਹ ਜਿਹੜਾ ਖੂਨ ਖਰਾਬਾ and you know like I just feel yeah I just get like oh okay ਬਹੁਤ ਹੋ ਗਿਆ and then ਮੈਂ ਸ਼ੇਖਰ ਨੂੰ ਕਹਿ ਰਹੀ ਸੀ ਆ ਸੀਨ ਖਤਮ ਹੋ ਜਾਏਗਾ ਮੈਨੂੰ ਦੱਸਿਓ ਸੀਨ ਖਤਮ ਹੋ ਜਾਏਗਾ ਮੈਨੂੰ ਦੱਸਿਓ you know just gore I don't like gore you know like that ਖੂਨ ਜ਼ਿਆਦਾ ਮੈਨੂੰ ਥੋੜਾ ਜਿਹਾ ਲੱਗਦਾ ਕਿ ਜਮਤਾਰਾ ਦੇਖੀਏ ਮਜ਼ੇਦਾਰ ਹੈ ਕਿ ਨਹੀਂ ਸੈਕਿੰਡ ਪਾਰਟ ਦੇਖ ਲਿਆ ਹਾਂਜੀ ਮੈਂ ਵੀ ਦੇਖ ਲਿਆ ਉਹ ਬਹੁਤ ਵਧੀਆ ਹੈ ਯੈਸ ਬਹੁਤ ਵਧੀਆ ਤੇ ਬਬੀ ਜੇ ਤੁਸੀਂ ਕੋਈ ਇਮੋਸ਼ਨਲ ਇੰਟੈਂਸ ਸੀਨ ਕਰਦੇ ਹੋ ਜਿੱਦਾਂ ਹੁਣ 6 ਸੀਜ ਦੇ ਵਿੱਚ ਹੋਏ ਬਾਡੀ ਚ ਉਸ ਟਾਈਮ ਕੁਝ ਸਟ੍ਰੈਸ ਫੀਲ ਹੁੰਦਾ ਹੈ ਡਿਸਟਰਬ ਹੁੰਨੇ ਹੋ ਲਾਈਕ ਬਾਅਦ ਵੀ ਡਿਸਟਰਬ ਰਹਿੰਦੇ ਹੋ ਘਰ ਆ ਕੇ ਵੀ ਕੁਝ ਇਸ ਤਰ੍ਹਾਂ ਹੁੰਦਾ ਜਾਂ ਸਵਿਚ ਆਫ ਸਵਿਚ ਔਨ ਚੱਲਦਾ ਹੈ ਫਟਾਫਟ ਹੁਣ ਸਵਿਚ ਔਨ ਸਵਿਚ ਆਫ ਹੋ ਗਿਆ ਬਟ ਇਨੀਸ਼ੀਅਲੀ ਜਦੋਂ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਆਲਮੋਸਟ ਅਪ ਅੰਟਿਲ 2017 ਜੀ ਉਦ ਤੱਕ ਮੈਂ ਤਾਂ ਸਵਿਚ ਔਨ ਸਵਿਚ ਆਫ ਨਹੀਂ ਹੁੰਦਾ ਸੀਗਾ ਐਂਡ ਆਈ ਥਿੰਕ ਇਟ ਵਾਸ ਡਿਊਰਿੰਗ ਰੱਬ ਦਾ ਰੇਡੀਓ 2017 ਕਿ ਇੰਨੇ ਇੰਟੈਂਸ ਸੀਨ ਸੀਗੇ ਕਿ ਮੇਰੀ ਫੇਵਰਿਟ ਹੈ ਤੁਹਾਡੀ ਰੱਬ ਦਾ ਰੇਡੀਓ ਤੇ 6 ਸੀਜ ਇਹ ਦੋਨੋਂ ਬਸ ਇਹ ਮਤਲਬ ਬਸ ਮੈਨੂੰ ਸੇ yeah for me as well so then I realized ਕਿ ਹਾਂ ਜਦੋਂ ਅਸੀਂ ਉਹ ਸ਼ੂਟ ਕਰ ਰਹੇ ਸੀਗੇ ਉਹਦੇ ਜਿਹੜੇ ਕ੍ਰਾਈਂਗ ਸੀਨ ਸੀਗੇ ਸੋ ਜਦੋਂ ਅਸੀਂ ਸੀਨ ਖਤਮ ਵੀ ਕਰ ਲੈਂਦੇ ਸੀਗੇ ਮੈਂ ਫਿਰ ਵੀ ਉਸੇ ਜ਼ੋਨ ਵਿੱਚ ਰਹਿੰਦੀ ਸੀ ਰੋਣ ਵਾਲੇ ਜ਼ੋਨ ਵਿੱਚ ਫਿਰ ਮੈਂ ਹੋਟਲ ਜਾਣਾ ਫਿਰ ਮੈਂ ਯੈਸ ਔਨ ਹੋਟਲ ਜਾ ਕੇ ਫਿਰ ਮੈਂ ਰੋਣ ਲੱਗ ਪਣਾ ਗੱਲੀ ਨੇ ਬਿਕਾਜ਼ ਆਈ ਐਮ ਸੋ ਓਵਰਵੈਲਮਡ ਐਂਡ ਦੈਨ ਆਈ ਰੀਅਲਾਈਜ਼ ਕਿ ਮੇਰੇ ਲਈ ਬਹੁਤ ਮੈਂਟਲੀ ਅਨਹੈਲਥੀ ਹੈ ਉਦੋਂ ਮੈਂ ਸੋਚਿਆ ਸੀਗਾ ਕਿ ਨੋ ਮੈਂਡੀ ਯੂ ਹੈਵ ਟੂ ਸਵਿਚ ਔਨ ਸਵਿਚ ਆਫ ਇਹ ਰੀਅਲ ਨਹੀਂ ਹੈਗਾ ਦਿਸ ਇਜ਼ ਯੋਰ ਜੌਬ ਸਟਾਪ ਬੀਇੰਗ ਸੋ affected because this will lead you to depression I don't want to be in that space you know so then फिर उस तो बाद I was conscious कि मैं कुछ भी करा मैंने switch on switch off करना ही पड़ना है so फिर मैं वो practice हौली practice हो गया yeah हुन तो मैं रो के हंस भी पैनी है straight after the scene ਹੈਲੋ ਹਾਂਜੀ ਵੀਰੇ ਆਪਾਂ ਤੁਹਾਡੇ ਜਿਮ ਦੀ ਪਾਰਕਿੰਗ 'ਚ ਆ ਗਏ ਹੋਏ ਆ ਆਪਾਂ ਮੀਨਸ ਮੈਂ ਤੇ ਮੇਰੀ ਟੀਮ ਆਪਾਂ ਚਲੀਏ ਸ਼ੂਟ ਵਾਸਤੇ ਸ਼ੋਰ ਮੈਂ ਆਨਾ ਥੋੜੀ ਸ਼ੂਟ ਵਾਸਤੇ ਨਹੀਂ ਆਪਾਂ ਗੇੜੀ ਮਾਰਨ ਚੱਲਦੇ ਆ ਐਕਚੁਅਲ ਦੇ ਵਿੱਚ ਡਨ ਹੋ ਗਿਆ ਠੀਕ ਹੈ ਚਲੋ ਆ ਜਾਓ ਠੀਕ ਹੈ ਆ ਜਾਓ ਜੀ ਓਕੇ ਜੀ ਭਾਬੀ ਆਪਾਂ ਇਦਾਂ ਕਰਾਂਗੇ ਤੁਸੀਂ ਸੀਟ ਦੇ ਪਿੱਛੇ ਛੁਪ ਜਾਓ ਠੀਕ ਹੈ ਆਪਾਂ ਵੀਰੇ ਨੂੰ ਸਰਪ੍ਰਾਈਜ਼ ਦੇਣਾ ਠੀਕ ਹੈ ਤੁਸੀਂ ਐਂ ਕਰੋ ਡਰਾਈਵਰ ਸੀਟ ਦੇ ਪਿੱਛੇ ਆ ਜਾਓ ਮੈਂ ਤੁਹਾਨੂੰ ਬਾਅਦ ਚ ਅੱਗੇ ਬੁਲਾ ਲੂੰਗਾ ਠੀਕ ਹੈ ਆ ਜਾਓ ਮੋੜ ਕੇ ਆਇਆ ਮੈਂ ਗੱਡੀ 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 ਮੋੜ ਕੇ यस लाओ बेल्ट पे अपन चलिए ये ब्रो ਗੱਡੀ ਦਾ ਇਹ ਕਹਿੰਦੇ ਆ है ना ਨਾਈਸ ਕਾਰ आ पीछे मसाजर भी चल दे साइड पे हां चलाने ਅੱਛਾ ये हो गया बन हो गया देखो ना इंटरव्यू नहीं हैगा ਸਾਡੀ ਗੇੜੀ ਹੈ ਗੱਲਾਂ ਬਾਤਾਂ ਨੇ ਤੁਸੀਂ ਜੋ ਬੋਲਣਾ ਚਾਹੋ ਬੋਲ ਸਕਦੇ ਹੋ ਵਿਆਹ ਤੋਂ ਬਾਅਦ ਖੁਸ਼ ਹੋ ਪਰ ਵੈਰੀ ਨਾਈਸ ਬਹੁਤ ਕੈਂਡ ਆ ਸੌਰਟਡ ਆ ਗੱਡੀ ਕੇ ਵਿਆਹ
ਵਿਆਹ ਸੌਰਟਡ ਹੀ ਹੁੰਦਾ ਹੈ, ਵਿਆਹ ਸੌਰਟਡ ਹੋ ਕੇ ਹੀ ਕਰਾਉਣਾ ਚਾਹੀਦਾ ਹੈ। ਚਲਿਏ ਆਜੋ। बस इतना ही ਸ਼ੇ ਮੈਨ, ਮੈਂ ਸੋਚਿਆ ਮੈਨੂੰ ਫ੍ਰੈਗਰੈਂਸ ਕਿੱਥੋਂ ਆ ਰਹੀ ਹੈ, ਇਹ ਤਾਂ ਜਾਨ ਪਛਾਣੀ ਫ੍ਰੈਗਰੈਂਸ ਹੈ। What do you Hey, mean? sweetie. Hello, but what do you mean? Sorted है? Come Sorted है on, ਕੀ ਹੁੰਦਾ? yeah. ਸੌਰਟਡ ਮਤਲਬ ਕਿ ਲਾਈਫ ਸੌਰਟਡ ਹੈ bro। ਜਦੋਂ ਸਾਡੀ ਕਾਲ ਤੇ ਗੱਲ ਹੁੰਦੀ ਨਾ, Yeah. ਤੁਸੀਂ ਸਪੀਕਰ ਤੇ ਤਾਰੀਫਾਂ ਕਰਦੇ ਹੋ ਸਾਹਮਣੇ ਬਹੁਤ ਸਾਰੀਆਂ। ਹੁਣ ਕੱਲੇ ਤੁਸੀਂ ਇੰਨਾ ਕਿਉਂ ਬੋਲਿਆ? ਓਹੋ ਭਾਬੀ ਪਹਿਲਾਂ ਬੋਲ ਪਏ, ਨਹੀਂ ਤਾਂ ਮੈਂ ਵੀ ਪੁੱਛਣਾ ਸੀਗਾ Yeah. ਕਿ ਜਿਵੇਂ ਕੁੜੀਆਂ ਤੰਗ ਕਰਦੀਆਂ ਉਹ ਤੰਗ ਕਰਦੇ ਨੇ? ਨੋ ਨੋ ਨਹੀਂ ਕਰਦੇ ਬਿਲਕੁਲ ਨਹੀਂ। ਹੁਣ ਤਾਂ ਨਹੀਂ, ਤੁਸੀਂ ਨਹੀਂ। ਬੋਲੋਗੇ ਨਹੀਂ ਭਾਬੀ, ਤੁਸੀਂ ਅਗਰ ਤੁਸੀਂ ਅੱਗੇ ਆ ਜਾਓ ਫਿਰ। No, it's okay. नहीं. No, it's okay. ਕਮ ਫੋਰਵਰਡ ਆਜੋ। Okay, fine. 1 second. एक second. ਆਜੋ ਮੈਂ ਚੁੱਕ ਲੈਣਾ। Okay, thank you. ਆਓ मैं ਪਲੀਜ਼। बैग बाच ले लेनी है पिछों. Thank you. Hello. Hey sweetie। Hey, sweetie. किद्दां? Good। Let's go। चलिए। ਚਲੋ ਚਲੀਏ। Okay। ਹੁਣ sorted ਆ ਆਪਾਂ। Yeah, I'm sorted. Complete sorted। Ask him the questions again. ਹਾਂਜੀ हाँ. ਹੁਣ ਦੱਸੋ ਹੁਣ ਦੱਸੋ. ਹੁਣ ਦੱਸੋ ਤੁਸੀਂ ਆਪਣੀ ਲਵ ਸਟੋਰੀ ਬਾਰੇ। ਤੇ ਆਈ ਡੋਨਟ ਥਿੰਕ ਸੋ ਕਿ ਤੁਸੀਂ ਆਪਣੀ ਸਟੋਰੀ ਕਿਤੇ ਵੀ ਰਿਵੀਲ ਕੀਤੀ ਹੋਈ ਅੱਜ ਤੱਕ। ਨਹੀਂ, ਆਪਾਂ ਆਪਣੀ ਗੱਲ ਹੀ ਨਹੀਂ ਹੋਈ ਯਾਰ। ਕਿੱਥੇ ਮਿਲੇ ਹੋ, ਪ੍ਰਪੋਜ਼ ਪਹਿਲੇ ਕਿੰਨੇ ਕੀਤਾ, ਔਰ ਸਾਰੀਆਂ ਚੀਜ਼ਾਂ। ਤੇ ਸਭ ਤੋਂ ਪਹਿਲੀ ਗੱਲ, ਕਿੰਨੇ ਖੁਸ਼ ਹੋ? ਬਹੁਤ ਜ਼ਿਆਦਾ ਨਰਵਸ ਹੋ ਗਿਆ ਕੰਮ। ਦਿਲੋਂ ਕਿਉਂ ਨਹੀਂ ਆ ਰਿਹਾ? ਦਿਲੋਂ ਆ ਰਿਹਾ ਹੈ, ਬਿਲਕੁਲ ਦਿਲੋਂ ਆ ਰਿਹਾ ਆ ਰਿਹਾ। ਨਰਵਸ ਹੋ ਗਿਆ ਕੰਮ, ਕਿਉਂਕਿ ਏਦਾਂ ਲਾਈਕ ਏਦਾਂ ਕਦੀ ਗੱਲ ਹੋਈ ਨਹੀਂ ਹੈ ਨਾ, ਲਾਈਕ ਜਿੱਦਾਂ ਹੁਣ ਬੈਠੇ ਆ ਇਹ ਆਪਾਂ ਵਿਦਆਊਟ ਲਾਈਕ ਇਨ ਫਰੰਟ ਆਫ ਕੈਮਰਾ, ਕਦੀ ਏਦਾਂ ਦੀ ਗੱਲਾਂ ਹੋਈਆਂ ਨਹੀਂ। ਅਦਰਵਾਈਜ਼ ਤਾਂ ਬਹੁਤ ਗੱਲਾਂ ਹੋਈਆਂ ਏਦਾਂ ਦੀਆਂ, ਯੂ ਨੋ। ਸੋ ਲਾਈਫ ਠੀਕ ਹੈ, ਨਵੀਂ ਘੈਂਟ ਆ, ਵਧੀਆ, ਬਹੁਤ ਵਧੀਆ ਆ। ਔਰ ਮੈਨੂੰ ਬਹੁਤ ਵਧੀਆ ਲੱਗ ਰਿਹਾ ਕਿ ਤੁਸੀਂ ਦੋਨੋਂ ਇਕੱਠੇ ਬੈਠੇ ਹੋ। Thank you. ਮੈਂ ਪ੍ਰੈਕਟੀਕਲੀ ਨਾ ਕਬਾਬ ਦੇ ਵਿੱਚ ਹੱਡੀ ਬੈਠਾ ਹੋਇਆ। It's your first episode. We had to do this. Yeah, and at the same time ਆਪਣੀ ਵੈਸੇ ਵੀ ਆਪਣੀ ਪੈਂਡਿੰਗ ਸੀਗੀ ਨਵੀਂ ਹੈ ਨਾ ਇਹ ਮੀਟਿੰਗ ਆਫਟਰ ਲਾਈਕ ਕਾਫੀ ਟਾਈਮ ਬਾਅਦ ਆਪਾਂ ਮਿਲ ਰਹੇ ਹਾਂ। ਇਟਸ ਆਲਮੋਸਟ ਗੁੱਡ 10-12 ਸਾਲ ਹੈ ਨਾ। 12 ਸਾਲ ਬਾਅਦ ਮਿਲ ਨਹੀਂ ਰਹੇ। ਵਿੱਚ ਮਿਲੇ ਆਪਾਂ ਵਿੱਚ ਵਿੱਚ ਆਪਾਂ ਮਾੜਾ ਪਰ 10-12 ਸਾਲ ਪਹਿਲੇ ਆਪਾਂ ਸ਼ੋਅ ਕੀਤਾ ਸੀ, ਸਭ ਤੋਂ ਪਹਿਲਾਂ ਰਿਐਲਿਟੀ ਸ਼ੋਅ। ਹਾਂ ਯਾ ਉਹ ਦੈਟ ਵਾਸ ਕ੍ਰੇਜ਼ੀ। ਇਹ ਮਿਸਟਰ ਪੰਜਾਬ ਹੈ। ਮੈਂ ਤੁਹਾਨੂੰ ਜ਼ਿਆਦਾ ਟਾਈਮ ਤੋਂ ਜਾਣਦਾ ਭਾਬੀ ਨਾਲੋਂ। Yeah. ਪਰ ਯਾਰ ਥੋੜਾ ਜ਼ਿਆਦਾ ਮੈਨੂੰ ਲੱਗਦਾ ਮੇਰੀ ਨਾ ਘਰੇ ਤੂੰ ਅੱਜ ਹਟਦਾ ਨਹੀਂ ਹੈ ਨਾ, ਯੂ ਗੋਣਾ ਕੁੱਟ ਪਵਾਏਗਾ ਡੈਫੀਨਿਟਲੀ। Yeah, we've Yeah, known bro. each other what 3 years almost, है ना? 3 साल June 3 साल ਹੋ ਗਏ। हाँ जी 3 साल that we've known each other and then just over 1 साल ਵਿਆਹ ਦਾ मतलब February 'ਚ 1 ਸਾਲ ਹੋਇਆ ਸੀ। ਟ੍ਰੈਫਿਕ ਚੋਂ ਨਿਕਲੀ ਹੈ ਪਹਿਲਾਂ ਫਰਸਟ ਹੈ ਨਾ। ਮੀਟਿੰਗ ਕਿੱਥੇ ਹੋਈ ਤੁਹਾਡੀ? You tell me. ਫਰਸਟ ਮੀਟਿੰਗ ਸਾਡੀ ਹੋਈ ਸ਼ਿਮਲਾ ਸ਼ੀ ਵਾਸ ਸ਼ੂਟਿੰਗ, ਆਪਣਾ ਸ਼ੂਟ ਕਰ ਰਹੇ ਸੀਗੇ, ਇਹਨਾਂ ਦੇ ਕੋਈ ਫਿਲਮ ਦਾ ਚੱਲ ਰਿਹਾ ਸੀਗਾ। ਹਾਈ ਨੀ ਮੇਰੀ ਮੋਟੋ। ਹਾਂ ਹਾਈ ਨੀ ਮੇਰੀ ਮੋਟੋ ਫਿਲਮ ਸਾਡੀ 3 ਸਾਲ ਹੋ ਗਏ ਫਿਲਮ ਦਾ ਵੀ ਸ਼ੂਟ ਹੋਏ ਨੂੰ। ਸੋ ਐਨੀ ਹਾਊ ਅਸੀਂ ਉਹ ਸ਼ੂਟ ਤੇ ਮਿਲੇ ਐਂਡ ਮੈਂ ਉੱਥੇ ਸ਼ੂਟ ਤੇ ਆਇਆ ਹੋਇਆ ਸੀਗਾ। ਲਾਈਕ ਆਈ ਵਾਸ ਵਰਕਿੰਗ ਦੈਟ ਟਾਈਮ, ਮੈਂ ਸੈਲੀਬ੍ਰਿਟੀ ਟ੍ਰੇਨਰ ਲਾਈਕ ਫਿਟਨੈਸ ਐਕਸਪਰਟ ਕੰਮ ਕਰ ਰਿਹਾ ਸੀ ਉਸ ਟਾਈਮ ਤੇ ਐਂਡ ਆਈ ਮੈਟ ਹਰ ਦੇਅਰ। ਐਕਚੁਅਲ ਚ ਲਾਈਕ ਇਹਨਾਂ ਨੂੰ ਇਦਾਂ ਸੀਗਾ ਲਾਈਕ ਦੇਖ ਤਾਂ ਮੈਂ ਲਿਆ ਸੀਗਾ ਉੱਥੇ ਕਾਫੀ ਬਾਰ ਦੇਖਿਆ ਸੀਗਾ ਉਹਨਾਂ ਨੂੰ ਲਾਈਕ ਉਹ ਸ਼ੀ ਇਜ਼ ਮੈਂਡੀ ਤੱਕਰ ਹੈ ਨਾ। ਦੈਨ ਦੇਰ ਵਾਸ ਅ ਇੱਕ ਟਾਈਮ ਦਾ ਆਇਆ ਵਿੱਚ ਕਿ ਇਹ ਸ਼ਾਟ ਦੇ ਕੇ ਆਏ ਤੇ ਮੈਂ ਬੈਠਾ ਹੋਇਆ ਸੀਗਾ ਉੱਥੇ ਲਿਵਿੰਗ ਏਰੀਆ ਦੇ ਅੰਦਰ ਤੇ ਸ਼ਾਟ ਦੇ ਕੇ ਉੱਥੇ ਹੀ ਵਾਪਸ ਆਉਣਾ ਸੀਗਾ ਇਹਨਾਂ ਨੇ। ਸੋ ਇਹ ਜਦੋਂ ਆਏ ਉੱਥੇ ਸ਼ੀ ਵਾਸ starving, like she was like ਮੈਨੂੰ ਖਾਣਾ, ਮੈਨੂੰ ਕੁਝ ਦੇ ਦਿਓ, ਮੈਂ ਖਾਣਾ, ਭੁੱਖ ਲੱਗੀ ਹੈ ਲਾਈਕ ਖਾਣਾ ਵੀ ਨਹੀਂ, ਲਾਈਕ ਮੈਨੂੰ ਭੁੱਖ ਲੱਗੀ ਹੈ। I was like ਹੁਣ ਉਹ ਪੂਰੇ ਏਰੀਆ 'ਚ ਮੈਂ ਹੀ ਸੀਗਾ luckily. But I was actually remember grabbing samosa ਉੱਥੇ ਸਮੋਸੇ ਸੀ ਉਸ ਦਿਨ Yeah. shoot ਤੇ Yeah, ਉਦੋਂ ਮੈਂ ਤੁਹਾਨੂੰ ਕਿਹਾ ਸੀਗਾ ਕਿ don't eat that, yeah ਸਮੋਸੇ ਨਾ ਖਾਓ। ਅੱਛਾ ਮਨਾ ਕੀਤਾ ਸੀਗਾ? Yeah. I was like not good. ਕਿਉਂ? ਸਮੋਸੇ bro ਪਰ ਉਹ ਤਾਂ ਕਰਨੀ ਸੀ ਨਾ ਸਿਹਤ ਹੈਵੀ। ਆਹੋ ਹੋ ਗਈ ਸੀ ਆਲਰੇਡੀ। ਸਮੋਸੇ ਦਾ ਸਵਾਦ ਹੁੰਦਾ, ਪੰਜਾਬੀ ਕਿੱਥੇ ਮਨਾ ਕਰਦੇ ਨੇ। ਉਹਨੇ ਭਾਬੀ ਨੂੰ ਕਿਹਾ ਕਿ ਖਾਣ ਪੀਣ ਤੋਂ ਸ਼ੇਖਰ ਵੀਰਾ ਮਨਾ ਨਹੀਂ ਕਰਦਾ। ਹਾਂ ਕਿਉਂਕਿ ਮੈਂ ਵੀ ਫੂਡੀ ਆ ਨਾ। ਅਸੀਂ ਦੋਨੋਂ ਫੂਡੀ ਆ all ਬੇਸਿਕਲੀ। Punjabis are foodies. I think ਬਹੁਤ ਘੱਟ ਹੋਵੇਗਾ ਕੋਈ ਵੀ ਮਤਲਬ ਜਿਹੜਾ ਕਹਿੰਦਾ ਕਿ ਨਹੀਂ ਮੈਨੂੰ ਖਾਣਾ ਨਹੀਂ ਪਸੰਦ ਆ। ਮੈਂ ਜਦੋਂ ਮੁੰਬਈ ਰਹਿੰਦਾ ਸੀ ਨਾ Yeah. ਤੇ ਸਾਰੇ ਕਹਿੰਦੇ ਸੀ ਕਿ ਆਪਾਂ ਆ ਇਦਾਂ ਤੋਲ ਕੇ ਖਾਣਾ, ਇਹਨਾਂ ਚਿਕਨ ਖਾਣਾ, ਇਹ ਖਾਣਾ, ਉਹ ਖਾਣਾ।
ਮੈਂ ਕਿਹਾ ਸਾਨੂੰ ਫਰਕ ਨਹੀਂ ਪੈਂਦਾ, Yeah. ਆਪਾਂ ਸ਼ਾਮੀ ਰਗੜ ਦਿੰਦੇ ਆ ਸਾਰਾ ਦਾ ਸਾਰਾ। ਹਾਂ, ਪੂਰਾ ਦਿਨ ਸ਼ਾਮ ਹੀ diet ਔਖੀ ਹੁੰਦੀ ਹੈ ਕਰਕੇ, ਵੈਸੇ ਹਾਂ। ਆਪਣੇ ਲਈ, ਪਤਾ ਪੂਰਾ ਦਿਨ ਵਧੀਆ ਨਿਕਲ ਜਾਂਦਾ। ਇੱਕ ਚੀਜ਼ ਮੈਨੂੰ ਦੱਸ ਰਹੇ ਸੀਗੇ, ਨਿੱਕਰ ਟੀ-ਸ਼ਰਟ ਵਾਲੀ ਲਵ ਸਟੋਰੀ। ਉਹ ਨਿੱਕਰ ਟੀ-ਸ਼ਰਟ ਵਾਲੀ ਗੇਮ, ਕਿੱਦਾਂ ਤੁਸੀਂ ਮਿਲੇ ਸੀਗੇ? ਓ ਯਾਰ ਭਾਬੀ bro। ਬਹੁਤ ਤਿਆਰ ਹੋ ਕੇ ਕੁਝ ਇਸ ਤਰ੍ਹਾਂ, ਮੈਂ ਗੱਲ, ਮੈਨੂੰ ਫੋਨ ਤੇ ਆਪਣੀ ਗੱਲ ਹੋਈ ਸੀ, ਉਹਦਾ ਦੱਸਿਆ ਸੀਗਾ, ਨੂੰ ਪਰ ਪੂਰੀ ਗੱਲ ਨਹੀਂ ਦੱਸੀ ਸੀਗੀ। ਯਾ ਉਹ ਤੁਹਾਨੂੰ ਦੀਪੇ ਦੱਸਣਗੇ। She can tell better about it. ਕਿਵੇਂ ਦਾ ਲੱਗਾ ਸੀਗਾ ਸਾਡਾ ਭਰਾ ਨਿੱਕਰ ਟੀ-ਸ਼ਰਟ ਦੇ ਵਿੱਚ? See, he's always in a knicker t-shirt. I'm surprised ਕਿ ਅੱਜ ਨਹੀਂ ਪਾਈ ਹੋਈ knicker. lower ਦੇ ਵਿੱਚ। Yeah, ਅੱਜ lower ਚ ਨੇ। ਅੱਜ ਮੈਂ- But I remember that I had said to him ਕਿ ਆਪਾਂ ਮਤਲਬ let's go for a dinner, you know? Dinner or date? Date, ਨਹੀਂ ਇਹਨਾਂ ਨੂੰ dinner, ਮੇਰੇ ਵੱਲੋਂ dinner date ਹੀ ਹੁੰਦੀ ਹੈ। ਇਹਨਾਂ ਨੂੰ ਸਮਝਿਆ ਨਹੀਂ ਆਇਆ ਕਿ ਮੈਂ date ਲਈ ਕਹਿ ਰਹੀ ਹਾਂ। So I was like, let's go for dinner, and then ਮੈਂ obviously ਤਿਆਰ ਹੋ ਕੇ ਆਈ, and Sarji knicker t-shirt. No, he just likes dressing this way, you know, like even casually agar Yeah. gym karan na karan, he's matlab sab to zyada comfortable, he's in this gear, you know, even I am now. Yeah. And then I remember we went somewhere, mujhe laga ki kite aapa restaurant वगैरह जावांगे, and then it was a drive through ki si Baba chicken. नहीं ਉਹ chicken, Oh chicken, oh chicken, ਉਹ yeah. chicken ਦੀ ਐਡ ਹੋ ਗਈ। Yeah. Oh man. So Yeah. yeah, so then he took me to that drive through, ਅਸੀਂ ਗੱਡੀ ਚ ਬੈ ਕੇ ਖਾਦਾ, and then I was like, okay, ਠੀਕ ਹੈ, okay, next time I'll try again. then ਉਸ ਤੋਂ ਬਾਅਦ I think ਆਪਣੀ ਪਹਿਲੀ, I can't say date, but ਪਹਿਲਾ ਆਪਣਾ dinner ਜਿਹੜਾ ਕਿਸੇ ਰੈਸਟੋਰੈਂਟ ਚ ਹੋਵੇਗਾ, ਉਹ ਸੀਗਾ ਉਹ ਜਿਹੜਾ ਰਾਜਸਥਾਨੀ ਪਲੇਸ ਸੀ, ਤੁਸੀਂ ਮੈਨੂੰ ਉੱਥੇ ਲੈ ਕੇ ਗਏ ਸੀ। ਯਾਰ ਉਹਦਾ ਨਾਂ ਕੀ ਹੈ? ਆਪਾਂ ਥੱਲੇ ਬੈ ਕੇ ਖਾਦਾ ਸੀਗਾ, it was beautiful. ਚੌਕੀਦਾਨੀ। Yeah, ਚੌਕੀਦਾਨੀ yeah. ਬਹੁਤ ਵਧੀਆ food ਹੈ, Yeah. ਬਹੁਤ ਮੇਰਾ ਵਧੀਆ। I swear ਦੀ ਮੈਂ ਡਾਈਟ ਇਸ ਟਾਈਮ ਦਾ ਨਾ ਹੁੰਦਾ। ਚਲਿਏ ਫਿਰ ਚਲੋ 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 ਉੱਧਰ ਪਾ ਲਓ। ਕਰ ਦਈਏ cheat meal। ਇੰਟਰਵਿਊ ਨਹੀਂ ਹੈਗਾ, ਆਪਣਾ ਕਰ ਦਈਏ। ਘੁੰਮਣਾ ਫਿਰਨਾ। ਤੁਹਾਡਾ ਮਨ ਕਰੇ ਚੁੱਪ ਓਹੋ। ਕਰਕੇ ਬੈਠ ਜਾਓ, ਸੋਣਾ ਸੋ ਜਾਓ। ਆਹੋ ਮਤਲਬ ਉਹ ਵੀ ਚੱਲ ਜਾਣਾ ਹੈ। ਮੈਂ ਉਹ ਨਹੀਂ ਕਰਨਾ 2 ਚੇਅਰ ਲਾ ਕੇ ਪੌੜ। ਚਲਿਏ ਫਿਰ। ਨੋ ਯੈਸ, ਜੋ ਖਿੱਚ ਤੁਹਾਡਾ ਲਈਏ। ਮਨ ਕਰਦਾ। But then cheat meal ਹੋ ਜਾਣਾ, ਪਤਾ ਨਹੀਂ ਮੈਂ ਕੋਈ ਗੱਲ ਨਹੀਂ, ਅੱਜ ਕਿਉਂ ਫਿਰ ਦੇਖੀ ਜਾਏਗੀ। ਪਰ ਖਾ ਲੈਂਦੇ ਆ, ਕੋਈ ਨਹੀਂ, ਮੈਂ ਹੁਣੇ ਵਧੀਆ ਵਰਕਆਊਟ ਮਾਰ ਕੇ ਮੈਂ ਨਹੀਂ ਕੀਤਾ ਖਾ ਅੱਜ। ਲੈਂਦਾ। ਮੈਨੂੰ ਤਾਂ ਤੁਸੀਂ ਆ ਕੇ ਕਰ ਲਿਓ, ਉਹ ਜ਼ਿਆਦਾ ਵਧੀਆ। ਸਾਡੀ ਲਵ ਸਟੋਰੀ ਬੋਡੀ ਦੇ ਅੰਦਰ ਕੈਲਰੀਜ਼ ਨੂੰ ਫਿਰ ਕਰ ਦੇਣਾ ਤੁਸੀਂ ਬਰਨ। Yeah. ਕੰਮ ਹੋ Okay. ਗਿਆ ਡਨ। Okay, ਠੀਕ ਹੈ। Done? How far is it? Very good. It is ਲੱਗ ਜੂਗਾ ਆਪਾਂ ਨੂੰ 40-45 ਮਿੰਟਸ I Oh think so. gosh, that's going to be far. ਹੈ ਨਾ? ਤੇ ਵੀਰੇ ਜਦੋਂ ਹਨੀਮੂਨ ਤੇ ਗਏ ਸੀਗੇ, ਪਹਿਲੇ ਤੇ ਕਿੱਥੇ ਗਏ ਸੀਗੇ? ਅਸੀਂ We ਹਨੀਮੂਨ ਨਹੀਂ haven't, ਗਏ, ਹਾਂ ਅਸੀਂ, ਹਾਂ ਅਸੀਂ ਹੁਣ ਤੱਕ ਨਹੀਂ ਗਏ ਹਨੀਮੂਨ ਤੇ। ਆ ਕਿਉਂ? ਅਸੀਂ ਜਾਣਾ ਹੈ ਕਿਉਂਕਿ ਅਜੇ। ਅਸੀਂ ਸਟਕ ਹੀ ਹੋ ਗਏ ਬਹੁਤ ਵਿਆਹ ਜ਼ਿਆਦਾ। ਤੋਂ ਬਾਅਦ ਪਹਿਲੇ ਦਿਨ ਜਾਂ ਦੂਸਰੇ ਦਿਨ ਜਿਮ ਸਕਿਪ ਕੀਤਾ ਸੀ ਕਿ ਉਸ ਦਿਨ ਵੀ ਵਰਕਆਊਟ ਕੀਤਾ ਸੀ? ਨਹੀਂ ਐਕਚੁਅਲ ਚ ਉਹ ਯਾਰ ਬ్రో, ਦੱਸੋ। ਮੈਂ ਜਦੋਂ ਆਪਾਂ ਪਾਠ ਨਹੀਂ ਰਖਾਏ ਦਿੱਪੇ Yeah. ਉੱਥੇ ਆਪਣੇ Yeah. ਬਾਬਾ ਜੀ ਦੇ Yeah, ਅੰਮ੍ਰਿਤਸਰ, yeah. ਉਦੋਂ ਜਦੋਂ ਰਖਾਇਆ ਸੀ ਉਦੋਂ ਆਪਣੇ ਵਿਆਹ ਨੂੰ ਆਪਣਾ Beginning ਹੋ ਰਹੀ ਸੀ, like week ਪਿਆ of the- ਸੀਗਾ, ਹਾਂ। Yeah. ਤਾਂ ਉਦੋਂ ਮੈਂ ਵਰਕਆਊਟ ਨਾ ਉੱਥੇ, ਮੇਰੇ ਜੀਜੂ ਆਪਣੇ ਉੱਥੇ ਰਹਿੰਦੇ ਆ, ਮੇਰੇ ਸਿਸਟਰ ਉਹ ਅੰਮ੍ਰਿਤਸਰ ਰਹਿੰਦੇ ਆ ਹਨਾ। ਓਕੇ। ਤਾਂ ਮੈਂ ਉਹਨਾਂ ਨੂੰ ਗਿਆ, ਮੈਂ ਕਿਹਾ ਯਾਰ ਮੈਂ ਕਿਹਾ ਜੀਜੂ ਜਿਮ ਦਾ ਦੱਸੋ ਕਿ ਨੇੜੇ ਤੇੜੇ ਮੈਂ ਵਰਕਆਊਟ ਇੱਕ ਦਿਨ ਕਰਾਂ। ਬਾਅਦ ਬਾਅਦ ਨਹੀਂ, During ਪਹਿਲਾਂ ਸਾਡੇ ਤਾਂ ਮੇਰਾ ਵਰਕਆਊਟ ਚੱਲਦਾ ਰਿਹਾ 3 ਦਿਨ ਮੈਂ ਉੱਥੇ। ਤੇ ਜਦੋਂ ਮੈਂ ਫਿਰ ਵਿਲਾ ਆ ਗਿਆ ਜਿਹੜਾ ਅਸੀਂ ਉਸ ਟਾਈਮ ਤੇ ਬੁੱਕ ਕੀਤਾ ਹੋਇਆ ਸੀ, ਉੱਥੇ ਵੀ ਵਰਕਆਊਟ ਤਾਂ ਚੱਲ ਹੀ ਰਿਹਾ। ਵਰਕਆਊਟ ਵੈਸੇ ਹੀ ਬਹੁਤ ਹੋ ਜਾਂਦਾ ਯਾਰ ਬੰਦੇ ਦਾ ਜਦੋਂ ਵਿਆਹ ਹੁੰਦਾ ਹੈ, Yeah. ਬੰਦਾ ਭੱਜ ਰਿਹਾ ਇੱਧਰ ਉੱਧਰ ਜਾ ਰਿਹਾ, ਮੈਂ ਕੀ ਕਰ ਰਿਹਾ, ਇੱਧਰ ਉਹਨੂੰ ਫਲਾਣਾ ਏਦਾਂ, ਉਹ ਦੂਜੇ ਵਾਲਾ ਰੂਮ 'ਚ ਹੈਗਾ ਆ, ਉਹ ਫਲਾਣਾ ਰੂਮ 'ਚ ਪੈ ਗਿਆ, ਅੱਛਾ ਉਹਨਾਂ ਦਾ ਸੌਣ ਦਾ ਇੰਤਜ਼ਾਮ ਹੋ ਗਿਆ। ਮੈਂ ਲਿਟਰਲੀ ਟਰਸਟ ਮੀ ਨਵੀ, ਇੰਨਾ ਜ਼ਿਆਦਾ ਅਸੀਂ ਦੋਨੋਂ ਕਾਈਂਡ ਆਫ ਨਾ, ਮਤਲਬ ਅਸੀਂ ਇਹ ਵਿਆਹ ਜਦੋਂ ਅਸੀਂ ਦੋਨੋਂ ਹੀ ਸੀਗੇ ਕਿ we were heading everything. yeah And also, planning, executing everything ਅਸੀਂ ਆਪਣੇ ਆਪ। we had a wedding planner. We had obviously, see, ਮੇਰੀ family ਸਾਰੀ ਬਾਹਰੋਂ ਆਈ ਸੀ ਨਾ, and ਉਹਨਾਂ ਦੇ ਆਉਣ ਤੋਂ ਪਹਿਲਾਂ I had to have a lot of things sorted, right? And ਇਹਨਾਂ ਵੱਲੋਂ ਵੀ I think Shekhar just took the lead. I think everybody was ਥੋੜਾ ਜਿਹਾ overwhelmed ਕਹਿ ਲੋ ਜਾਂ ਥੋੜੇ confused ਕਹਿ ਲੋ ਆਪਣੇ ਜਦ you know ਆਪਣੀ family in a way. And then ਅਸੀਂ realize ਨਹੀਂ ਕੀਤਾ, ਅਸੀਂ ਕਹੀ ਗਏ ਸੀ ਕਿ ਉਹ small wedding ਕਰਾਂਗੇ ਪਰ ਅਸੀਂ 12-14 ਦਿਨ
दिन ਵਿਆਹ ਹੀ ਕਰਾਏ ਗਏ ਮਤਲਬ ਹਰ ਇੱਕ ਚੀਜ਼ ਫੰਕਸ਼ਨ ਹੀ ਬਣ ਗਈ 14 ਦਿਨ ਵਿਆਹ ਹੀ ਕਰਾਏ ਸੀਰੀਅਸਲੀ ਉਹੀ ਹੋਈ ਗਿਆ ਨਾ ਅਸੀਂ ਲਾਈਕ ਸੌਰੀ ਟੂ ਕੱਟ ਯੂ देयर ਬਟ ਵੀ ਹੈਡ ਲਾਈਕ ਜਿਹੜੀ ਆਪਣੀ ਹਲਦੀ ਹੁੰਦੀ ਆ ਉਹ ਉਹਦੇ ਤੇ ਇੱਕ ਦਿਨ ਮਹਿੰਦੀ ਦਾ ਉਹਦੇ ਤੇ ਇੱਕ ਦਿਨ ਜਾਗੋ ਉਹਦੇ ਤੇ ਇੱਕ ਦਿਨ ਫਿਰ ਅਸੀਂ ਸਿੱਖ ਵੈਡਿੰਗ ਕੀਤੀ that was one day then we did hindi yes hindu wedding ਕੀਤੀ that was yes 14 ਨੂੰ and then followed by reception but before that we had so many functions because Hinduism Sikhism ਅਸੀਂ ਸਾਰਾ ਕੁਝ ਕੰਬਾਈਨ ਕਰ ਲਿਆ ਕਿ ਇਹਨਾਂ ਦਾ ਵੀ ਕੁਝ ਨਾ ਰਹੇ ਤੇ ਮੇਰਾ ਵੀ ਕੁਝ ਨਾ ਰਹੇ ਸੋ ਦੋਨੋਂ ਹੀ ਸਾਰੇ ਇਕੱਠੇ ਕਰ ਲਏ you know ਅਸੀਂ ਵੈਲੈਂਟਾਈਨ ਵੀਕ ਪਤਾ ਕੀ ਹੈ yeah ਸਾਨੂੰ ਨਾ ਜਿੱਦਾਂ ਅਸੀਂ ਦੋ ਸੈਰੇਮਨੀਜ਼ ਕੀਤੀਆਂ ਹਨਾ ਔਰ ਇਹ ਕੋਈ ਮੈਂਡੇਟਰੀ ਨਹੀਂ ਸੀਗਾ ਲਾਈਕ ਕਿ ਨਹੀਂ ਜੀ ਹਿੰਦੂ ਵੈਡਿੰਗ ਹੋਣੀ ਚਾਹੀਦੀ ਹੈ ਉਦਾਂ ਵੀ ਕਰਾਣਾ ਹੈ ਹਨਾ ਲਾਈਕ ਇਦਾਂ ਦੀ ਕੋਈ ਮੈਂਡੇਟਰੀ ਚੀਜ਼ ਨਹੀਂ ਸੀਗੀ ਕਿ ਜਾਂ ਫੈਮਿਲੀ ਆ ਕਿ ਇੱਧਰ ਆਪਣੇ ਬੈਕ ਫੈਮਿਲੀ ਆਪਣੇ ਇੱਧਰ ਕਹਿ ਰਹੇ ਕਿ ਨਹੀਂ ਆਪਾਂ ਤਾਂ ਆਨੰਦ ਕਾਰਜ ਤਾਂ ਸਾਨੂੰ ਅਸੀਂ ਨਹੀਂ ਉਹ ਤਾਂ ਫਾਰਮੈਲਿਟੀ ਆ ਆਪਾਂ ਆ ਨਹੀਂ ਕਰਨਾ ਹਨਾ ਆਪਾਂ ਫੇਰੇ ਕਰਨੇ ਆ ਆਪਾਂ ਆਨੰਦ ਕਾਰਜ ਨਹੀਂ ਕਰਨੇ ਜਾਂ ਫਿਰ ਆਨੰਦ ਕਾਰਜ ਕਰਨੇ ਤਾਂ ਫਿਰ ਫੇਰੇ ਵੀ ਕਰਨੇ ਐਦਾਂ ਦੀ ਕੁਛ ਨਹੀਂ ਸੀਗਾ ਨਾ ਇੱਧਰੋਂ ਨਾ ਇੱਧਰੋਂ ਯੂ نو ਪਰ ਅਸੀਂ ਇਹ ਸਾਡੀ ਖੁਦ ਦੀ ਨਾ ਇੱਕ ਉਹ ਸੀਗੀ ਵਿਸ਼ ਕਿ ਅਸੀਂ ਦੋਨੋਂ ਚੀਜ਼ਾਂ ਕਰਾਂਗੇ ਤੇ ਵੀਰੇ ਕੋਈ ਫਿਊਚਰ ਪਲਾਨਸ ਫਿਟਨੈਸ ਇੰਡਸਟਰੀ ਤੋਂ ਹਟ ਕੇ ਹੋਰ ਕੁਝ ਕਰਨ ਲੱਗੇ ਹੋਵੋ ਜਾਂ ਕੁਝ ਇਸ ਤਰ੍ਹਾਂ ਦਾ ਨਵੇਂ ਜਾਂ ਕੁਝ ਇਕੱਠਿਆਂ ਦਾ ਆਉਣ ਲੱਗਾ ਹੋਵੇ ਤੁਸੀਂ ਇਕੱਠਿਆਂ ਦਾ ਤਾਂ ਆਈ ਡੋਨਟ ਨੋ ਲਾਈਕ ਹਲੇ ਕੁਝ ਲਾਈਕ ਆਈ ਰੀਲੀ ਡੋਨਟ ਨੋ ਜੀ ਹਲੇ Bas, I don't know, but I think sorry, I'm I no, I just want to cut you here, Navi. I really believe कि ਜਿਹੜੇ ਤੁਹਾਡੇ future plans ਹੁੰਦੇ ਆ ਨਾ I really believe in this कि ਦੱਸਣੇ ਨਹੀਂ ਚਾਹੀਦੇ you should just ਕਰਨੇ ਚਾਹੀਦੇ ਆ because it's just my belief. I just feel that action speaks louder and once the future plans actually ਤੁਸੀਂ in action ਪਾਉਂਦੇ ਹੋ ਉਹ actually ਚੀਜ਼ ਹੋ ਜਾਂਦੀ ਹੈ ਫਿਰ ਉਹਦਾ ਜ਼ਿਕਰ ਕਰੋ ਫਿਰ ਉਹਦੇ ਬਾਰੇ ਗੱਲ ਕਰੋ ਮੈਨੂੰ ਹਮੇਸ਼ਾ ਇਦਾਂ ਫੀਲ ਹੁੰਦਾ ਹੈ like don't discuss your future plans we'll have another interview with you ਉਹਦੇ ਵਿੱਚ yes ਉਹਦੇ ਵਿੱਚ ਪੁੱਛਾਂਗੇ 100% ਫਿਰ ਆਪਾਂ ਪੁੱਛ ਲੈਣੇ ਜਿਹੜੀ ਤੁਹਾਡੀ ਫਿਲਮ ਹੈ ਇਹਨਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ ਜੀ ਉਹ ਕਦੋਂ ਰਿਲੀਜ਼ ਹੋ ਰਹੀ ਹੈ ਕਿ ਉਹ ਕਿਸ ਤਰ੍ਹਾਂ ਦੀ ਫਿਲਮ ਹੈ ਉਹਦੇ ਬਾਰੇ ਕੁਝ ਦੱਸਣਾ ਚਾਹੋ okay so I ਹੁਣੀ ਆਪਣੀ ਹੋਣੀ ਸੀ ਰਿਲੀਜ਼ but then this ਕਿਸੇ ਰੀਜ਼ਨਸ ਤੋਂ ਰੁਕ ਗਈ war thing happened you know and so now we are thinking either tentatively mid June or if it doesn't happen in June because they're still deciding it will be within the next few months so it'll be July or it'll be August you know they're still deciding I think by the end of the month sanu clearer picture mil jayegi ke odi release kadon hovegi and oh jehdi film hai completely shot in Canada and story ਵੀ ਉਦਾਂ ਦੀ ਹੈ like ਜਿਹੜੇ Canadians ਹੁੰਦੇ ਨੇ for example you know ਜਿਹੜੇ ਪੱਕੇ ਹੁੰਦੇ ਨੇ ਜਿਹੜੇ students ਹੁੰਦੇ ਨੇ ਉਹਨਾਂ ਦੀ ਕਹਾਣੀ ਹੈ so deportation ਉਹਦੇ ਚ ਕਵਰ ਕੀਤਾ ਗਿਆ ਹੈ students versus ਜਿਹੜੇ ਉੱਥੇ ਪਹਿਲਾਂ ਦੇ ਗਏ ਹੋਏ ਨੇ ਹਾਂਜੀ so ਉਹਦੇ ਚ ਕਾਮੇਡੀ ਵੀ ਹੈ ਤੇ ਉਹਦੇ ਵਿੱਚ ਇੱਕ ਸੀਰੀਅਸ ਟੌਪਿਕ ਵੀ ਹੈ ਓਕੇ yeah ਤੇ ਵੀ ਮੈਂ ਤੁਹਾਡੇ ਕੋਲੋਂ ਪੁੱਛੂੰਗਾ ਕਿ ਤੁਸੀਂ ਮੈਨੂੰ ਹੁਣ ਜੈਨੂਇਨ ਸਲਾਹ ਦਿਓ ਮੈਂ ਵੀ ਹੁਣ ਵੱਡਾ ਹੋ ਗਿਆ ਮੈਨੂੰ ਵਿਆਹ ਕਰਾਉਣਾ ਚਾਹੀਦਾ ਬਿਲਕੁਲ ਨਹੀਂ ਕਰਾਉਣਾ ਚਾਹੀਦਾ ਬਿਲਕੁਲ ਕਰਾ ਲੈਣਾ ਚਾਹੀਦਾ ਲਾਈਕ if you have somebody in your life and you love the person so much then do not wait ਉਦੋਂ ਵੇਟ ਨਹੀਂ ਕਰਨੀ ਚਾਹੀਦੀ ਜੇ ਤੁਹਾਨੂੰ ਲੱਗਦਾ ਨਾ ਕਿ ਯਾਰ this is the one ਹਨਾ ਤਾਂ ਉਹਨੂੰ ਤਾਂ ਡੇਟਿੰਗ ਤਾਂ ਫਿਰ ਉਹਨੂੰ ਕਹਿਣ ਦੀ ਲੋੜ ਹੀ ਨਹੀਂ if you're dating also just tell the person ki bro let me know when we gonna get married you know even after you get married or ਤੁਸੀਂ ਜਦੋਂ ਡੇਟ ਵੀ ਕਰ ਰਹੇ ਹੁੰਦੇ ਆ you get married because each year ਤੁਸੀਂ ਨਾ ਤੁਹਾਡੇ ਵਿੱਚ individually ਬਦਲਾਵ ਆਉਂਦੇ ਨੇ you know you're growing you're changing you're becoming more of what you want to be you know and sometimes you're not sometimes ਤੁਸੀਂ ਡਾਮਾਡੋਲ ਵੀ ਹੋ ਜਾਂਦੇ ਹੋ sometimes ਤੁਹਾਡੇ low phases ਆਉਂਦੇ ਨੇ ਉਹ ਕੰਮ ਹੋਵੇ ਜਾਂ ਫਿਰ ਕੁਝ ਹੋਰ ਵੀ ਹੋਵੇ ਹਨਾ and then ਉਦੋਂ ਇੱਕ ਦੂਸਰੇ ਨੂੰ ਟੈਕਲ ਕਰਨਾ ਉਦੋਂ ਇੱਕ ਦੂਸਰੇ ਦਾ ਸਾਥ ਦੇਣਾ that's the true I would say test of love and marriage you know going through tough times ਉਹ ਜਿਹੜਾ honeymoon period ਹੁੰਦਾ ਹੈ and I guess when you're in love the honeymoon period ਹਮੇਸ਼ਾ ਰਹਿੰਦਾ ਹੀ ਰਹਿੰਦਾ ਹੈ ਉਹਦੇ ਮਤਲਬ it comes and goes like this right but for me like you know ਜੇ ਤੂੰ ਮੈਨੂੰ ਬਹੁਤ ਵਾਰੀ ਇਹ ਸਵਾਲ ਹੋਇਆ ਪਹਿਲਾਂ what's love for you and I'm like love is not like ਤੁਸੀਂ ਤਾਂ explain ਕਰਦੇ ਕਿ oh when you feel good and you feel fluffy and everything's beautiful no it's not really love is I think being there for each other
in the worst of the situations, and then what you go through with the person, ਜੋ ਤੁਸੀਂ ਇੱਕ ਦੂਸਰੇ ਮਤਲਬ ਨਾਲ ਜੋ ਤੁਸੀਂ ਜਰਦੇ ਹੋ, ਜੋ ਤੁਸੀਂ ਐਕਸੈਪਟ ਕਰਦੇ ਹੋ, ਇਨਸਾਨ ਦੇ ਚੰਗੇ ਨਾਲ ਤੁਸੀਂ ਮਾੜਾ ਵੀ ਐਕਸੈਪਟ ਕਰਦੇ ਹੋ, that's family, that's love, you know. So I'm gonna say something very personal. ਸਾਡੀ ਨਾ ਜਦੋਂ ਪਹਿਲਾਂ ਕੋਈ ਲੜਾਈ ਹੋ ਜਾਣੀ, Shekhar used to get very very upset ਕਿ ਸਾਡੀ ਲੜਾਈ ਕਿੱਦਾਂ ਹੋ ਸਕਦੀ ਹੈ, ਸਾਡੀ ਲੜਾਈ ਕਿੱਦਾਂ ਹੋ ਸਕਦੀ ਹੈ, and then I used to, yes, and then I used to say to Shekhar, I said, family ਚ ਲੜਾਈ ਨਹੀਂ ਹੁੰਦੀ, ਤੁਸੀਂ ਕਦੇ ਦੇਖਿਆ ਨਹੀਂ ਆਪਣੇ ਮਮ ਡੈਡ ਨੂੰ ਲੜਦੇ ਹੋਏ, ਕੁੜੀ ਜਾਂ ਮੁੰਡਾ ਆਪਣੇ ਆਪ ਨੂੰ ਫੈਮਿਲੀ ਬਣਾ ਕੇ ਉਹ ਕਿਉਂ ਨਹੀਂ ਸੋਚਦੇ, ਉਹ ਹੌਲੀ ਹੌਲੀ ਸਮਝ ਆ ਜਾਂਦਾ। ਪਰ it happens. I remember ਜਦੋਂ ਸਾਡੀ ਪਹਿਲੀ ਲੜਾਈ ਹੋਈ ਸੀ, I think ਮੈਂ ਰੋ ਰਹੀ ਸੀ, not because ਕਿ ਲੜਾਈ ਜਾਂ ਮੁੱਦਾ ਕੀ ਸੀ, ਮੈਂ ਬਸ ਇਸੇ ਗੱਲ ਤੇ ਰੋ ਰਹੀ ਸੀ ਕਿ ਉਹ shit ਸਾਡੀ ਲੜਾਈ ਹੋ ਗਈ, ਉਹ like no this should, but even though I knew ਕਿ ਤਾਂ it's a part of the relationship and ਇਹ ਚੱਲਦਾ ਰਹੇਗਾ, ਲੜਾਈਆਂ and all this making up and you know having your tiffs because you're growing, you're changing, है ना। and I think so ਕਿ ਉਸ ਤੋਂ ਬਾਅਦ ਸ਼ਾਇਦ ਤੁਸੀਂ ਜ਼ਿਆਦਾ ਅਟੈਚ ਹੁੰਦੇ ਹੋ ਕਿ bro ਲੜ ਲਿਆ, ਇਸ ਤੋਂ ਬਿਨਾਂ ਨਹੀਂ ਰਹਿ ਪਾ ਰਹੇ ਆਪਾਂ, ਉਸ ਤੋਂ ਬਾਅਦ ਤੁਸੀਂ ਢੀਠ ਹੋ ਜਾਂਦੇ ਹੋ, ਰਾਈਟ ਔਰ ਰੌਂਗ, ਉਹੀ ਹੋਰ ਬੰਦਾ ਅਟੈਚ ਹੁੰਦਾ ਕਿ ਇੱਕ ਨਹੀਂ ਪੋਸੀਬਲ, ਹੁਣ ਹੱਥ ਖੜੇ ਨੇ, ਹੁਣ ਆਪਾਂ ਸਰੈਂਡਰ ਆ, ਹੁਣ ਇਹੀ I think ਉਹ ਤਾਂ ਪਹਿਲਾਂ ਤੋਂ ਹੀ ਹੁੰਦਾ ਆ surrender, I think once you've made such a big commitment of marriage, ਹੈ ਨਾ, but I think ਪਹਿਲਾਂ ਕੀ ਹੁੰਦਾ ਕਿ ਤੁਸੀਂ ਦਿਲ ਤੇ ਲੈ ਲੈਂਦੇ ਹੋ ਕਿ oh God ਸਾਡੀ ਲੜਾਈ ਹੋ ਗਈ, ਬਾਅਦ ਵਿੱਚ I think what happened, ਬਾਅਦ ਵਿੱਚ I was like what the hell was that, ਪੰਜਾਬ ਆ, I'm sorry ਇਹ ਪੰਜਾਬ ਆ, ਇੱਥੇ ਨਾ ਲਿਖ ਕੇ ਲਾ ਬਲੂ ਹੌਰਨ, yeah, so you should have, ਗੱਡੀ ਠੁੱਕ ਵੀ ਹੈ ਨਾ, ਫਿਰ ਉਹ ਸਭ ਵੀ ਹੈਗੇ ਨੇ GS ਸੰਧੂ ਕਾਰ ਕਿਉਰ ਜਲੰਧਰ ਵਾਲੇ, oh gosh, ਉਹ ਗੱਡੀ ਸਹੀ ਕਰਾ ਲਾਂਗੇ, ਸਕੌਡਾ ਵਾਲਾ ਨਹੀਂ ਗਿਆ, yeah, they were like okay thank you, yes. Yeah, so I was saying, sorry, going back to this, कि पहला you feel थोड़ा हॉल पैंदा या, you know, कि like oh gosh लड़ाई हो गई, then you become like yeah whatever, like हुन तो मैं सारी लड़ाई होंदी है तो फिर मैं जदों ही अपना face इधर turn कर दिया, I'm just making faces like yeah whatever, she like ਪਹਿਲੇ ਮਨਾਉਂਦਾ ਕੌਣ ਹੈ, पहले मनांदा कौन है, ਪਹਿਲੀ ਵਾਰ ਜਦੋਂ ਐਦਾਂ ਹੋਇਆ ਨਾ, ਬਾਅਦ ਟਾਈਮ ਜਦੋਂ ਇਹ ਨਾਰਾਜ਼ ਜਿਹੇ ਹੋਏ ਨਾ, ਮਤਲਬ ਜਿਹੜਾ ਝੁੱਠੀ ਮੁੱਠੀ ਨਾਰਾਜ਼ ਹੁੰਦਾ ਆ, ਹਾਂ ਮਜ਼ਾ ਆਉਂਦਾ, ਪਰ she was like ਮੈਂ ਕਿਹਾ ਨਾਰਾਜ਼ ਹੋ ਗਿਆ ਬੰਦਾ, ਹਨਾ, she was like ਮੈਂ ਘੁੰਮ ਕੇ ਦੂਜੇ ਰੂਮ 'ਚ ਗਿਆ, ਮੈਂ ਥੋੜਾ ਕਿਚਨ ਤੱਕ ਗਿਆ, ਮੈਂ ਉਸ ਤੋਂ ਵਾਪਸ ਆਇਆ, ਫਿਰ ਮੈਂ ਆ ਕੇ ਦੇਖਿਆ ਬੰਦਾ ਏਦਾਂ ਬੈਠਾ, ਮੈਂ ਕਿਹਾ ਮੈਨੂੰ ਸਮਝ ਨਹੀਂ ਆਇਆ, ਮੈਂ ਨਿਕਲ ਗਿਆ, ਫਿਰ ਮੈਂ ਕਿਹਾ ਸ਼ਿਟ ਮੈਂ ਇਹ ਤਾਂ ਨਾਰਾਜ਼ ਹੋਇਆ ਹੈ, she was like ਮੈਂ ਕਿਹਾ ਕੀ ਹੋਇਆ, ਮੈਂ ਨਾਰਾਜ਼ ਆ, ਮੈਂ ਕਿਹਾ ਮੈਨੂੰ ਮਨਾਓ, ਮੈਂ ਕਿਹਾ ਯਾਰ ਇਹ ਤਾਂ ਕਿਊਟੀ ਹੈ, ਇਹਨੂੰ, ਫਿਰ ਮੈਂ ਕਿਹਾ ਇੱਧਰ मैं नाराज हूं ਮੈਨੂੰ ਮਨਾਓ, ਆ ਐਕਸ਼ਨ ਜਦੋਂ ਐਦਾਂ ਹੋ ਗਿਆ ਨਾ ਤਾਂ ਸਮਝ ਲੈਣਾ ਕਿ ਬੰਦਾ ਨਾਰਾਜ਼ ਹੋ ਗਿਆ ਆਪਣਾ, ਇਹ ਪਰ ਮਨਾਉਣਾ ਪੈਣਾ ਹੈ, so best way ਇਹਨਾਂ ਨੂੰ ਬੈਸਟ ਖਾਣ ਨੂੰ ਦੇ ਦਿਓ ਜਾਂ ਫਿਰ ਇਹਨਾਂ ਨੂੰ ਲਿਲੀਜ਼ ਦੇ ਦਿਓ, yeah, ਫੇਵਰਿਟ ਫਲਾਵਰਸ ਹੈ। ਸ਼ੇਖਰ ਵੀਰੇ ਆਹ ਤੁਹਾਡੇ ਵੱਲੋਂ ਕੀ ਸੀਗਾ, oh shit, oh God, ਖੁਸ਼ਬੂ, oh my God, thank you so much, ਤੁਹਾਡੇ ਵੱਲੋਂ ਆਏ ਹੈ, ਨਹੀਂ ਵੀਰੇ ਵੱਲੋਂ ਹੈ, ਨਹੀਂ it's good, oh thank very you, nice, thank you, that is so ਨਵੀਂ sweet, ਤੁਹਾਨੂੰ, thank you. you don't know you won the heart ਥੈਂਕ ਯੂ ਵੀਰੇ, And by also, giving this. yeah, seriously, this is so beautiful. I love lilies, love, thank you. ਔਰ ਇਹ ਬੰਚ ਵੀ ਬਹੁਤ ਵੱਡਾ, ਵੈਰੀ ਗੁੱਡ, ਆਪਣੇ Yes. ਘਰ ਜਾ ਕੇ ਵਾਸਟ ਤੁਸੀਂ ਲਾਣੇ, ਮੈਂ ਲਾ ਦੂੰ, ਮੈਂ ਲਾ ਦੂੰਗੀ, ਮੈਂ ਲਾ ਦੂੰਗੀ, ਜਿੰਨੀ ਵਧੀਆ ਲੱਗਾ ਤੁਹਾਨੂੰ, yes, this is very beautiful, very All right. thoughtful, ਥੈਂਕ ਯੂ thank you. ਯਾ ਵਿਆਹ ਫਨ ਆ, ਕਰਾਉਣਾ ਚਾਹੀਦਾ, ਜਿਹੜੇ ਲੋਕ ਕਹਿੰਦੇ ਆ ਕਿ ਜੀ ਵਿਆਹ ਨਹੀਂ, ਵਿਆਹ ਤੋਂ ਬਾਅਦ ਤਾਂ ਬੰਦਾ ਐ ਹੋ ਜਾਂਦਾ, ਉਹ ਪੈਕ ਹੋ ਜਾਂਦਾ, ਉਹ ਇਦਾਂ ਦਾ ਕੁਝ ਨਹੀਂ ਹੈਗਾ ਨਵੀਂ, ਟਰਸਟ ਮੀ, ਇਹ ਸਾਰੀਆਂ ਆਪਣੀਆਂ ਖੁਦ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਆ, ਤੁਸੀਂ ਸਹੀ ਰਹੋ, ਤੁਸੀਂ ਵਧੀਆ ਰਹੋ, ਆਪਣੀਆਂ ਚੀਜ਼ਾਂ ਜੋ ਤੁਸੀਂ ਕਰਦੇ ਹੋ ਜਾਂ ਜੋ ਤੁਹਾਡਾ ਬ੍ਰੈਡ ਐਂਡ ਬਟਰ ਸਿਸਟਮ ਹੈਗਾ ਆ, ਉਹ ਚੀਜ਼ਾਂ ਨੂੰ ਕਰਦੇ ਰਹੋ, ਚੀਜ਼ਾਂ ਨੂੰ, ਐਂਡ ਦੈਟਸ ਇਟ, ਇਸ ਤੋਂ ਹੈ ਕਿ ਲਾਈਫ ਜੀਣੀ ਹੈ ਇਕੱਠੇ, ਹਨਾ, ਬਿਲਕੁਲ, ਤਾਂ ਲਾਈਫ ਤਾਂ ਐਵੇਂ ਜੀ ਜਾਂਦੀ ਹੈ ਜਿੱਦਾਂ ਤੁਸੀਂ ਇਕੱਲੇ ਜੀ ਰਹੇ ਹੁੰਦੇ ਹੋ, ਮੇਰਾ ਉਦਾਂ ਹੀ ਸੁਪਨਾ ਤੁਸੀਂ ਹੁੰਦਾ। ਕੰਟੀਨਿਊ ਕਰਨਾ, ਬਸ ਥੋੜਾ ਆਪਣੇ ਆਪ ਨੂੰ ਬਸ ਤੁਸੀਂ ਇੱਕ ਰਿਸਪੌਂਸਿਬਲ ਬੰਦਾ ਹੁੰਦਾ ਹੈ, ਔਰ ਇਹ ਨਹੀਂ ਹੈਗਾ ਕਿ ਸਿਰਫ ਬੰਦੇ ਦੇ ਉੱਪਰ ਰਿਸਪੌਂਸਿਬਿਲਟੀ ਆਉਂਦੀ ਹੈ, ਫੀਮੇਲ ਦੇ ਉੱਪਰ ਵੀ ਰਿਸਪੌਂਸਿਬਿਲਟੀ ਆਉਂਦੀ ਹੈ, ਕਿਉਂਕਿ ਉਹਨੇ ਵੀ ਉਨਾ ਹੀ ਸੰਭਾਲਣਾ ਹੁੰਦਾ ਹੈ ਰਿਲੇਸ਼ਨ ਨੂੰ, ਰਿਸ਼ਤੇ ਨੂੰ, ਯੂ ਨੋ, ਚੀਜ਼ਾਂ ਹੁਣ ਜਿੱਦਾਂ ਹੁਣ ਤੇਰੀ ਭਾਬੀ ਆ, ਹਨਾ, ਲਾਈਕ ਮੈਨੂੰ ਹਰ ਇੱਕ ਮੁੰਡੇ ਨੂੰ ਇੱਦਾਂ ਨਹੀਂ ਚਾਹੀਦਾ ਹੁੰਦਾ, ਜਦੋਂ ਉਹ ਕਹਿੰਦਾ ਨਾ ਕਿ ਯਾਰ ਤੈਨੂੰ ਕਿਹੋ ਜਿਹੀ ਕੁੜੀ ਚਾਹੀਦੀ ਹੈ ਵਿਆਹ ਕਰਾਉਣ ਲਈ, ਜਾਂ ਲਾਈਫ ਦੇ ਵਿੱਚ ਲਾਈਫ ਜੀਣ ਲਈ ਕੈਸੀ ਲਾਈਕ ਕੁੜੀ ਚਾਹੀਦੀ ਹੈ ਆਪਣੀ ਲਾਈਫ, ਬੰਦਾ ਸਭ ਤੋਂ ਪਹਿਲਾਂ ਕਹਿੰਦਾ ਯਾਰ ਮੇਰੇ ਪੇਰੈਂਟਸ ਦੀ
ਇਹਨੂੰ ਇੱਜ਼ਤ ਕਰਦੀ ਹੋਣੀ ਚਾਹੀਦੀ ਸਭ ਤੋਂ ਪਹਿਲੀ ਚੀਜ਼। ਉਸ ਤੋਂ ਬਾਅਦ ਉਹ ਕਹਿੰਦਾ ਆ ਕਿ ਮੈਨੂੰ ਅੰਡਰਸਟੈਂਡ ਕਰਦੀ ਹੋਣੀ ਚਾਹੀਦੀ। ਉਸ ਤੋਂ ਬਾਅਦ ਤਾਂ ਨਾ ਆਹ ਇੱਕ ਜਿਹੜਾ ਫਰਸਟ ਪੁਆਇੰਟ ਆ, ਫਰਸਟ ਪੁਆਇੰਟ ਤੋਂ ਬਾਅਦ ਤਾਂ ਸਿਮਿਲਰ ਹੀ ਹੈ, ਫੀਮੇਲ ਨੂੰ ਵੀ ਇਹੀ ਚਾਹੀਦਾ, ਮੇਲ ਨੂੰ ਵੀ ਇਹੀ ਚਾਹੀਦਾ, ਸੇਮ ਚਾਹੀਦਾ, ਰਾਈਟ। ਤਾਂ ਉਹ ਤੇਰੀ ਭਾਬੀ ਇਹ ਤਾਂ ਟੂ ਗੁੱਡ ਹੈ ਇਸ ਚੀਜ਼ 'ਚ। ਮੈਨੂੰ ਲੱਗਿਆ ਮੈਂ ਜਦੋਂ ਤੁਸੀਂ ਪਿਆਰ ਕਰਦੇ ਹੋ ਫਿਰ ਤੁਸੀਂ ਕਹਿੰਦੇ ਹੋ ਕਿ ਓਕੇ ਗੁੱਡ ਵੀ ਤੇਰਾ ਮੇਰਾ, ਬੈਡ ਵੀ ਤੇਰਾ ਮੇਰਾ, ਹੈ ਨਾ। ਤਾਂ ਆਪਾਂ ਇੱਦਾਂ ਚੱਲ ਪੈਂਦੇ ਹਾਂ। ਔਰ ਇਹ ਚੀਜ਼ਾਂ ਤੁਸੀਂ ਐਕਸਪੀਰੀਅੰਸ ਕਰਦੇ ਹੋ ਜਦੋਂ ਤੁਹਾਡਾ ਵਿਆਹ ਹੋ ਜਾਂਦਾ, ਤੁਸੀਂ ਇਕੱਠੇ ਰਹਿਣ ਲੱਗ ਜਾਂਦੇ ਹੋ, ਉਦੋਂ ਤੁਸੀਂ ਬਹੁਤ ਕੁਝ ਚੀਜ਼ਾਂ ਨੋਟ ਕਰਦੇ ਹੋ। ਸਟਾਰਟਿੰਗ 'ਚ ਤਾਂ ਹਰ ਕੋਈ ਕਰਦਾ ਹੈ, ਪੇਰੈਂਟਸ ਦੀ ਇੱਜ਼ਤ ਵੀ ਕਰੇਗਾ, ਸਭ ਕੁਝ ਕਰੇਗਾ। ਜਦੋਂ ਤੁਸੀਂ ਇਕੱਠੇ ਰਹਿਣ ਲੱਗ ਜਾਣਾ ਆ, ਜਦੋਂ ਸਾਰਾ ਕੁਝ ਇੱਕ ਹੋ ਗਿਆ ਆ, ਉਦੋਂ ਚੀਜ਼ਾਂ ਕੀ ਹੋ ਰਹੀਆਂ ਨਾ ਉਹ ਮੈਟਰ ਕਰਦੀਆਂ। ਹੁਣ ਜਦੋਂ ਵਿਆਹ ਤੋਂ ਬਾਅਦ ਜਦੋਂ ਤੇਰੀ ਭਾਬੀ ਇਹ ਆਪਣੇ ਆਪਾਂ ਅਸੀਂ ਇਕੱਠੇ ਰਹਿਣ ਲੱਗ ਗਏ, ਫੈਮਿਲੀ ਸਾਰਾ ਕੁਝ ਸਾਡਾ ਸਿਸਟਮ ਇਕੁਅਲ ਹੋ ਗਿਆ, ਹੈ ਨਾ। ਉਦੋਂ ਮੈਂ ਦੇਖਿਆ ਕਿ ਸ਼ੀ ਇਜ਼ ਸੱਚ ਅ ਅਮੇਜ਼ਿੰਗ ਹਿਊਮਨ, ਇੰਨੀ ਘੈਂਟ ਇਨਸਾਨ ਹੈ ਨਾ ਤੇਰੀ ਭਾਬੀ। ਆਮ ਟੈਲਿੰਗ ਯੂ, Oh God, please. no, it's a truth. ਅਗਰ ਹੁਣ ਆਪਣੇ ਬਾਰੇ ਅਗਰ ਜਿੱਦਾਂ ਹੁਣ ਆਪਾਂ ਕਦੀ ਗੱਲ ਕੀਤੀ ਨਹੀਂ, ਹੈ ਨਾ, ਔਨ ਕੈਮਰਾ ਤੋਂ ਕਦੀ ਵੀ ਨਹੀਂ ਕੀਤੀ ਆਪਾਂ ਗੱਲ। ਸੋ ਅਗਰ ਏਦਾਂ I really want to tell you on camera also that you are so good na Dipe in so many things. Touch wood. पता चले घर जाते क्लेश करा बाबा जी नहीं मैं मजाक कर रही हूं, इतना नहीं करना, but she's too good na Navi जिद्दां like she's a big actress, Mandy Takhar, and ਹੁਣ ਜੋ so ਇਹ ਬਹੁਤ ਘੈਂਟ ਆ। ਇਹ ਤਾਂ ਮੰਮੀ ਜ਼ਰਾ ਹੈ ਨਾ, ਮੰਮੀ ਨੂੰ ਮੇਰੇ ਮੰਮਾ ਉਹ ਇਹ ਮੇਰੇ ਘਰ ਦੇ ਮੇਰੇ ਖਿਲਾਫ ਹੋ ਜਾਂਦੇ ਆ ਬ੍ਰਦਰ, ਟਰਸਟ ਮੀ। ਮੇਰੀ ਸਿਸਟਰ ਮੈਂ ਇਹਨਾਂ ਨੂੰ ਨਾ ਮੈਂ ਮੰਮੀ ਨੇ ਐਵੇਂ ਵੀ ਕਰ ਦਿੰਦਾ, ਮੰਮੀ ਸਾਹਮਣੇ ਐਵੇਂ ਮਜ਼ਾਕ ਚ ਮੰਮੀ ਤੈਨੂੰ ਦੱਸਾਂ ਮੈਂ ਮੁੰਡਿਆ ਤੂੰ ਕੀ ਕਰੀ ਜਾਂਦਾ, ਮਾਰਨਾ ਨਹੀਂ ਇਹਨੂੰ ਲੱਗਦਾ ਕਿ ਇਹਨੂੰ ਐਵੇਂ ਵੀ ਕਰਤਾ ਉਹਨਾਂ ਨੂੰ, ਇਹਨੂੰ ਬਿਕਾਜ਼ ਆਪਦੀ ਧੀ ਬਣਾ ਲਈ ਨਾ ਫਿਰ। ਉਹ ਬਹੁਤ ਹੀ ਵਧੀਆ। Okay, enough about this. Let's change the topic. ਚਲੋ ਮੈਨੂੰ ਆਹ ਦੱਸੋ, ਤੁਹਾਡੇ ਫਿਟਨੈਸ ਬਾਰੇ ਤਾਂ ਸਾਰਿਆਂ ਨੂੰ ਪਤਾ ਕਿ ਤੁਸੀਂ ਫਿਟਨੈਸ ਇੰਡਸਟਰੀ ਦੇ ਵਿੱਚ ਹੋ। ਹਾਂ, ਤੁਸੀਂ ਮੈਨੂੰ ਆਹ ਦੱਸੋ ਤੁਹਾਡਾ ਬੈਕਗ੍ਰਾਉਂਡ, ਤੁਸੀਂ ਕਿੱਥੋਂ ਆਉਂਦੇ ਹੋ, ਤੁਹਾਡੀ ਫੈਮਿਲੀ। ਹੁਣ ਤੁਸੀਂ ਫੈਮਿਲੀ ਬਾਰੇ ਕਿਹਾ, ਜਿੱਦਾਂ ਮੰਮਾ ਬਾਰੇ ਕਿਹਾ, ਠੀਕ ਹੈ। ਮਿਸਟਰ ਪੰਜਾਬ ਤੋਂ ਬਾਅਦ ਤੇ ਮੈਂ ਵੀ ਜਾਣਦਾ, ਬਟ ਉਸ ਤੋਂ ਪਹਿਲਾਂ ਜੇ ਤੁਸੀਂ ਦੱਸਣਾ ਚਾਹੋ। ਸੀ ਇਹ ਪਤਾ ਇਮੋਸ਼ਨਲ ਸਟੋਰੀ ਹੈ, ਇਮੋਸ਼ਨਲ ਹੋਣਾ ਹੈ ਕੰਮ। ਕੁਝ ਦੱਸੋ ਤੁਸੀਂ, ਜਿੱਦਾਂ ਮੈਂ ਕਿਹਾ ਸੀ ਕਿ ਮੈਂ ਗੱਡੀ ਮਾਰੂੰਗਾ ਨਹੀਂ ਕਿਤੇ। ਹਾਂ, ਉਹ ਗੱਡੀ ਮੇਰੀ ਅੱਜ ਤੱਕ ਨਹੀਂ ਲੱਗੀ, ਮੇਰੇ ਤੋਂ ਤਾਂ ਲੱਗੀ, ਡਰਾਈਵਰ ਤੋਂ ਲੱਗੀ, ਬਾਬਾ ਜੀ ਦੀ ਮਿਹਰ ਆ, ਪਾਪਾ ਜੀ ਦੀ ਮਿਹਰ ਆ। ਪਰ ਤੁਸੀਂ ਕਿਹਾ ਸੀ ਮੇਰਾ ਰਗਤ ਜਿਹੜਾ ਖੂਨ ਹੈ ਉਹ ਲਾਈਕ ਡੈਫੀਨਿਟਲੀ ਮੈਂ ਤੁਹਾਨੂੰ ਦੱਸੂਗਾ ਉਹਦੀ ਚੀਜ਼ ਬਾਰੇ। ਆਈ ਟੈਲ ਯੂ ਲਾਈਕ ਸੀ ਬੇਸਿਕਲੀ ਮੈਂ ਨਾ ਬਹੁਤ ਟਾਈਮ ਤੋਂ ਕੰਮ ਕਰਦਾ ਆ ਰਿਹਾ, ਸਾਰੇ ਕਰ ਰਹੇ ਹੈ ਨਾ, ਬਟ ਮੇਰਾ ਥੋੜਾ अर्ਲੀ ਏਜ ਸਟਾਰਟ ਹੋ ਗਿਆ ਸੀਗਾ ਇਹ ਕੰਮ ਕਰਨਾ, ਜਾਂ ਫਿਰ ਚੀਜ਼ਾਂ ਨੂੰ ਸੰਭਾਲਣਾ, ਘਰ ਨੂੰ ਚਲਾਉਣਾ, ਇਹ ਸਭ ਚੀਜ਼ਾਂ ਮੇਰਾ ਥੋੜਾ अर्ਲੀ ਏਜ ਹੋ ਗਿਆ ਸੀਗਾ ਸਟਾਰਟ। ਬਿਕਾਜ਼ ਵੈਸੇ ਮੈਂ ਤਾਮ ਝਾਮ ਤਾਂ ਮੈਂ ਬਹੁਤ ਕੀਤੇ ਆ। ਮੈਂ ਤਾਂ ਛੋਟਾ ਹੁੰਦੇ ਮੈਂ ਤਾਂ 버ਗਰ ਦੀ ਦੁਕਾਨ ਵੀ ਖੋਲੀ ਇੱਕ ਦਿਨ ਦੀ, ਓਨਲੀ ਵਨ ਡੇ। Please tell him the story. ਉਹਦੇ ਚ 버ਗਰ ਦੀ ਦੁਕਾਨ ਖੋਲ ਕੇ ਆਪ ਅਬੇ ਮੈਂ ਉਦੋਂ 10 ਸਾਲ ਦਾ ਹੋਣਾ ਮੈਂ ਨਵੀਂ। ਹਾਂ, ਸਾਡੇ ਨਾ ਸ਼ਹਿਰ ਚ ਨਾ ਬੰਦੇ ਨੇ ਨਾ ਦੁਕਾਨ ਖੋਲੀ, ਸਾਲ 1.5 ਸਾਲ ਤੋਂ ਉਹਨੇ ਚਲਾਇਆ। 버ਗਰ ਪਹਿਲੀ ਵਾਰ ਖਾਇਆ, ਨੂਡਲਸ ਪਾ ਕੇ ਉਹ ਬਣਾਉਂਦਾ ਹੁੰਦਾ ਸੀ, ਫਰਾਈਡ 버ਗਰ, ਹੈ ਨਾ। ਤਾਂ ਮੈਂ ਜੀ ਖਾ, ਮੈਂ ਕਿਹਾ ਤਾਂ ਬੜਾ ਸਵਾਦ ਹੈ। ਫਿਰ ਮੈਂ ਕਿਹਾ ਤੁਸੀਂ ਬਣਾਉਣਾ ਵੀ ਸਾਰਾ ਸੌਖਾ, ਡੱਬ ਰੋਟੀ ਜੀ ਪਾਣੀ ਹੈ, ਟਿੱਕੀ ਜੀ ਪਾਣੀ ਹੈ, ਆਲੂਆਂ ਦੀ ਹੋ ਗਿਆ ਕੰਮ, ਨੂਡਲਾਂ ਪਾਈਆਂ, ਮੈਗੀ ਪਾ ਦਾਂਗੇ। ਪਰ ਮੈਂ ਲਾ ਕੇ ਦਿਮਾਗ ਲਗਾ ਕੇ ਮੈਂ ਚਲਾ ਗਿਆ ਘਰ। ਅਗਲੇ ਦਿਨ ਮੈਂ ਘਰੇ ਮੈਂ ਰੌਲਾ ਪਾ ਦਿੱਤਾ ਕਿ ਮੈਂ ਤਾਂ ਜੀ ਬਿਜ਼ਨਸ ਖੋਲ 10 ਸਾਲਾਂ ਦਾ ਬੱਚਾ। ਮੰਮੀ ਔਰ ਮੇਰੇ ਦੀਦੀ ਕਹਿੰਦੇ ਸਟਾਰਟਅਪ, ਤੂੰ ਕਿਹੜਾ ਬਿਜ਼ਨਸ ਖੋਲਣ ਲੱਗਿਆ ਹੋਇਆ 10 ਸਾਲ ਦੇ, 10-11 ਸਾਲਾਂ ਸਾਰਾ ਤੂੰ ਧੱਕ ਜਿੰਦਾ ਹੈਗਾ। ਮੈਂ ਕਿਹਾ ਕੱਲੂ ਮੈਂ ਕਿਹਾ ਦੇਖ ਕੇ ਦੁਕਾਨ ਲਾ ਦੇਣੀ। ਮੈਂ ਨਾ ਕਾਪੀ ਨਹੀਂ ਹੁੰਦੀ ਆਪਣੀ, ਉਹ ਰਫ ਕਾਪੀ ਨਹੀਂ ਹੁੰਦੀ ਜਿਹੜੀ ਖਤਮ ਹੋ ਜਾਂਦੀ ਹੈ, ਨੋਟਬੁੱਕ ਉਹ ਖਤਮ ਹੋ ਜਾਂਦੀ ਜਿਹੜੀ, ਉਹ ਖਤਮ ਹੋਈ ਉਹਦੀ ਮੈਂ ਜੈਲ ਤੇ ਲਾਈ, ਉਹਦਾ ਗੱਤਾ ਜਿਹਾ ਹੈ ਨਾ, ਉਹਦੇ ਗੱਤੇ 'ਚ ਮੈਂ ਵਾਟਰ ਕਲਰਸ ਨਾਲ ਲਿਖਿਆ ਅੱਛਾ ਸ਼ੇਕਰ 버ਗਰ ਵਾ। ਸੋ ਪਤਾ ਲੱਗ ਨਹੀਂ ਇਹਨੂੰ ਕੱਟਣਾ, ਆਪਾਂ ਇਹਨੂੰ ਚੇਂਜ ਕਰਨਾ। ਨਹੀਂ ਇਹ ਕੌਣ ਹੋ ਕੋਈ ਗੱਲ ਨਹੀਂ, ਸਾਡਾ ਭਰਾ ਜਦੋਂ 버ਗਰ ਬਣਾਊਗਾ ਆਪਾਂ ਖਾਵਾਂਗੇ। ਔਰ ਮੈਂ ਰੁਕੋ ਰੇਟ ਰੱਖਿਆ ਮੈਂ 8 ਰੁਪਏ। ਹਾਂ, ਉਸ ਟਾਈਮ 8 ਰੁਪਏ, ਕਿਉਂਕਿ ਅੱਛਾ ਨੂਡਲ ਵਾਲਾ ਸੀਗਾ।
ਬ్రో ਉਹ 10 ਰੁਪਏ ਦਾ ਵੇਚਦਾ ਸੀ ਨਾ ਉਹਨੂੰ 2 ਰੁਪਏ ਘਟਾ ਕੇ ਵੇਚਣਾ ਪੈਣਾ ਸੀ ਧੰਦਾ ਉੱਪਰ ਲੈ ਕੇ ਜਾਵਾਂਗੇ ਆਪਾਂ ਆਹ, ਮੈਂ ਜੀ ਬਣਾਇਆ, ਮੈਂ ਜੀ ਡਬਲ ਰੋਟੀ ਲੈ ਕੇ ਆਇਆ, ਮੈਂ 1 ਰੁਪਏ ਦੀ ਡਬਲ ਰੋਟੀ ਲੈ ਕੇ ਆਇਆ ਮੈਂ। ਉਹ ਦੂਜੀ ਹੁੰਦੀ ਡਬਲ ਰੋਟੀ ਹੈ ਨਾ, ਆਪਾਂ ਤਾਂ ਵੱਡੀ ਵਾਲੀ ਖਾਈ ਜੀ ਤੋਂ ਮਿੱਠੀ ਹੁੰਦੀ, ਚਾਹ ਡਬੋ ਖਾਣੇ ਪੈਣਾ, ਉਹ ਲੈ ਕੇ ਆਇਆ ਮੈਂ। ਮੈਨੂੰ ਕੀ ਪਤਾ ਹੁਣ ਮੈਂ ਨਵਾਂ ਬਿਜ਼ਨਸਮੈਨ ਆ ਬ్రో। ਮੈਂ ਗਿਆ ਉੱਥੇ ਦੁਕਾਨ ਤੋਂ ਲਿਆਇਆ 2 ਡਬਲ ਰੋਟੀਆਂ ਲਿਆਇਆ, 2 ਰੁਪਏ ਡਬਲ ਰੋਟੀ। ਮੈਂ ਹਿਸਾਬ ਪੂਰਾ ਲਾਇਆ ਹੋਇਆ ਸੀ ਕਿ ਜੀ ਮੈਂ ਇੰਨੇ ਰੁਪਏ ਦੀ ਮੇਰੀ ਰੋਟੀ ਡਬਲ ਰੋਟੀ ਤੇ ਇੰਨੇ ਦੀ ਮੈਂ ਘਰੇ ਟਮਾਟਰ ਪਏ, ਪਿਆਜ਼ ਵੀ ਮੈਂ ਉਹ ਕੱਟ ਕੇ ਗੋਲ ਗੋਲ ਪਾ ਦੇਣੇ ਤੇ ਫਿਰ ਟਿੱਕੀ ਦਾ ਸਾਰਾ ਸਮਝਣਾ ਵੇ ਟਿੱਕੀ ਕਿੱਦਾਂ ਕਰਨੀ। ਉਦੋਂ ਹੁਣ ਤਾਂ ਬਣੀਆਂ ਬਣਾਈਆਂ ਮਿਲ ਜਾਂਦੀਆਂ, ਉਦੋਂ ਨਹੀਂ ਮਿਲਦੀਆਂ ਸੀਗੀਆਂ ਬਣੀਆਂ ਬਣਾਈਆਂ। ਫਿਰ ਨਾ ਮੰਮੀ ਨੇ ਬਣਾਈ ਹੋਈ ਸੀ, ਮੇਰੇ ਕੋਲ ਗ੍ਰਾਹਕ ਆ ਗਿਆ ਸੀਗਾ ਨਾ ਜਦੋਂ ਇਹ ਸਾਰਾ ਪ੍ਰੋਸੈਸ ਚੱਲ ਰਿਹਾ। ਦੁਕਾਨ ਕਿੱਥੇ ਖੋਲੀ ਸੀਗੀ? ਘਰ ਦੇ ਅੰਦਰ ਹੀ ਬ్రో, ਘਰ ਦੇ ਅੰਦਰ ਏਦਾਂ ਜਿੱਦਾਂ ਸਾਡੀ ਕਿਚਨ ਜਿੱਦਾਂ ਹੁਣ ਆਹ ਆ ਹਨਾ, ਆਹ ਡੈਸ਼ਬੋਰਡ ਹੈ, ਏਦਾਂ ਕਿਚਨ ਹੁੰਦੀ ਸੀ ਸਾਡੀ ਤੇ ਇੱਧਰ ਵਾਲੀ ਸਾਈਡ ਉਹ ਵਿੰਡੋ ਜੀ ਹੁੰਦੀ ਸੀ। ਉਹ ਵਿੰਡੋ ਤੋਂ ਡਿਲੀਵਰੀ ਡਰਾਈਵ ਥਰੂ ਸੀਗਾ ਪ੍ਰੋਪਰ। ਤੇ ਮੈਂ ਜੀ ਮੈਂ ਕਿਹਾ ਯਾਰ ਹੁਣ ਸਾਲਾ ਟਿੱਕੀ ਦਾ ਕੀ ਕਰਿਆ ਜਾਵੇ। ਮੇਰੇ ਕੋਲ ਹੁਣ ਮੈਨੂੰ ਇਹ ਨਹੀਂ ਪਤਾ ਸੀ ਕਿ ਇਹਨੂੰ ਰਿਫਾਈਨਡ ਚ ਤਲੀ ਦਾ ਹਨਾ, ਯਾਰ ਮੈਂ ਸਰੋਂ ਦਾ ਤੇਲ ਚੱਕਿਆ ਆਪਣੇ ਘਰੇ, ਸਰੋਂ ਦੇ ਤੇਲ ਚ ਬਣਦੀ ਸੀ ਨਾ ਸਬਜ਼ੀਆਂ ਸੁਬਜ਼ੀਆਂ, ਸਾਰਾ ਬੈਸਟ ਤੇਲ ਆ ਸਰੋਂ ਦਾ ਤੇਲ ਟਵੀਟ। ਉਹ ਚ ਮੈਂ ਪਾ ਦਿੱਤੀ। ਹੁਣ ਮੈਂ ਸੈਲਫ ਜਿਹੜੀ ਉਹ ਕਿਚਨ ਸੈਲਫ ਹੈ ਉਹ ਇੱਥੇ ਆ ਮੇਰੇ ਮੂੰਹ ਦੇ, ਮੈਂ ਇੱਥੇ ਆ। ਹੁਣ ਮੈਂ ਉਹ ਫੱਟੇ ਰੱਖ ਕੇ ਨਾ ਥੱਲੇ 2 ਫੱਟੇ ਹੁੰਦੇ ਨਾ ਘਰੇ, ਪੀੜੀਆਂ ਹੁੰਦੀਆਂ ਫੱਟੇ, ਇੱਕ ਸਾਡੇ ਘਰ ਹੁੰਦੀ ਐਡੀ ਵੱਡੀ ਪੀੜੀ, ਇੱਕ ਹੁੰਦਾ ਸੀ ਛੋਟਾ ਜਿਹਾ ਇੰਨਾ ਜਿਹਾ ਫੱਟਾ ਲੱਕੜ ਦਾ, ਉਹ ਬੜਾ ਚੱਲਿਆ, ਉਹ ਬਹੁਤ ਪੁਰਾਣਾ ਸੀਗਾ ਉਹ ਹਨਾ। ਹੁਣ ਪਤਾ ਨਹੀਂ ਜਿਹੜਾ ਨਹਾਉਣ ਲੱਗੇ ਵੀ ਵਰਤਦੇ ਸੀ ਪਹਿਲਾਂ। ਆਹੋ ਪਰ ਕਿਚਨ ਵਾਲਾ ਲੱਗ ਹੁੰਦਾ ਹੀ ਨਾ ਲੱਗ ਹੁੰਦਾ ਹੀ। ਸਮਝ ਗਿਆ ਜਿਹੜਾ ਵਧੀਆ ਸਾਫ ਵਾਲਾ ਹੁੰਦਾ ਸੀ ਉਹ ਕਿਚਨ ਵਿੱਚ, ਤੇ ਜਿਹੜਾ ਦੂਜਾ ਹੁੰਦਾ ਸੀਗਾ ਉਹ ਉਧਰ ਹੁੰਦਾ ਸੀਗਾ ਪਹਿਲਾਂ ਸੀਗੇ। ਹਾਂ ਤੇ ਉਹ ਮੈਂ ਰੱਖ ਕੇ ਮੈਂ ਉੱਪਰ ਆਇਆ, ਮੈਂ ਆ ਕੇ ਦੇਖਿਆ ਮੈਂ ਪਾਈ ਆਪਾਂ ਉੱਥੇ ਜਾ ਰਹੇ ਸੀ ਹੈਨਾ ਚੌਂਕੀਦਾਰ ਨਹੀਂ। ਅੱਛਾ ਆ ਜਾਓ ਹਾਂ ਇੱਧਰ ਚੰਡੀਗੜ੍ਹ ਚ ਆਂਦਾ ਨਾ। ਹਾਂ ਇੱਧਰ ਨੂੰ ਚਲੋ ਆ ਜਾਓ। ਤੇ ਚੰਡੀਗੜ੍ਹ, ਹਾਂ ਚੰਡੀਗੜ੍ਹ ਹੀ ਆਂਦਾ ਮੇਰੇ ਹਿਸਾਬ ਨਾਲ, ਚੰਡੀਗੜ੍ਹ ਤੋਂ ਥੋੜਾ ਜਿਹਾ ਬਾਹਰ ਆ ਬਟ ਹਾਂ। ਫਿਰ ਜੀ ਉਹ ਕੜਾਹੀ 'ਚ ਤੇਲ ਪਾ ਦਿੱਤਾ। ਹੁਣ ਮੈਨੂੰ ਨਹੀਂ ਪਤਾ ਇੰਨਾ ਹਿਸਾਬ ਕਿਤਾਬ ਨਹੀਂ ਸੀਗਾ ਬ్రో ਹਨਾ, ਪਹਿਲੀ ਵਾਰ ਜੁਗਾੜ ਲਾਇਆ ਸੀ ਮੈਂ ਕੰਮ। ਉਹ ਮੈਂ ਉਹਦੇ 'ਚ ਮੈਂ ਪਾ ਤੇਲ, ਉਹ ਗਰਮ ਨਹੀਂ ਹੋਇਆ ਸੀਗਾ। ਤੇ ਉਹ ਜਿਹੜੀ ਡਬਲ ਰੋਟੀ ਮੈਂ ਪਾਈ, ਉਹ ਡਬਲ ਰੋਟੀ ਉੱਪਰ ਤਰੀ ਨਹੀਂ, ਉਹ ਡੁੱਬ ਗਈ। ਉਹ ਬਹੁਤ ਤੇਲ ਹੀ ਤੇਲ ਹੋ ਗਿਆ। ਜਦ ਮੈਂ ਦੇਖਿਆ ਡੁੱਬ ਗਈ, ਟੁੱਟਣ ਲੱਗ ਗਈ। ਮੈਂ ਜੋ ਕੱਢਣ ਲੱਗਿਆ ਉਹਨੂੰ, ਜੋ ਕੱਢੀ ਮੈਂ ਵਿਚਾਰੀ ਐ ਕਰ ਕਰਕੇ ਮੈਂ ਉਹਦੇ ਤੇਲ ਤੂਲ ਜਾ ਆਊਟ ਕੀਤਾ, ਉਹ 'ਚ ਤੇਲ ਭਰ ਗਿਆ। ਤਾਂ ਫਿਰ ਵੀ ਬਣਾ ਅਰੇ ਤੂੰ ਤਾਂ ਸਹੀ ਲੈ 1 ਰੁਪਏ ਦੀ ਡਬਲ ਰੋਟੀ ਬ్రో, 2 ਤਾਂ ਲੈ ਕੇ ਆਇਆ ਸੀ ਮੈਂ। ਮੈਂ ਕਿਹਾ ਪਹਿਲਾ ਦਿਨ ਆ, 2 ਹੀ ਲੈ ਕੇ ਜਾਣਾ, ਕੱਲ ਨੂੰ ਕੰਮ ਵਧੂਗਾ ਫਿਰ। ਤੇ ਬਈ ਮੈਂ ਜੀ ਉਹ ਚ ਰੱਖ ਕੇ ਸਮਾਨ ਹੁਣ ਤੇ ਮੈਂ ਟਿੱਕੀ ਵਾਲਾ ਕੰਮ ਅੜ ਗਿਆ। ਹੁਣ ਟਿੱਕੀ ਕੀ ਕਰੀਏ, ਮੰਮੀ ਨੇ ਬਣਾਈ ਹੋਈ ਸੀ ਘਰੇ ਆਲੂ ਗੋਭੀ। ਮੈਂ ਆਲੂ ਗੋਭੀ ਜਿੱਤੀ ਉਸ ਪਾ ਕੇ ਕਿਆ ਉੱਪਰੋਂ ਸਾਡੇ ਨਾ ਉੱਪਰ ਜਿਹੜੇ ਮੇਰੇ ਬੜੇ ਮਾਂ ਆ ਕੰਚਨ ਮਾਂ, ਉਹਨਾਂ ਤੋਂ ਮੈਂ ਨਾ ਲੈ ਕੇ ਆਇਆ ਟਮੈਟੋ ਸੌਸ ਕੋਲੀ 'ਚ। ਟਮੈਟੋ ਸੌਸ ਉਦੋਂ ਸਾਡੇ ਘਰ ਤਾਂ ਨਹੀਂ ਹੁੰਦੀ ਸੀ, ਉਹਨਾਂ ਤੋਂ ਲੈ ਕੇ ਆਇਆ ਮੈਂ ਉੱਪਰੋਂ, ਉਹਨਾਂ ਦੀ ਟਮੈਟੋ ਨੂੰ ਸੈਸ ਹੁੰਦੀ। ਉਹ ਟਮੈਟੋ ਸੌਸ ਪਾਣੀ ਪਾ ਕੇ ਨਾ ਮੈਂ ਉਹਨੂੰ ਜ਼ਿਆਦਾ ਕਰ ਲਿੱਤਾ। ਉਹ ਪਾ ਕੇ ਮੈਂ ਨਾ ਉਹ ਦੇ ਦਿੱਤਾ। ਮੇਰਾ ਨਾ ਇੱਕ ਦੋਸਤ ਹੁੰਦਾ ਸੀ ਉਦੋਂ, ਤੇ ਉਹ ਆਇਆ, ਉਹ ਮੇਰੇ ਤੋਂ ਵੱਡਾ ਹੁੰਦਾ ਸੀ 1-2 ਸਾਲ, 2 ਸਾਲ ਹਨਾ। ਉਹ ਆਇਆ ਤੇ ਉਹ ਕਹਿੰਦਾ ਬਰਗਰ ਖਾਣਾ। ਮੈਂ ਕਿਹਾ ਠੀਕ ਹੈ। ਉਹਨੂੰ ਬਰਗਰ ਦਿਆ ਬਣਾ ਕੇ। ਫਿਰ ਮੈਂ ਉਹਨੂੰ ਪੁੱਛ ਵੀ ਰਿਹਾ, ਮੈਂ ਕਿਹਾ ਕਿੱਦਾਂ ਦਾ ਹੈ ਵੀਡੀਓ ਦੇਖਦੇ, ਕਿੱਦਾਂ ਦਾ ਬਣਿਆ। ਪੈਸੇ ਲੈ ਸੀ ਲੈ ਭਾਜੀ, ਪਹਿਲਾਂ ਲਈ 8 ਰੁਪਏ 5 ਰੁਪਏ ਔਰ 3 ਸਿੱਕੇ। ਹਾਂ 6-7-8 ਹਾਂ 1 ਰੁਪਏ ਦੇ। ਮੈਂ ਕਿਹਾ ਵਾਹ, ਜੇਬ ਚ ਪਾਏ ਆਪਾਂ ਹੋ ਗਏ। ਮੈਂ ਕਿਹਾ ਕਿਆ ਬਾਤ ਹੈ। ਪਰ ਮੈਂ ਉਹ ਜਦੋਂ ਮੈਂ ਬਣਾਇਆ ਨਾ, ਫਿਰ ਮੈਂ ਜਦੋਂ ਹੁਣ ਗਿਆ ਉੱਥੋਂ ਖਾ ਕੇ, ਉਹ ਬੰਦਾ ਨਿਕਲ ਗਿਆ, ਮੈਂ ਨਾਲ ਦੀ ਨਾਲ ਉਹ ਗੱਤਾ ਚੇਂਜ ਕਰਤਾ। ਮੈਂ ਉਹ ਰੱਖ ਲਿਆ ਲਾ ਕੇ। ਮੈਂ ਕਿਹਾ ਇਹ ਆਪਣੇ ਬੱਸ ਦਾ ਕੰਮ ਨਹੀਂ ਹੈਗਾ, ਇਹ ਨਹੀਂ ਬਣਨੇ ਆਪਣੇ ਤੋਂ। ਉਹ ਦਿਨ ਵਿਚਾਰਾ ਮੇਰਾ ਪਹਿਲਾ ਬਿਜ਼ਨਸ ਪਹਿਲੇ ਬਰਗਰ ਤੋਂ ਬਾਅਦ ਹੀ ਬੰਦ ਹੋ ਗਿਆ। ਫਿਰ ਬੰਦਾ ਹਟ ਨਹੀਂ ਰਿਹਾ, ਫਿਰ ਬੰਦਾ ਫੇਰ ਲੱਗਿਆ ਹੋਇਆ। ਬੰਦਾ ਕਹਿ ਰਿਹਾ ਚਲੋ ਆਹ ਫੇਲ ਹੋ ਗਿਆ, ਕੋਈ ਨਹੀਂ। ਮੇਰੀਆਂ ਭੈਣਾਂ ਮੇਰੇ ਤੇ ਹੱਸਣ ਹਨਾ। ਮੈਂ ਕਿਹਾ ਕੋਈ ਨਹੀਂ, ਖੜ ਜਾਓ। ਸਕੂਲੋਂ ਜਾਣਾ, ਸਕੂਲ ਤੋਂ ਆ ਕੇ ਡੈਡ ਨੇ ਨਾ, ਪਹਿਲਾਂ ਸਾਡੀ ਦੁਕਾਨ ਹੁੰਦੀ ਸੀ ਪਹਿਲਾਂ ਜਿਹਨੇ ਦੁਕਾਨ ਹੁੰਦੀ ਨਾ ਰਾਸ਼ਨ ਦੀ, ਉਹਨਾਂ ਦਾ ਵਧੀਆ ਸਿਸਟਮ ਹੁੰਦਾ ਸੀ। ਤੁਹਾਡੀ ਆਪਦੀ ਸੀਗੀ? ਹਾਂ ਸਾਡੀ ਆਪਣੀ ਦੁਕਾਨ ਹੁੰਦੀ ਸੀ। ਡੈਡ ਨੇ ਬਹੁਤ ਪਹਿਲਾਂ ਕੀਤੀ ਤੇ ਉਹਦੇ ਨਾਲ ਚੀਜ਼ਾਂ ਉਹ ਦੇਖੀਆਂ ਹੋਈਆਂ ਸੀ। ਛੋਟੇ ਹੁੰਦੇ ਨਾ, ਮਤਲਬ ਜਦੋਂ ਇੱਥੇ ਵੀ ਛੋਟਾ ਹੁੰਦਾ ਸੀ, ਮੈਂ 10 ਤੋਂ ਵੀ ਛੋਟਾ ਹੁੰਦਾ ਸੀ, ਉਦੋਂ ਦੇਖਦਾ ਹੁੰਦਾ ਕਿਉਂਕਿ ਮੈਂ ਉਧਰ ਨੂੰ ਹੀ ਭੱਜਦਾ ਹੁੰਦਾ ਸੀ ਘਰ ਤੋਂ ਬਾਹਰ। ਉਹਦੇ ਵਿੱਚੋਂ ਹੀ ਇੱਧਰ ਵਾਲਾ ਜ਼ੋਰ ਬੰਦ ਕਰਦੀ, ਮੈਂ ਇੱਧਰ ਨੂੰ ਭੱਜਣਾ, ਆਊਟ ਹੋ ਜਾਣਾ।
ਸੋ ਉਹ ਡੱਬੇ ਡੁੱਬੇ ਜੇ ਪਏ ਹੁੰਦੇ ਤਾਂ ਮੈਂ ਨਾ ਟੌਫੀਆਂ, ਮੈਂ ਕਿਹਾ ਹੁਣ ਦੁਕਾਨ ਟੌਫੀਆਂ ਗੋਲੀਆਂ ਦੀ ਖੋਲੂੰਗਾ, ਟੌਫੀਆਂ ਔਰ ਮਿੱਠੇ ਸ਼ੱਕਰਪਾਰੇ ਨਹੀਂ ਹੁੰਦੇ ਜੀ ਯੈਸ, ਗੁੜ ਵਾਲੇ, ਉਹ ਪਹਿਲਾਂ ਜਿਹਨੂੰ ਆਪਾਂ ਬਾਲੂਸ਼ਾਹੀ ਵੀ ਕਹਿੰਦੇ ਹੁੰਦੇ ਸੀਗੇ, ਨਹੀਂ ਇੱਕ ਉਹ ਜਿਹੜੀ ਦੂਜਾ ਇੱਕ ਉਹ ਲੰਬੇ ਲੰਬੇ ਜਿਹੇ ਹੁੰਦੇ ਹਾਂਜੀ ਹਾਂਜੀ, ਉਹ ਗੁੜ ਦੀ ਗੁੜ ਵਾਲੀ, ਹਾਂ ਉਹ ਰੱਖੇ, ਉਹ ਮੇਰੇ ਇੰਨੇ ਕੁ ਵਿਕਣੇ, ਮੇਰੇ ਇਹੋ ਜੀ ਨਿਆਣੇ ਜੋ ਆਣੇ, ਮੈਂ ਉਹਨਾਂ ਨੂੰ ਕਾਗਜ਼ ਦੀ ਕਾਪੀ, ਰਫ ਕਾਪੀ ਦੇ ਪੇਜ ਪਾੜਨਾ, ਉਹਦੇ ਤੇ ਰੱਖ ਕੇ ਇੱਕ ਮੁੱਠੀ 5 ਰੁਪਏ ਦੀ, ਉਹ ਕੰਮ ਵਧੀਆ ਚੱਲਿਆ ਆਪਣਾ, ਉਹ ਮੈਂ ਕੀਤਾ 3-4 ਮਹੀਨੇ। ਹਾਂ, ਮੇਜ਼ ਟੇਬਲ ਲਾ ਕੇ ਉਹਦੇ ਉੱਪਰ ਇੱਕ ਸਾਰੇ ਡੱਬਿਆਂ ਦੇ ਡੱਬੇ ਭਰੇ ਨਹੀਂ ਹੁੰਦੇ ਜੀ, ਇੰਨੇ ਜਿਹੇ ਹੁੰਦੇ ਜੀ ਉਹਦੇ 'ਚ ਟੌਫੀਆਂ, ਤਾਂ ਕਿ ਮੇਰੀ ਦੁਕਾਨ ਭਰੀ ਲੱਗੇ ਰਹੇ ਕਿ ਸਮਾਨ ਹੈਗਾ ਇਹਦੇ ਕੋਲ ਖਾਣ ਪੀਣ ਵਾਲਾ, ਏਦਾਂ ਦਾ ਸਿਸਟਮ। 4 ਮਹੀਨੇ ਚਲਾਈ, 4 ਮਹੀਨੇ ਚਲਾਈ, ਵਧੀਆ ਪਾਕਟ ਮਨੀ। ਤੇ ਬਾਬਾ ਜੀ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਿ ਲਾਈਕ ਐਜ਼ ਐਨ ਐਕਟਰ ਤੁਹਾਨੂੰ ਕੀ ਲੱਗਦਾ ਸਕਸੈਸ ਕੀ ਹੈ, ਕਿ ਬਾਕਸ ਆਫਿਸ ਕਲੈਕਸ਼ਨ ਜਾਂ ਆਡੀਅנס ਸੈਟੀਸਫਾਈ ਹੋਵੇ, ਉਹ ਜ਼ਰੂਰੀ ਹੈ? Yeah, box office collection it has to happen. ਇੱਦਾਂ ਨਾ ਹੋਵੇ ਆਉਣ ਵਾਲੇ ਟਾਈਮ ਵਿੱਚ ਕਿ ਮੂਵੀ ਅਪਰੀਸ਼ੀਏਟਡ ਹੈ, ਬਹੁਤ ਵਧੀਆ ਫਿਲਮ ਹੈ, ਬਟ ਥੀਏਟਰਸ ਵਿੱਚ ਨਹੀਂ ਜਾਂਦੇ ਬਿਕਾਜ਼ ਆਪਾਂ ਸੋਚ ਲੈਂਦੇ ਹਾਂ ਚਲੋ OTT ਤੇ ਆ ਹੀ ਜਾਣੀ ਹੈ, because then we're killing theatre like that. The big cinema, we're killing big cinema like that. And ਉਹ ਇੰਡਸਟਰੀ ਨੂੰ ਵੀ ਡੈਂਟ ਕਰਦਾ ਹੈ ਜਦੋਂ ਇੱਕ ਫਿਲਮ ਤੇ ਮਤਲਬ ਕਰੋੜਸ ਲੱਗਦੇ ਨੇ, ਤੇ ਫਿਰ ਜੋ ਰਿਕਵਰੀ ਨਾ ਕਰ ਪਾਉਣ, ਫਿਰ ਹਿੰਮਤ ਨਹੀਂ ਪੈਂਦੀ ਪ੍ਰੋਡਿਊਸਰ 'ਚ ਕਿ ਉਹ ਦੁਬਾਰਾ ਰੀਇਨਵੈਸਟ ਕਰੇ, ਖਾਸ ਕਰਕੇ ਇੰਡੀਪੈਂਡੈਂਟ ਪ੍ਰੋਡਿਊਸਰਸ। ਕਾਰਪੋਰੇਟਸ ਤਾਂ ਫਿਰ ਵੀ ਉਹਨਾਂ ਨੇ ਇੱਕ ਬਜਟ ਰੱਖਿਆ ਹੁੰਦਾ ਆ, ਜੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਮਤਲਬ 5 ਫਿਲਮਾਂ ਬਣਾਉਣੀਆਂ, ਚਲੋ ਇੱਕ ਵਿੱਚ ਲਾਸ ਵੀ ਆ ਗਿਆ, ਇਟ ਡਜ਼ਨਟ ਮੈਟਰ, 4 ਹੈਗੀਆਂ ਨੇ, ਉਹਨਾਂ ਵਿੱਚ ਪੈਸੇ ਪੂਰੇ ਹੋ ਜਾਣੇ ਆ। ਪਰ ਇੰਡੀਪੈਂਡੈਂਟ ਜਿਹੜੇ ਪ੍ਰੋਡਿਊਸਰਸ ਹੁੰਦੇ ਨੇ, ਉਹ ਮਤਲਬ ਆਪਣਾ ਮਤਲਬ ਕਦੇ ਜ਼ਮੀਨਾਂ ਵੇਚ ਕੇ ਵੀ ਦੇ kind of put that money into their passion. So it's really important ਕਿ theatre box office collection ਹੁੰਦੀ ਰਵੇ. Right. If the film is good, definitely yes. Okay. Yeah. ਤੇ ਵੀਰਾ ਤੁਹਾਨੂੰ ਤੁਹਾਡੀ ਲਾਈਨ 'ਚ ਜਾਂ ਤੁਹਾਡੇ ਕੰਮ 'ਚ ਕਿਵੇਂ ਸਪੋਰਟ ਕਰਦੇ ਨੇ, ਤੇ ਸਪੋਰਟ ਕਰਦੇ ਨੇ ਨਹੀਂ ਕਰਦੇ ਨੇ, ਦੱਸੋ? ਨਹੀਂ ਕਰਦੇ ਨੇ, ਬਹੁਤ ਸਪੋਰਟ ਕਰਦੇ ਨੇ, ਹਮੇਸ਼ਾ ਹੀ ਮਤਲਬ from the beginning support ਰਹੀ ਹੈ। and I think that's really important as well that individually ਤੁਸੀਂ ਕੀ ਕਰ ਰਹੇ ਹੋ, because it's not like ਕਿ ਮੈਂ ਵਿਆਹ ਕਰਾ ਕੇ ਐਕਟਰਸ ਬਣੀ ਆ, that ਇਹਨਾਂ ਨੂੰ ਸਕ੍ਰੈਚ ਤੋਂ ਸਾਰਾ ਕੁਝ ਐਡਜਸਟਮੈਂਟ ਕਰਨੀ ਪਵੇ ਜਾਂ ਫਿਰ ਇਹਨਾਂ ਨੂੰ ਫਿਗਰ ਆਊਟ ਕਰਨਾ ਪਵੇ ਕਿ how to be, ਹੈ ਨਾ। ਮੈਂ ਤਾਂ ਪਹਿਲਾਂ ਤੋਂ ਇਹ ਕਰਦੀ ਹਾਂ, so I'm sure if he didn't want to be with an actress then he wouldn't have proposed. He would have been like ਚਲੋ ਠੀਕ ਹੈ, ਡੇਟਿੰਗ ਤੱਕ ਠੀਕ ਹੈ, ਪਰ ਮੈਨੂੰ ਐਕਟਰਸ ਨਾਲ ਵਿਆਹ ਕਰਾਉਣਾ ਸਮਝ ਨਹੀਂ ਆਉਂਦਾ, so I'm sorry, ਜੋ ਹੋ ਜਾਂਦਾ ਲੋਕਾਂ ਦੇ ਨਾਲ, in the sense they don't want to be with someone who is traveling, ਕਦੇ ਕੈਨੇਡਾ, ਕਦੇ ਇੱਥੇ, ਕਦੇ ਉੱਥੇ, and you're working and you're some people want a settled housewife, or they want ਕਿ ਮੈਂ ਜਾ ਕਰ ਕਮਾਉਣਾ ਹੈ, ਤੁਸੀਂ ਘਰ ਸੰਭੋ, ਤੁਸੀਂ ਬੱਚੇ ਸੰਭੋ, which is also very difficult. It's not easy. ਪਤਾ ਕੀ ਸੋਚ ਵੀ ਹੈਗੀ ਨਵੀਂ, ਪਤਾ ਕੀ ਹੈ, ਲਾਈਕ ਆਪਾਂ ਅਗਰ ਆਪਾਂ ਇਹ ਕਹੀਏ ਨਾ ਕਿ ਯਾਰ ਇੱਕ ਆਰਟਿਸਟ ਨਾਲ ਨਾ ਰਹਿਣਾ ਸੌਖਾ ਨਹੀਂ ਹੈਗਾ, 110% ਗੱਲ ਸਹੀ ਹੈ। ਉਹਨਾਂ ਦੇ ਨਾਲ ਲਾਈਕ ਇੱਕ ਫੀਮੇਲ ਆਰਟਿਸਟ ਦੇ ਨਾਲ ਜੋ ਇਹ ਸੋਚ ਦੀ ਗੱਲ ਹੁੰਦੀ ਹੈ, ਟੂ ਬੀ ਵੈਰੀ ਓਨੈਸਟ, ਹੈ ਨਾ। ਸਭ ਤੋਂ ਜ਼ਿਆਦਾ ਇੰਪੋਰਟੈਂਟ, ਅਗਰ ਤੁਸੀਂ ਇੱਕ ਆਰਟਿਸਟ ਨਾਲ ਵਿਆਹ ਕਰਾਉਣਾ, ਚਾਹੇ ਮੇਲ ਹੈ ਚਾਹੇ ਫੀਮੇਲ ਹੈ, ਤੁਹਾਨੂੰ ਬਹੁਤ ਹੀ ਜ਼ਿਆਦਾ ਸਟਰੋਂਗ ਹੈਡ ਹੋਣਾ ਪੈਣਾ ਆ ਤੁਸੀਂ, ਕਿਉਂਕਿ ਐਕਟ ਇਜ਼ ਐਕਟ, ਉਹ ਕੰਮ ਆ, ਸਮਝ ਰਹੇ ਹੋ, ਉਹ ਆਪਣਾ ਕੰਮ ਆ। ਉਹਦੇ ਵਿੱਚ ਅਗਰ ਆਪਾਂ ਜਿਹੜੇ ਨਾਰਮਲ ਸੋਚਦੇ, ਨਾਰਮਲ ਜਾਂ ਫਿਰ ਜਿਹੜੇ ਲੋਕ ਇੱਦਾਂ ਸੋਚਦੇ ਆ ਕਿ ਤੂੰ ਉਹਦੇ ਨਾਲ ਐਕਟਿੰਗ ਨਹੀਂ, ਤੂੰ ਫਿਲਮ ਕੀਤੀ ਆ, ਫਿਰ ਤੂੰ ਐਡ ਕੀਤੀ, ਕੁਝ ਵੀ ਕੀਤਾ, ਸਮਟਾਈਮਸ ਤੁਸੀਂ ਹਰ ਤਰ੍ਹਾਂ ਦੇ ਕਰੈਕਟਰ, ਤੁਹਾਡੀਆਂ ਫਿਲਮਾਂ 'ਚ ਤੁਹਾਡਾ ਕਿੰਨੀ ਵਾਰੀ ਵਿਆਹ ਹੋਇਆ ਬੇਬੀ? ਯਾਦ ਨਹੀਂ, ਬਹੁਤ ਵਾਰੀ। ਹੁਣ ਉਹ ਜੋ ਰੀਅਲ ਤਾਂ ਰੀਅਲ ਹੀ ਆ ਨਾ, ਹੈ ਨਾ। ਐਕਟਿੰਗ ਇਜ਼ ਡਿਫਰੈਂਟ, ਹੁਣ ਉਹ ਆਪਣਾ ਕੰਮ ਆ। ਹੁਣ ਇਹ ਤਾਂ ਜੇ ਤੁਸੀਂ ਇਹ ਸਮਝ ਨਹੀਂ ਸਕਦੇ, ਹੈ ਨਾ, ਕਿ ਐਕਟਿੰਗ ਉਸ ਬੰਦੇ ਦਾ ਕੰਮ ਆ, ਸਾਹਮਣੇ ਵਾਲੇ ਦਾ ਕੰਮ ਆ, ਫਿਰ ਤੁਸੀਂ ਮਤਲਬ ਉਹ ਡਿਸਰਿਸਪੈਕਟ ਕਰਦੇ ਰਹੋਗੇ ਉਸ ਬੰਦੇ ਨੂੰ, ਕਿਉਂਕਿ ਤੁਸੀਂ ਉਹ ਸਮਝ ਨਹੀਂ ਰਹੇ ਹੋ ਕਿ ਇਹ ਕੰਮ ਆ। ਆਈ ਬਲੀਵ ਮੈਂ ਕੋਸ਼ਿਸ਼ ਕਰਦਾ, ਔਰ ਮੈਂ ਵਧੀਆ ਹੈ ਨਾ, ਠੀਕ ਕਰਦਾ ਨਾ। ਵਧੀਆ ਨਹੀਂ ਨਾ ਸੱਚੀ? ਬਾਤ ਦੱਸਦੀ ਮਜ਼ਾਕ ਕਰ ਰਿਹਾ, ਨਹੀਂ ਬਹੁਤ ਵਧੀਆ ਨੇ, ਬਹੁਤ ਵਧੀਆ, ਆਲ ਗੁੱਡ। ਸੋ ਆ ਗਿਆ ਮੈਂ ਗੱਡੀ ਮੋੜ ਕੇ। ਸਾਡੀ ਗੱਲਬਾਤ ਐਡੀ ਲੰਬੀ ਹੋ ਗਈ ਸੀ ਨਾ, ਸਾਡਾ ਭਰਾ ਬਹੁਤ ਪੁਰਾਣਾ, ਬਹੁਤ ਟਾਈਮ ਬਾਅਦ ਮਿਲਿਆ, ਤੇ ਸਾਡੇ ਭਾਬੀ ਇੰਨੀਆਂ ਲੰਬੀਆਂ ਗੱਲਾਂ 'ਚ ਪੈ ਗਏ, ਇਸ ਕਰਕੇ ਐਪੀਸੋਡ ਹੋ ਗਿਆ ਲੰਬਾ। ਤੇ ਹੁਣ ਆਪਾਂ ਚੱਲੇ ਆਂ ਭਾਜੀ ਚੌਕੀ ਦਾ
ਚੌਕੀਦਾਨੀ ਲੰਚ ਬ੍ਰੇਕ ਵਾਸਤੇ ਦੇਖਿਆ ਮੈਂ ਪੁੱਛ ਕੇ ਦੱਸ ਰਿਹਾ ਵਾਂ ਕਿਉਂਕਿ ਮੈਨੂੰ ਪਤਾ ਸੀਗਾ ਭੁੱਲ ਗਿਆ ਸੀ ਭਰਾਵਾ ਅਨਫਿਲਟਰਡ ਹੈਗਾ ਆਪਾਂ ਰੀਟੇਕ ਨਹੀਂ ਲੈਣਾ ਆ ਜਾਓ ਤੇ ਨਾ ਸਾਡਾ ਪਹਿਲਾ ਐਪੀਸੋਡ ਉਹ 'ਚ ਆਪਾਂ ਚੌਕੀਦਾਨੀ ਆ ਗਏ ਆ ਤੇ ਪਹਿਲੇ ਐਪੀਸੋਡ ਦੇ ਵਿੱਚ ਹੀ ਤੁਹਾਨੂੰ ਇੱਕ ਹੋਰ ਚੀਜ਼ ਰਿਵੀਲ ਕਰਦੇ ਆ ਕਿ ਸਾਡੇ ਭਰਾ ਸ਼ੇਖਰ ਕੌਸ਼ਲ ਤੇ ਮੈਂਡੀ ਭਾਬੀ ਦੀ ਪਹਿਲੀ ਡੇਟ ਉਹ ਵੀ ਇੱਥੇ ਹੋਈ ਸੀਗੀ ਆਓ ਲੈ ਕੇ ਚੱਲੀਏ ਧੁੱਪ ਬਹੁਤ ਸੀ ਅੰਦਰ ਲੈ ਗਏ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਿੱਦਾਂ ਹੋ ਮਨ ਠੀਕ ਹੋ ਤੁਸੀਂ ਖੜੋ ਤੁਹਾਡਾ ਬੰਦਾ ਬਹੁਤ ਖਰਾਬ ਆ ਇਹ ਕਿਉਂ ਖਤਰਨਾਕ ਆ ਕਿਉਂ ਇਹ ਬੰਦਾ ਬਹੁਤ ਖਰਾਬ ਆ ਤੁਹਾਡਾ ਮੈਂ ਕਿਉਂ ਖਰਾਬ ਖਰਾਬ ਕੀ ਕਿਹਾ ਸੀ ਪਹਿਲੇ ਨਹੀਂ ਬਹੁਤ ਚੰਗਾ ਹੈ I was just kidding ਗਣੀਆਂ ਤੁਹਾਡੀਆਂ ਮੈਂ ਅੱਜ ਵਾਪਸ ਆ ਗਿਆ ਯੈਸ ਆਪਾਂ ਮੇਰੀ ਬਹੁਤ ਖਾਸ ਬਹੁਤ ਵਧੀਆ ਫਰੈਂਡ ਮੰਨਤ ਨੂਰ ਕਰ ਦੋ ਸ਼ੂਟ ਭਾਜੀ ਨਾਈਸ ਤੇ ਮੈਂ ਨਾ ਸ਼ੇਖਰ ਵੀਰੇ ਕੋਲੋਂ ਨਾ 2-3 ਗੱਲਾਂ ਸਿੱਖੀਆਂ ਉਹ ਹੈਗੀਆਂ ਲੱਤਾਂ ਤੋੜ ਦੇਣੀਆਂ ਕਿਊਟੀ ਸਮਾਰਟੀ ਤੁਸੀਂ ਕਿਊਟ ਵੀ ਹੋ ਕਿਊਟੀ ਵੀ ਹੋ ਸਮਾਰਟੀ ਤੋਂ ਨਹੀਂ ਉਹ ਮੈਂ ਆ ਯੈਸ ਭਜਦੇ ਕਿੱਥੇ ਪਿਓ ਹਾਏ ਰੱਬਾ ਖਾਣਾ ਖਾਣ ਚੱਲੇ ਹੋ ਬਸ ਉਹ ਅੱਛਾ ਆ ਲੋ ਜੀ ਜੈਸਮੀਨ ਅਖਤਰ ਜੈਸਮੀਨ ਵੀ ਹੈ ਹੈਲੋ ਹਾਈ Hey sister ਮੈਂ ਠੀਕ ਹਾਂ ਤੁਸੀਂ ਕਿੱਦਾਂ ਹੋ ਓਹੋ ਤੁਸੀਂ ਵੀ ਮੈਨੂੰ ਆਪਣੇ ਵਿਆਹ ਤੇ ਨਹੀਂ ਬੁਲਾਇਆ ਮੈਂ ਵੀ ਗੁੱਸੇ ਆ ਮੈਂ ਤੁਹਾਡੇ ਤੋਂ ਪਹਿਲਾਂ ਗੁੱਸੇ ਆ ਇਹਨਾਂ ਦਾ ਵੀ ਮੇਰਾ ਵੀ ਏਦਾਂ ਹੀ ਹੋਇਆ ਕਮ ਹੋਮ ਕਿਸ ਦਿਨ ਤੇ ਦੇਖੋ ਆ ਸਾਡੇ ਦੋ ਅਗਲੇ ਗੈਸਟ ਨੇ ਨਮਨ ਜੀ ਤੇ ਜੈਸਮੀਨ ਅਖਤਰ ਜੀ ਇਹ ਦੇਖੋ I'm fine, thank you. How are you? Yes, we're trying. ਭੁੱਖ ਲੱਗੀ ਹੈ ਹੋਰ ਗੱਲ ਦੱਸਾਂ ਭਾਬੀ ਜੀ ਤੇ ਵੀਰੇ ਦੀ ਪਹਿਲੀ ਡੇਟ ਵੀ ਇੱਥੇ ਹੋਈ ਸੀ ਚੌਕੀ ਉਹ ਤਾਂ ਅੱਜ ਮੈਂ ਪੁੱਛਣੇ ਆ देखते रहो आया गड्डी मोड़ के आने ਆਏ ਰੇ ਤੇਰੇ ਗੁਰੂਆਂ ਉੱਥੇ ਹੀ ਬੈਠਾਂਗੇ ਵੀਰੇ ਉੱਥੇ ਬੈਠਣਾ ਉੱਥੇ ਅਸੀਂ ਉੱਥੇ ਬੈਠੇ ਸੀ ਫਸਟ ਟਾਈਮ ਉੱਥੇ ਭਾਜੀ ਸੁਣੋ ਹਾਂਜੀ ਮੈਂ ਕਹਿ ਰਹੀ ਸੀ ਕਿ ਅਸੀਂ ਉੱਥੇ ਬੈਠੇ ਸੀ ਸਾਡੀ ਫਰਸਟ ਡੇਟ ਤੇ ਆਪਾਂ ਤੁਹਾਡੀ ਸੈਕਿੰਡ ਡੇਟ ਕਰਾ ਰਹੇ ਹਾਂ ਯਾ ਮੈਂ ਤੁਹਾਡੇ ਤੋਂ ਪੁੱਛਣਾ ਹੈ ਕਿ ਤੁਸੀਂ ਇੱਕ ਦੂਸਰੇ ਦਾ ਸਾਇਲੈਂਸ ਸਮਝਦੇ ਹੋ ਲਾਈਕ ਜਦੋਂ ਆਪਾਂ ਕੋਈ ਮੂੰਹੋਂ ਕੋਈ ਗੱਲ ਨਾ ਕਰੀਏ ਤੇ ਬਿਲਕੁਲ ਸ਼ਾਂਤ ਹੋਈਏ ਸਮਝਦੇ ਹੋ ਕਿ ਕੀ ਚੱਲ ਰਿਹਾ ਹੈ Yeah. ਐਕਸਪਲੇਨ ਕਰੋਗੇ ਕਿ ਕਿਸ ਤਰ੍ਹਾਂ
ਰੋਟੀ ਖਾ ਕੇ ਨੀਂਦ ਆ ਗਈ ਹੁਣ ਐਕਸਪਲੇਨ ਨਹੀਂ ਕਰਦੇ ਚਲੋ ਆ ਦੱਸੋ ਨਹੀਂ ਐਕਸਪਲੇਨ ਕਰਦੇ ਆ ਇਸ ਚੀਜ਼ ਨੂੰ ਇਹ ਬਹੁਤ ਇੰਪੋਰਟੈਂਟ ਹੈ ਟੂ ਨੋ ਟੂ ਪੀਪਲ ਹੈ ਨਾ ਸੋ ਬੇਸਿਕਲੀ ਨਾ ਜਦੋਂ ਤੁਹਾਡੇ ਦਿਲ ਮਿਲ ਜਾਂਦੇ ਆ ਹਨਾ ਤੁਹਾਡੀ ਸੋਲਸ ਕਨੈਕਟਡ ਹੁੰਦੀਆਂ ਦੈਨ ਇਹ ਉਹਨਾਂ ਸਾਰਿਆਂ ਨਾਲ ਹੀ ਹੁੰਦਾ ਆ ਔਰ ਇਹ ਬਹੁਤ ਨੈਚੁਰਲ ਆ ਔਰ ਓਬਵੀਅਸ ਆ ਇਹ ਹੋਣਾ ਇਹ ਐਕਟੀਵਿਟੀ ਹੋਣਾ ਸਾਡੇ ਨਾਲ ਵੀ ਹੁੰਦਾ ਆ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਹਨਾ ਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਮੇਰੇ ਦਿਮਾਗ 'ਚ ਕੋਈ ਚੀਜ਼ ਚੱਲ ਰਹੀ ਹੁੰਦੀ ਹੈ ਹਨਾ ਤਾਂ ਇਹ ਬਹੁਤ ਇਹ ਨੈਚੁਰਲ ਜੀ ਗੱਲ ਆ ਇਹ ਨੈਚੁਰਲੀ ਤੁਹਾਡੇ ਅੰਦਰ ਆ ਜਾਂਦੀ ਹੈ ਚੀਜ਼ ਜਿੱਦਾਂ ਮੈਂ 1-2 ਦਿਨ ਪਹਿਲਾਂ ਅਗਰ ਕੋਈ ਚੀਜ਼ ਸੋਚ ਰਿਹਾ ਹੋਵੇ ਜਾਂ ਫਿਰ ਦਿਪੇ ਸੋਚ ਰਹੇ ਹੁੰਦੇ ਆ ਹਨਾ ਤਾਂ ਇਹਨਾਂ ਤਾਂ ਕਈ ਵਾਰੀ ਇਦਾਂ ਹੁੰਦਾ ਹੈ ਕਿ ਮੈਂ ਉਹ ਚੀਜ਼ ਬੋਲ ਦਿੰਦਾ ਆ ਤੇ ਇਹ ਸਰਪ੍ਰਾਈਜ਼ ਹੋ ਜਾਂਦੇ ਆ ਔਰ ਕਈ ਵਾਰੀ ਇਦਾਂ ਹੁੰਦਾ ਕਿ ਇਹ ਉਹ ਚੀਜ਼ ਬੋਲ ਦਿੰਦੇ ਆ ਔਰ ਮੈਂ ਸਰਪ੍ਰਾਈਜ਼ ਹੁੰਦਾ ਕਿ ਯਾਰ ਇਹ ਤਾਂ ਮੈਂ 2 ਦਿਨ ਪਹਿਲਾਂ ਸੋਚ ਰਹੀ ਹਾਊ ਕਮ ਤੁਹਾਨੂੰ ਕਿੱਦਾਂ ਪਤਾ ਚੱਲ ਗਿਆ ਯੂ نو ਫਿਰ ਉਹ ਕਾਈਂਡ ਆਫ ਇੰਪ੍ਰੈਸ ਜੇ ਵੀ ਹੋ ਜਿਦਾ ਆਪਾਂ ਹਨਾ ਇੱਕ ਦੂਸਰੇ ਤੋਂ ਕਿ ਓ ਵੋ ਨਾਈਸ ਕਦੇ ਕੀ ਹੁੰਦਾ ਕਿ ਅਸੀਂ ਕਲੇਸ਼ ਅਵੋਇਡ ਕਰਨ ਲਈ ਵੀ ਸਾਇਲੈਂਟ ਹੋ ਜਾਈਦਾ ਹੈ ਨਾ ਉਹ ਸਾਰੇ ਹੀ ਹੁੰਦੇ ਆ ਸਾਰੇ ਕਦੇ ਅਨ ਪਤਾ ਵੀ ਹੁੰਦਾ ਹੈ ਕਿ ਹੁਣ ਇਹ ਸਾਇਲੈਂਸ ਉਹ ਵਾਲੀ ਹੈ ਕਿ ਜੇ ਹੁਣ ਅਸੀਂ ਬੋਲ ਦਿੱਤਾ ਦੈਨ ਪੱਕਾ ਕਲੇਸ਼ ਹੋਵੇਗਾ ਬੇਸ਼ੱਕ ਸ਼ੁਰੂਆਤ ਉਸ ਟੌਪਿਕ ਦੀ ਬਹੁਤ ਹਲਕੀ ਫੁਲਕੀ ਹੋਵੇ ਹੈ ਨਾ ਕਨਵਰਸੇਸ਼ਨ ਹੋਵੇ ਸਾਇਲੈਂਸ ਵੈਸੇ ਵੀ ਵਧੀਆ ਚੀਜ਼ ਹੈ ਸਾਇਲੈਂਸ ਇਜ਼ ਅ ਵੈਰੀ ਅਮੇਜ਼ਿੰਗ ਗੋਲਡਨ ਯਾ ਅਗਰ ਕੋਈ ਇੱਕ ਬੰਦਾ ਅਗਰ ਬੋਲ ਰਿਹਾ ਆ ਜਾਂ ਲੜ ਰਿਹਾ ਹੈ ਜਾਂ ਫਿਰ ਤੁਹਾਡੇ ਨਾਲ ਬਹਿਸ ਕਰ ਰਿਹਾ ਹੈ ਜਾਂ ਆਰਗੂਮੈਂਟ ਹੋ ਰਹੀ ਹੈ ਤਾਂ ਇੱਕ ਬੰਦਾ ਅਗਰ ਸਹੀ ਵੀ ਹੈਗਾ ਤਾਂ ਉਹ ਚੁੱਪ ਕਰ ਦੇਵੇ ਬਾਅਦ ਚੋਂ ਥੋੜੀ ਦੇਰ ਬਾਅਦ ਉਹਨੂੰ ਪੁੱਛ ਲਵੇ ਜਾ ਕੇ ਕਿ ਜਦੋਂ ਕਾਮ ਡਾਊਨ ਹੋ ਗਿਆ ਉਹਨੂੰ ਪੁੱਛ ਲੇਗੀ ਬ్రో ਮੈਂ ਮੇਰੇ ਕਹਿਣ ਦਾ ਹੀ ਮਤਲਬ ਸੀ ਤੇ ਮੈਂ ਇਹ ਅਸੀਂ ਕਰਦੇ ਆ ਇਹ ਚੀਜ਼ ਇੱਕ ਦੂਜੇ ਨਾਲ ਇਹ ਵਾਲੀ ਐਕਸਰਸਾਈਜ਼ ਹੈ ਨਾ ਪਰ ਕਈ But we never really have issues with each other like in the sense each other it's always because of someone else unfortunately someone else ਵੀ ਜਿਹੜਾ ਸਿਸਟਮ ਹੈ ਨਾ ਉਹ someone else ਵੀ ਕੋਈ ਮੇਲ ਜਾਂ ਫੀਮੇਲ ਨਹੀਂ ਹੁੰਦਾ ਹਨਾ ਏਦਾਂ ਵਾਲਾ ਨਹੀਂ ਹੁੰਦਾ person ਮੈਂ ਕਹਿੰਦਾ ਕੋਈ ਬੇਸਿਕ ਜੌਬ ਕਰਦਾ ਬੰਦਾ ਵੀ ਨਾਲ ਹੁੰਦਾ ਨਾ ਕਦੀ ਉਸ ਤੋਂ ਵੀ ਚੀਜ਼ ਨਿਕਲ ਆਂਦੀ ਕਈ ਵਾਰੀ ਔਰ ਤੀਸਰੇ ਬੰਦੇ ਵਾਲਾ ਕਲੇਸ਼ I think the maximum I fight with Shekhar is about it's like sometimes what happens is you know like how we have a big staff so, you know like just generally so it might be that he and इनको समझ में आते हैं कोई staff members मुझे नहीं समझ में आते you know and then it's like because of that but then I have to accept that इनको समझ में आते हैं तो I have to also accept but sometimes it gets really difficult for me because I just don't get the person you know ਜਿੱਦਾਂ ਮੇਰਾ ਹੋਇਆ ਹਨਾ ਇਹ ਬਿਲਕੁਲ ਸੇਮ ਗੱਲ ਮੈਂ ਐਕਸਪੀਰੀਅੰਸ ਕੀਤੀ ਹੈ ਜਿੱਦਾਂ ਮੇਰਾ ਡਰਾਈਵਰ ਵੀ ਆ ਮੇਰਾ ਪੀਏ ਵੀ ਆ ਹਨਾ ਉਹ ਮਤਲਬ ਆਲ ਇਨ ਵਨ ਆ ਉਹ ਹਨਾ you didn't have to tell ਉਹ ਬੰਦਾ ਨਹੀਂ ਦੱਸਾਂਗੇ ਉਹਨੂੰ ਵੀ ਸੁਣੂਗੀ ਇਹ ਚੀਜ਼ ਤਾਂ ਇਹ ਉਹਦੀ ਗੱਲ ਕਰ ਰਿਹਾ ਕਿਉਂਕਿ ਉਹ ਮੇਰੇ ਬਹੁਤ ਕਲੋਜ਼ ਆ ਮਤਲਬ ਮੈਂ emotionally connected I'm with him and then he tells me we're not supposed to be friends with employees but he's not my friend he called me sir but then the most closest person to him is him oh yaar ਮੇਰਾ ਯਾਰ ਦੋਸਤ ਨਹੀਂ ਆ ਚੀਜ਼ ਕੁੜੀਆਂ ਸਮਝਾਉਂਦੀਆਂ ਪਤਾ ਕਿਉਂ ਮੈਂ ਦੱਸਦਾ ਹੁਣ ਜਿੱਦਾਂ ਮਨਨ ਜੀ ਤੁਹਾਨੂੰ ਪਤਾ ਮੇਰੇ ਬਹੁਤ ਵਧੀਆ ਦੋਸਤ ਨੇ he's like family too I know yes ਤੇ ਉਹ ਮੈਨੂੰ ਸਮਝਾਉਂਦੇ ਹੁੰਦੇ ਆ ਇਹੀ ਚੀਜ਼ ਮੈਂ ਵੀ ਕਹਿੰਦਾ ਉਹਨਾਂ ਕਿ ਇਦਾਂ ਨਹੀਂ ਕਰਨਾ ਮੇਰੇ ਤੋਂ ਹੋ ਜਾਂਦਾ then she was like देखो जो भी है पर अपनी अपनी जगह पे सारे होने चाहिए और which it's a deal bro but just like मैं ਤੁਹਾਨੂੰ ਇਹ ਕਹਿ ਰਿਹਾ ਕਿ ਹੁਣ ਜਿੱਦਾਂ ਮੈਨੂੰ ਨਾ ਵੈਸੇ ਵੀ ਨਾ ਪਤਾ ਕੀ ਹੈ ਦੇਖਣਾ ਵੀ ਮੈਂ ਦੱਸਦਾ ਕਿ ਦੇਖੋ ਮੈਨੂੰ ਨਾ ਇਹ ਜਿਹੜੀ ਕਮਿਊਨਿਟੀ ਹੈ ਨਾ ਇਹਨਾਂ ਨਾਲ ਮੈਨੂੰ ਵੈਸੇ ਵੀ ਮੇਰਾ ਬਹੁਤ ਇਮੋਸ਼ਨਲ ਕਨੈਕਸ਼ਨ ਆ ਔਰ ਮੈਂ ਦੇਖਿਆ ਆ ਮੈਂ ਸਾਡੇ ਘਰ ਦੇ ਅੰਦਰ ਹੀ ਇਹ ਸਭ ਚੀਜ਼ਾਂ ਦੇਖੀਆਂ the way nowadays ਜਿੱਦਾਂ ਮੈਂ ਉਹਨੂੰ ਯੂਜ਼ ਕਰਦਾ ਆ ਫॉर ਉਹਦੀ ਸਰਵਿਸਿਜ਼ ਯੂਜ਼ ਕਰਦਾ ਆ ਉਦਾਂ ਹੀ ਲਾਈਕ ਸਾਡੇ ਘਰ ਦੇ ਖੁਦ ਦੇ ਘਰ ਦੇ ਯੂ نو ਜਿਹੜਾ ਘਰ ਦਾ ਮੈਨ ਸੀ ਲਾਈਕ ਮਾਈ ਡੈਡ he was a driver man ਹੈ ਨਾ ਤੇ ਉਹਨਾਂ ਨੇ ਡਰਾਈਵਿੰਗ 'ਚ ਬਿਜ਼ਨਸ ਵੀ ਕੀਤਾ ਆ ਤੇ ਆਫਟਰ ਜਦੋਂ ਉਹਨੂੰ ਬਹੁਤ ਲਾਸ ਲੂਸ ਹੋ ਗਿਆ ਫਿਰ ਉਹਨਾਂ ਨੇ ਡਰਾਈਵਿੰਗ ਐਜ਼ ਅ ਜੌਬ ਵੀ ਕੀਤੀ ਹੈ ਯੂ نو ਪੈਸੇ ਬਚਾਉਣ ਲਈ ਉਹ ਬੰਦਾ ਮਾਈ ਡੈਡ ਉਹ ਸਵੇਰੇ ਜਾਂਦੇ ਸੀਗੇ ਕੁਰਾਲੀ ਤੋਂ ਮੋਹਾਲੀ ਆਉਂਦੇ ਸੀਗੇ ਇੱਥੇ ਕਿਤੇ ਜੌਬ ਕਰਦੇ ਸੀਗੇ ਕਿਸੇ ਕੋਲ ਡਰਾਈਵਰ ਜੌਬ ਹੈ ਨਾ ਤਾਂ ਕਿੱਦਾਂ ਉਹ ਚੀਜ਼ਾਂ ਜਿੱਦਾਂ ਅਸੀਂ ਆਪਣੇ ਇਹਨੂੰ ਸਮਾਰਟੀ ਨੂੰ ਅਸੀਂ ਕੋਈ ਚੀਜ਼ ਖਾਣ ਤੋਂ ਨਹੀਂ ਮੈਂ ਰੋਕਦਾ ਘਰ 'ਚ ਕੁਝ ਖਾਣਾ ਹੈ ਤੂੰ ਖਾ ਤੈਨੂੰ ਜੋ ਚਾਹੀਦਾ ਤੂੰ ਕਰ ਕੋਈ ਗੱਲ ਨਹੀਂ ਕੰਫਰਟ 'ਚ ਰੱਖੀਦਾ
ਰਿਹਾ ਹੈ ਨਾ, ਬਹੁਤ ਕੰਫਰਟ 'ਚ ਰੱਖਦਾ ਮੈਂ ਉਹਨੂੰ, ਹੈ ਨਾ, ਮੈਂ ਰੱਖਦਾ, ਮੈਨੂੰ ਪਤਾ ਮੈਂ ਸਪੋਇਲਰ ਹਾਂ ਇਸ ਚੀਜ਼, ਹੈ ਨਾ, ਬਟ ਮੇਰੇ ਨਾਲ ਉਹ ਚੀਜ਼ ਜੁੜੀ ਹੋਈ ਆ, ਹੈ ਨਾ, ਇਮੋਸ਼ਨਲੀ ਜੁੜੀ ਹੋਈ ਆ। ਤਾਂ ਮੇਰੇ ਤੋਂ ਨਾ ਡਰਾਈਵਰਸ ਨੂੰ ਤਾਂ ਕਦੀ ਵੀ ਮੈਂ ਇਹਨਾਂ ਨੂੰ ਤਾਂ ਮੈਂ ਕਦੀ ਵੀ ਇਦਾਂ ਨਹੀਂ ਕਰੂੰਗਾ ਕਿ ਯਾਰ ਕਿ ਮੈਂ ਇਹਨਾਂ ਨੂੰ ਸਮਝ ਰਿਹਾ, ਹਾਂ, ਪਰ ਜਿੱਥੇ ਉਹਨਾਂ ਨੂੰ ਸਮਝਾਉਣਾ ਹੁੰਦਾ ਉੱਥੇ ਉਹਨਾਂ ਨੂੰ ਮੈਂ ਸਮਝਾਉਂਦਾ ਵੀ ਆ। ਜਿੱਥੇ ਕੋਈ ਚੀਜ਼ ਨਹੀਂ ਸਹੀ ਆ ਉਹਨੂੰ ਉਹ ਵੀ ਸਮਝਾਈਦੇ, ਕਿਉਂਕਿ ਉਹ ਵੀ ਲੜਦਾ ਰਿਹਾ, ਉਹ ਬੰਦਾ ਨਹੀਂ ਸਮਝਦਾ, ਉਹ ਨਹੀਂ ਸਮਝਦਾ ਕਿਉਂਕਿ ਨਵੀਂ 3-4 ਸਾਲ ਹੋ ਗਏ। I'll tell you bro, ਮੈਂ ਤੁਹਾਨੂੰ ਦੱਸਦਾ ਸੀ, ਜਦੋਂ ਤੁਸੀਂ ਕਿਸੇ ਨੂੰ ਫੈਮਿਲੀ ਬੋਲਦੇ ਹੋ ਨਾ, ਫੋਲੋ ਕਰਕੇ ਸੁਣ ਲੈ ਮੇਰੀ ਗੱਲ, ਜਦੋਂ ਤੁਸੀਂ ਕਿਸੇ ਨੂੰ ਫੈਮਿਲੀ ਬੋਲਦੇ ਹੋ ਨਾ, ਤਾਂ ਉਦੋਂ ਨਾ ਉਦੋਂ ਇਹ ਗੁੱਡ ਬੈਡ ਦੋਨੋਂ ਆਪਾਂ ਐਕਸੈਪਟ ਕਰ ਲੈਂਦੇ ਆ, ਰਾਈਟ, ਹੈ ਨਾ, ਉਹਨੂੰ ਆਪਾਂ ਸੁਧਾਰਨ ਦੀ ਕੋਸ਼ਿਸ਼ ਵੀ ਕਰਦੇ ਆ ਕਿ ਯਾਰ ਤੇਰੇ 'ਚ ਆਹ ਕਮੀਆਂ ਤਾਂ ਚੱਲ ਮੈਂ ਇਹਨੂੰ ਕੋਈ ਨਹੀਂ, ਮੈਂ ਇਹਦੇ ਤੇ ਵਰਕ ਕਰ ਲੂੰਗਾ, I'll work on this person or I'll work on this thing, ਰਾਈਟ। ਬਟ ਜਿਹੜੀਆਂ ਹੁਣ ਜਿੱਦਾਂ ਹੁਣ ਕੁਝ ਚੀਜ਼ਾਂ ਗਲਤੀਆਂ ਹੋਈਆਂ, ਇਨਸਾਨ ਆ, ਹੋ ਜਾਂਦੀਆਂ, ਉਹ ਵੀ ਸਿੱਖ ਰਿਹਾ, ਉਹਨੇ ਵੀ ਪਹਿਲਾਂ ਨਹੀਂ ਕੀਤੀਆਂ ਚੀਜ਼ਾਂ, ਬਟ ਹਾਂ ਯੈਸ ਡੈਫੀਨਿਟਲੀ ਉਹਨੂੰ 4 ਸਾਲ ਹੋ ਗਏ ਸਾਡੇ ਨਾਲ, ਹੈ ਨਾ, 4 years। ਬਸ ਕਰੋ, ਮੈਂ ਇੱਕ ਰੈਂਡਮਲੀ ਗਿਆ ਸੀਗਾ, ਸਟਾਫ ਤੁਸੀਂ ਤਾਂ ਪੂਰਾ ਚਿੱਠਾ ਹੀ ਖੋਲ ਲਿਆ। ਛੱਡੋ ਭਾਬੀ ਕਹਿੰਦੇ ਬਸ ਕਰੋ, ਚਲੋ ਆ ਦੱਸੋ ਐਸਟ੍ਰੋਲੋਜੀ ਫੋਲੋ ਕਰਦੇ ਹੋ? ਐਸਟ੍ਰੋਲੋਜੀ ਆਪਾਂ ਪੰਡਤ ਆ ਬ్రో, ਆਪਾਂ ਤਾਂ ਪ੍ਰੋਪਰ ਫੋਲੋ ਕਰੀ ਦੀ ਹੈ ਇਹ ਐਸਟ੍ਰੋਲੋਜੀ। ਹਾਂ ਬਸ ਮੇਰੇ ਨਾਲੋਂ ਜ਼ਿਆਦਾ ਪੰਡਤ ਹੁਣ ਮੇਰੀ ਵਾਈਫ ਬਣ ਗਈ। ਇਹ ਮੈਨੂੰ ਕਦੀ ਅੱਜ ਸੰਡੇ ਆ ਜਾ ਰੰਗ ਪਾਣਾ, ਅੱਜ ਪਲਾਣਾ, ਮੇਰੇ ਕੋਲ ਹਰ ਤਰ੍ਹਾਂ ਦੀ ਸ਼ਰਟ ਆ, ਜਦੋਂ ਮੈਂ ਹਰ ਤਰ੍ਹਾਂ ਦੀ ਝੱਗੀ ਪਈ ਹੈ ਮੇਰੇ ਕੋਲ। ਰੁਕ ਜਾਓ ਇੱਕ ਸੈਕਿੰਡ, ਮੈਂ ਜਦੋਂ ਮੈਂ ਨਵਾਂ ਸਿੱਖ ਰਹੀ ਸੀ ਨਾ ਹਿੰਦੂਇਜ਼ਮ ਐਂਡ ਐਸਟ੍ਰੋਲੋਜੀ ਐਂਡ ਆਲ ਆਫ ਦੈਟ, ਉਦੋਂ ਮੈਂ ਦੇਖ ਰਹੀ, ਲਾਈਕ ਬਹੁਤ ਨਵਾਂ ਸੀ ਨਾ ਮੇਰੇ ਲਈ ਹਿੰਦੂਇਜ਼ਮ ਇਨ ਟਰਮਸ ਆਫ ਐਵਰੀਥਿੰਗ। ਸੋ ਉੱਥੇ ਮੈਂ ਦੇਖ ਰਹੀ ਸੀਗੀ ਕਿ ਅੱਛਾ ਇਹ ਆਹ ਦਿਨ ਇਸ ਗੋਡ ਦਾ ਹੁੰਦਾ, ਆਹ ਦਿਨ ਇਸ ਗੋਡ ਦਾ ਹੁੰਦਾ, ਇਸ ਦਿਨ ਆਹ ਰੰਗ ਪਾਓ, ਦੈਨ ਇਟ ਗਿਵਸ ਯੂ ਮੋਰ ਐਨਰਜੀ, ਵਾਈਬ੍ਰੈਂਸ, ਥੋੜਾ ਬਹੁਤ ਯੈਸ, ਪਲੈਨਟਸ ਬਾਰੇ, ਗ੍ਰਹਿਾਂ ਬਾਰੇ ਥੋੜਾ ਬਹੁਤ ਪਤਾ ਹੈ, ਬਟ ਜਸਟ ਜਨਰਲ ਕਿ ਅੱਛਾ ਵੀਨਸ ਇਜ਼ ਦਿਸ ਐਂਡ ਦਿਸ ਗੋਡ ਇਜ਼ ਐਸੋਸੀਏਟਡ ਟੂ ਵੀਨਸ, ਯੂ ਨੋ, ਥੋੜਾ ਬਹੁਤ ਪਤਾ ਹੈ, ਨॉट ਲਾइक ਜਿੱਦਾਂ ਹੁਣ ਮੈਨੂੰ ਇੰਨਾ ਪਤਾ ਕਿ ਮੰਗਲ का साल है, ये वाला ਤੁਸੀਂ ਬਲੈਕ ਕਿਉਂ ਪਾਇਆ? ਪਤਾ ਨਹੀਂ, ਉਹਨਾਂ ਨੇ ਰੈਂਡਮਲੀ ਪੈ ਗਿਆ, ਈਜ਼ੀਐਸਟ ਆਪਸ਼ਨ। ਵੈਸੇ ਅੱਜ ਦਿਨ ਕਿਹੜਾ ਹੈ? ਅੱਜ ਆਪਾਂ ਨੂੰ ਯੈਲੋ ਪਾਉਣਾ ਚਾਹੀਦਾ, ਨਜ਼ਰ ਨਹੀਂ ਲੱਗਦੀ ਕਾਲਾ ਪਾਇਆ ਹੋਇਆ ਹੈ। ਅੱਜ ਬਾਬਾ ਜੀ ਦਾ ਦਿਨ ਆ। ਯਾ ਸੋ ਦੈਟਸ ਇਟ। ਥੋੜਾ ਆਈ ਡੋਨਟ ਨੋ, ਜਿੰਨੀਆਂ ਇਹ ਗੱਲਾਂ ਵਿੱਚ ਤੁਸੀਂ ਵੜਦੇ ਰਹੋਗੇ, ਉਹਨਾਂ ਡੀਪ ਹੁੰਦੇ ਰਹੋਗੇ, ਔਰ ਉਹਨਾਂ ਘੁੰਮਦਾ ਰਹੋਗਾ। ਕੰਪਲਿਕੇਟਡ ਆ, ਇਟਸ ਵੈਰੀ ਕੰਪਲਿਕੇਟਡ। ਤੇ ਨਜ਼ਰ I believe in it so much ਕਿ ਜਿਵੇਂ ਕਦੀ ਇਦਾਂ ਹੋਇਆ ਕਿ ਜਦੋਂ ਲੜਾਈ ਵੜਾਈ ਹੁੰਦੀ ਹੈ, ਕੁਝ ਹੁੰਦਾ ABCD ਬੰਦਾ ਕਹਿੰਦਾ ਕਿ ਨਹੀਂ, ਬਾਅਦ ਚ ਆਪਾਂ ਕਿਸੇ ਹੋਰ ਦੀ ਗਲਤੀ ਕੱਢਦੀ ਹੈ ਕਿ ਨਜ਼ਰ ਲੱਗੀ ਸਾਨੂੰ। ਮੈਂ ਇੰਸਟਾਗ੍ਰਾਮ ਔਰ ਸਨੈਪਚੈਟ ਤੇ ਫੋਟੋਆਂ ਪਾਣੀਆਂ ਬੰਦ ਕਰ ਦਿੰਦਾ। You know what we've noticed this, yeah. ਪੈਂਦੇ ਸਾਰੀ ਲੜਾਈ ਹੋ ਜਾਂਦੀ ਹੈ। ਅਸੀਂ ਦੋਨੋਂ ਜਦੋਂ ਅਸੀਂ ਇਕੱਠੇ ਕੁਝ ਵੀ ਪੋਸਟ ਕਰਦੇ ਹਾਂ ਜਿੱਥੇ ਅਸੀਂ ਹੱਸ ਖੇਡ ਰਹੇ ਹਾਂ ਨਾ, I swear to God ਸਾਡਾ ਕਲੇਸ਼ ਪੱਕਾ ਹੈ। ਸੈਕੰਡ ਡੇ ਕਲੇਸ਼ ਪੱਕਾ ਦਾ ਨਹੀਂ। ਕੱਲ ਜਦੋਂ ਸਾਡੀ ਲਾਸਟ ਕਲੇਸ਼ ਹੋਇਆ ਸੀ, ਇਹਨਾਂ ਨੇ ਖੁਦ ਕਿਹਾ, ਤੁਸੀਂ ਆਪਾਂ ਕੱਲ ਫੋਟੋ ਪਾਈ ਸੀ ਨਾ, ਦੇਖ ਲਿਆ? I was like, but it happens every time almost. So we were like, I'm not doing this. ਤਾਂ ਇਹ ਕਹਿੰਦੇ ਨਾ, protect your peace, your home and all that, and actually ਫਿਰ ਇਹ ਚੀਜ਼ਾਂ ਹੁੰਦੀਆਂ ਹੋਣੀਆਂ ਕਿਉਂਕਿ ਇਹ थोड़ा बहुत तो है। Yeah, with Instagram what's happened is that होना is like it's become a competition, किसकी लाइफ बेटर है, कौन बेटर दिखता है, कौन ज़्यादा पोस्ट करता है, केड़ा वधिया रीलां बनाउंदा है, केदी फॉलोइंग, किन्ने लाइक्स, ये वो लटरन पटरन। मैंने it's just like oh please like give me a break। मैं पता की करदी हुन्नी आ, मैं जदों मेरा कोई काम काज हुंदा है ना, लाइक मूवी हुंदी है या कुछ इदां हुंदा है, फिर तो मैं फुल ऑन एक्टिव हो जानी हां क्योंकि प्रमोशंस करनियां ने XYZ, राइट। एंड देन उस तो बाद like and everybody सारे मैनू कहंदे ਤੁਸੀਂ ਪੋਸਟ ਕਰਿਆ ਕਰੋ, and I really try ਕਿ ਪੋਸਟ ਕਰਿਆ ਕਰਾਂ, but I just find it so ਨਕਲੀ and so exhausting, you know, like ਕੀ ਪੋਸਟ ਕਰਾਂ ਯਾਰ every day। ਮੈਂ ਨਹੀਂ ਕਰਨਾ ਚਾਹੁੰਦੀ ਪੋਸਟ every day, like I don't know, it just doesn't feel good। कंटेंट भी बहुत चूज होके पाना पड़ता है आजकल। ये बनौटी जा कंटेंट sometimes मैं कंटेंट देखती हूं and I'm like this isn't even real anymore, this isn't even real life anymore, and आ थोड़े real emotions भी नहीं है, वो दिख भी रहा है, वो महसूस हो जाता है, intuitive like थोड़ी intuition आ जाती है कि no you don't mean this, you don't ਤੁਸੀਂ ਜਿੱਦਾਂ ਓਵਰ ਹੱਸ ਰਹੇ ਆ, ਕੋਈ 24 ਘੰਟੇ ਇੰਨਾ ਖੁਸ਼ ਨਹੀਂ ਹੁੰਦਾ। ਮੈਂ ਤਾਂ ਸਮਾਈਲ ਨਹੀਂ ਕਰ ਸਕਦੀ ਨਕਲੀ, not even for an interview, you know, like in the sense it doesn't make sense, ਮੈਂ you ਉਹੀ know। ਕਿਹਾ ਤੁਹਾਨੂੰ ਆਂਦੀ ਕਿਹਾ ਸੀਗਾ ਤੁਸੀਂ ਸੋਣਾ ਗੱਡੀ 'ਚ ਸੋ ਜਾਓ, ਮੈਂ ਉਹੀ ਕਹਿਣ ਲੱਗੀ ਸੀ ਤੁਸੀਂ ਐਦਾਂ ਕਰਕੇ ਬੈਠਣਾ, ਐਦਾਂ ਬੈਠ ਜਾਓ, ਜਿੱਦਾਂ ਕਰਨਾ ਕਰ ਲਓ, ਕਿਉਂਕਿ ਇਹ ਇੰਟਰਵਿਊ ਇਸ ਤਰ੍ਹਾਂ ਨਹੀਂ ਹੈਗਾ ਕਿ ਹਾਂ ਵੀ ਆਪਾਂ ਕੁਐਸਚਨ ਪੁੱਛੀ ਜਾਣੇ, ਜੋ ਮਨ 'ਚ ਕਰੇਗਾ ਤੁਹਾਡਾ ਕਰੋ, ਕਿਉਂਕਿ ਚੱਕਰ ਉਹ ਕਿ ਆਪਾਂ ਤੁਹਾਡਾ ਮੈਂਟਲ ਪੀਸ ਖੋ ਕੇ ਨਹੀਂ ਇੰਟਰਵਿਊ ਕਰਨਾ। ਨਹੀਂ ਤੁਸੀਂ ਕਰ ਲਿਆ ਹੁਣ, ਆਪਾਂ ਕਰ ਲਿਆ, ਮੈਂਟਲ ਪੀਸ ਨਹੀਂ ਖੋਇਆ,
इंटरव्यू कर लिया But, I was gonna say पानी है उधर में पानी है I think it's gone. कौन है सारे कौन है दूजा है। ਮੈਂ ਕਾਲ ਕਰ हाँ ਦੇਣਾ मैंने पता से लास्ट रोटी नहीं खानी चाहिए ਮੈਂ सी ਹੁਣੇ ਕਾਲ ਕਰ नहीं नहीं कोई गल नहीं इट्स ओके नो ਕਾਲ ਕਰ वरीज ਦੇਣਾ ਨਾਲੇ ਆਪਾਂ ਇਹਨੂੰ ਫਿਨਿਸ਼ ਕਰ ਦਿੰਦੇ ਆ हाँ जी ਤੇ ਲਾਸਟ ਕੁਐਸਚਨ ਮੇਰਾ ਇਹ ਹੈ ਲੋਕੀ ਬੜੇ ਬਨਾਟ ਨਾ ਕੇ ਕੁਐਸਚਨ ਪੁੱਛਦੇ ਲਾਸਟ ਕੁਐਸਚਨ ਮੇਰਾ नहीं तू हले लास्ट क्वेश्चन ना पूछी but I really want to say something to you Navi you are a very good human be like this only ਇਦਾਂ ਹੀ ਰਹੋ you know ਮੈਂ ਬਹੁਤ ਕਨਫਿਊਜ਼ ਹੋ ਗਿਆ ਸੀਗਾ ਕੁਝ ਪਹਿਲੇ ਮੇਰੇ ਸਾਲਾਂ 'ਚ ਕਿ ਮੈਂ ਜਿੱਦਾਂ ਦਾ ਮੈਂ ਹੈਗਾ ਮੈਂ ਉਦਾਂ ਦਾ ਰਵਾਂ ਮੈਨੂੰ ਤਾਂ ਲੱਗਦਾ ਕਿ ਮੈਂ ਖੁਦ ਇੱਕ ਇਨੋਸੈਂਟ ਸੋਲ ਆ ਰਾਈਟ ਮੈਨੂੰ ਕੋਈ ਦਿਲ ਤੋਂ ਮੇਰਾ ਬੇਵਕੂਫ ਮੈਨੂੰ ਐਦਾਂ ਬਣਾਇਆ ਜਾ ਸਕਦਾ ਆ ਅਗਰ ਕੋਈ ਦਿਲੋਂ ਬਣਾ ਰਿਹਾ ਆ ਜਾਂ ਦਿਲ ਦੀਆਂ ਗੱਲਾਂ ਚੱਲ ਰਹੀਆਂ ਆ ਦਿਮਾਗ ਲਾ ਕੇ ਕੋਈ ਕਰੇਗਾ ਨਹੀਂ ਬਣਾ ਸਕਦਾ nobody can make me fool right I'm that much capable same way bro I just want to say because you're just like my younger brother and I just want to say to you that bro ਤੂੰ ਜਿੱਦਾਂ ਦਾ ਹੈ ਉਦਾਂ ਦਾ ਹੀ ਰਹਿਣਾ ਇਨੋਸੈਂਟ ਹੀ ਰਹਿਣਾ ਡੀਸੈਂਟ ਹੀ ਰਹਿਣਾ ਦੁਨੀਆ ਚਲਾਕ ਆ ਸਮਾਰਟ ਆ ਬਹੁਤ ਸਾਰੇ ਲੋਕੀ ਕੰਮ ਕ੍ਰੋਸ ਹੋਣੇ ਆ ਇਹਨਾਂ ਨਾਲ ਨਾ ਆਪਣੇ ਆਪ ਨੂੰ ਨਹੀਂ ਆਪਾਂ ਬਦਲਣਾ ਜਿੱਦਾਂ ਦੇ ਆਪਾਂ ਹੈ ਕਿਉਂਕਿ ਇਹ ਆਪਣੀ ਇਹੀ USP ਹੈ you know this is what our like ਇਹ ਆਪਣੀ ਪਾਵਰ ਆ you know ਆਪਾਂ ਲੋਕਾਂ ਤੋਂ ਡਿਫਰੈਂਟ ਕਰਦੀ ਹੈ you understanding bro so that's what I want to say and the ਬਹੁਤ ਮੇਨ ਥਿੰਗ ਹੈ ਨਵੀ I had seen you like ਮੈਂ ਤੁਹਾਨੂੰ ਕਾਫੀ ਸਾਲਾਂ ਤੋਂ ਜਾਣਦਾ ਆ ਐਂਡ ਮੈਂ ਤੁਹਾਡੀ ਗਰੋਥ ਦੇਖੀ ਆ ਮੈਂ ਤੁਹਾਡੇ ਕੰਮ ਨੂੰ ਦੇਖਿਆ ਆ ਮੈਂ ਤੁਹਾਡੀਆਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ you were in my favorite show that was Roadies and ਮੈਂ ਅੱਜ ਵੀ ਦੇਖਦਾ ਆ Roadies ਸਾਡੀ ਲੜਾਈ ਇਹਦੇ ਤੇ ਵੀ ਹੁੰਦੀ ਹੈ Roadies ਦੇਖਣਾ ਹੈ ਇਹਨਾਂ ਨੇ ਲੋੜੀਜ਼ ਦੇਖਣਾ ਹੁੰਦਾ ਤੇ ਮੈਨੂੰ ਦੇਖਣਾ ਪਸੰਦ ਨਹੀਂ ਹੈ my best wishes with you bro ਥੈਂਕ ਯੂ and खिंच के रख तो काम है ना and लगे रहे bro God bless you ਥੈਂਕ ਯੂ ਸੋ ਮਚ ਥੈਂਕ you ਯੂ know ਸੋ ਮਚ Dilo I really want to give you good love from my side huh ਥੈਂਕ ਯੂ ਸੋ ਮਚ Right? ਸੱਚੀ ਦਿਲੋਂ ਥੈਂਕ ਯੂ Any ਹੁਣ last ਕਰ ਲਓ ਜਿਹੜੀ questions? ਤੁਸੀਂ ਆਪਣੀ ਮੈਂ- ਐਂਡਿੰਗ ਸਟੇਟਮੈਂਟ ਦੇਣੀ ਹੈ ਦੇ ਲਓ ਕੋਈ ਮੈਂ ਬਣਾਵਟੀ ਉਹ ਚੀਜ਼ ਨਹੀਂ ਕਰਨੀ ਮੈਂ ਬਸ ਲਾਸਟ ਕੁਐਸਚਨ ਇਹ ਕਹਿਣਾ ਕੋਈ ਕੁਐਸਚਨ Oh, ਨਹੀਂ ਸਭ ਤੋਂ you're ਮੈਂ really ਕਹਿਣਾ right, ਥੈਂਕ ਯੂ man. ਸੋ ਮਚ ਤੁਹਾਨੂੰ ਨੀਂਦ ਆ ਰਹੀ ਆ, ਆਪਾਂ ਤੁਹਾਨੂੰ ਸਵਾਦ ਦਿੰਦੇ ਆ ਤੇ ਲਾਸਟ ਕੁਐਸਚਨ ਇਹ ਹੈ ਕਿ ਆਪਾਂ ਬਹੁਤ ਸਾਰੀ ਗੱਲਾਂ ਕੀਤੀਆਂ ਪਰ ਬਹੁਤ ਸਾਰੀਆਂ ਗੱਲਾਂ ਸਾਡੀਆਂ ਰਹਿ ਗਈਆਂ ਅਗਲੀ ਵਾਰੀ ਕਦੋਂ ਆਓਗੇ ਅਗਲੇ ਸੀਜ਼ਨ ਦੇ ਪਹਿਲੇ ਐਪੀਸੋਡ ਦੇ ਵਿੱਚ ਹੁਣ ਬਿਗਨਿੰਗ ਤਾਂ ਫਿਰ ਆਪਾਂ ਹੀ ਕਰਾਂਗੇ ਨਾ Promise na? 100% Done. We actually started this interview what time I just want to when do we start ਤੁਸੀਂ ਦੱਸ ਦਿਓ I think ਕਿੰਨੇ ਵਜੇ ਸੀ ਉਦੋਂ ਕਿੰਨੇ ਵਜੇ ਸੀ 1 ਵਜੇ 1 o'clock ਨਹੀਂ 1 ਨਹੀਂ ਸੀਗਾ Late ਹੋ ਗਿਆ ਸੀ। 1:30 ਨਹੀਂ 2 2 o'clock 2 yeah 2 ਵਜੇ ਤੇ ਅਸੀਂ ਤੁਰੇ ਹੋਏ ਆ ਗੱਡੀ ਵਿੱਚ ਤੇ ਹੁਣ ਹੋ ਗਏ ਨੇ 7:30 ਤੇ ਹੁਣ ਅਸੀਂ ਤਾਂ ਹੀ ਉਹਦਾ ਸ਼ੋਅ ਦਾ ਨਾਮ ਆਇਆ ਮੈਂ ਗੱਡੀ ਮੋੜ ਕੇ ਜਿਹੜੀ ਮੁੜਦੀ ਨਹੀਂ ਸਿੱਧੀ ਜਾਂਦੀ ਹੈ ਪਰ ਹੁਣ ਗੱਡੀ ਮੁੜ ਕੇ ਵਾਪਸ ਜਾ ਰਹੀ ਹੈ ਥੈਂਕ ਯੂ ਸੋ Yeah. ਮਚ ਇਹ ਲਾਸਟ ਮੇਰਾ ਕੁਐਸਚਨ ਹੈ ਹੁਣ ਤੁਸੀਂ ਦੱਸੋ ਅਗਲੇ ਸੀਜ਼ਨ ਦੇ ਪਹਿਲੇ ਐਪੀਸੋਡ ਤੁਸੀਂ ਆ ਰਹੇ ਹੋ ਆ ਰਹੇ ਹਾਂ ਥੈਂਕ ਯੂ ਸੋ ਮਚ Thank ਤੁਹਾਨੂੰ you. ਦੋਨਾਂ ਨੂੰ ਬਹੁਤ ਬਹੁਤ ਥੈਂਕਸ ਦਿਲੋਂ ਥੈਂਕਸ ਤੇ ਜਲਦੀ ਆਪਾਂ ਮਿਲਦੇ ਆ ਬਾਕੀ ਆਪਾਂ 25 ਤਰੀਕ ਨੂੰ ਘੁੰਮਣ ਚੱਲਦੇ Oh, so sorry. ਡਨ ਹੋ ਗਿਆ ਲੋਟ ਆਫ ਲਵ ਟੂ ਯੂ ਨਵੀ ਐਂਡ ਲੋਟ ਆਫ ਲਵ ਟੂ ਆਲ ਤੇ ਤੁਸੀਂ ਖਿੱਚ ਸਾਰੇ ਕੇ ਰੱਖੋ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ Oh, ਤੇ ਅਗਲੇ ਐਪੀਸੋਡ ਦੇ ਵਿੱਚ ਆਇਆ ਮੈਂ ਗੱਡੀ ਮੋੜ ਕੇ good night ਗੁੱਡ ਨਾਈਟ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ